ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1059 ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਮਹਿਲਾ ਤੀਜਾ ਜੀ ਦੇ ਉਚਾਰਨ ਕੀਤੇ ਹੋਏ ਸੋਹਲਿਆਂ ਦੇ ਪਾਠ ਚੱਲ ਰਹੇ, ਜਿਸ ਵਿੱਚ ਕੱਲ ਤੱਕ 15ਵੇਂ ਸੋਹਲੇ ਦੀ ਸਮਾਪਤੀ ਹੋਈ ਸੀ। ਅੱਜ ਅੱਗੋਂ ਪਾਠ ਕਰਨਾ। ਮਾਰੂ ਮਹਿਲਾ ਤੀਜਾ। आपे श्रेष्ठ हुक्म सब साजी, आपे थाप उथाप निवाजी, आपे न्याय करे सब साचा, साचे साच मिलाएंदा। आपे श्रेष्ठ हुक्म सब साजी, आपे थाप उथाप निवाजी, आपे न्याय करे सब साचा, साचे साच मिलाएंदा। आपे श्रेष्ठ हुक्म सब साजी, अपने हुक्म विच ही सारी सृष्टि नूं परमात्मा ने साजी है, बनाई है। अपने परमात्मा दे हुक्म विच ही सारी सृष्टि बनी है। जो बाहरली सृष्टि नूं समझ लईए, अंदर दी सृष्टि दा विषय जिहड़ा सुखविंदर वीर जी, भुविंदर वीर जी बहुत सोहना खोलदे ने। आपे हुक्म सब साजी, आपे थाप उथाप निवाजी, आपे ही थाप उथाप। थापन का मतलब है बनाना, उथापन का मतलब है विनाश करना, निवाजन का मतलब है सजा देना। आपे ही परमात्मा बना भी रहा है, उथाप भी रहा है, ते नाल दे नाल जिहड़ा निवाज भी रहा है, परमात्मा साज भी रहा है। आपे न्याय करे सब साचा, साचे साच मिलाएंदा। आपे न्याय करे सब साचा। परमात्मा ने हुक्म रूप न्याय बना दिता है, ते उस न्याय दे मुताबिक ही सारी सृष्टि नूं चला रहा है। आपे न्याय करे सब साचा। ओ परमात्मा दे हुक्म विच ही सारी सृष्टि जिहड़ी है वरत रही है। साचे साच मिलाएंदा, ते जेड़े सच नाल जुड़दे हन, ਉਹ परमात्मा दे बनाए हुक्म विच परमात्मा नाल उन्हां दा मिलाप हो जाता है। साचे साच मिलाएंदा नूं इहनूं असीं इंज समझना कर लईए, परमात्मा दे बनाए हुक्म दे मुताबिक ही परमात्मा दे नाल मिलाप होंदा है। ਜਦੋਂ ਅਸੀਂ ਮਾਇਆ ਦੇ ਵਿਕਾਰਾਂ ਦੇ ਪ੍ਰਭਾਵ ਤੋਂ ਉੱਪਰ ਉੱਠਦੇ ਹਾਂ, ਜਦੋਂ ਅਸੀਂ ਇਹ ਸਮਝ ਲਈਏ ਸੱਚ ਦੇ ਨਿਕਟ ਜਾਂਦੇ ਹਾਂ, ਤੇ परमात्मा ਦੇ ਬਣਾਏ ਹੁਕਮ ਵਿੱਚ ਹੀ परमात्मा ਨਾਲ ਮਿਲਾਪ ਹੋ ਜਾਂਦਾ ਹੈ। ਇਹ ਜੀ ਹਰਵਿੰਦਰ ਵੀਰ ਜੀ ਜਿਹੜੀ ਪੰਕਤੀ ਕਰੀ ਬਈ ਕਹਿੰਦੇ ਨੇ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ। ਰੱਬ ਨੇ ਜਿਹੜੀ ਸਾਰੀ ਰਚਨਾ ਰਚੀ ਹੈ, ਅੱਜ ਕਹਿੰਦੇ ਬਈ ਕੀਤਾ ਪਸਾਓ ਏਕੋ ਕਵਾਓ। ਰੱਬ ਨੇ ਇੱਕ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ, ਲੇਕਿਨ ਇਹ ਸ੍ਰਿਸ਼ਟੀ ਉਹਦੇ ਹੁਕਮਾਂ ਦੇ ਬਾਹਰ, ਉਹਦੇ ਹੁਕਮਾਂ ਦੇ ਸੂਤਰ ਵਿੱਚ ਹੀ ਪਰੋਈ ਹੋਈ ਹੈ। ਮਤਾ ਕੋਈ ਸਮਝੇ ਕਿ ਇੰਨੀ ਵੱਡੀ ਸ੍ਰਿਸ਼ਟੀ ਔਰ ਉਸ ਮਾਲਕ ਦੇ ਉਹ ਜਿਹੜਾ ਸਾਰੀ ਉਹ ਆਪਣੀ ਮਨ ਮਰਜ਼ੀ ਨਾਲ ਚਲਦੀ ਪਈ, ਐਸੀ ਨਹੀਂ ਹੈ। ਕਹਿੰਦੇ ਨੇ ਹੁਕਮ ਸਾਜ ਹੁਕਮੇ ਵਿੱਚ ਰੱਖੇ। ਉਹਨੇ ਆਪਣੇ ਹੁਕਮਾਂ ਦੇ ਰਾਹੀਂ ਸਾਰੀ ਸ੍ਰਿਸ਼ਟੀ, ਉਹਨੇ ਇੱਕ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਕੀਤਾ ਪਸਾਓ ਨਾ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ, ਵੀ ਉਹ ਕੀਤਾ ਪਸਾਓ ਏਕੋ ਕਵਾਓ। ਲੇਕਿਨ ਉਹ ਸਾਰੀ ਸ੍ਰਿਸ਼ਟੀ ਨਾਲ ਅਸੀਂ ਇੱਕ ਓਨਕਾਰ ਨੂੰ ਵੀ ਕਰਦੇ ਪਏ ਸੀ ਨਾ, ਵੀ ਇੱਕ ਜ਼ੀਰੋ ਤੋਂ ਇੱਕ ਪਰਮਾਤਮਾ ਆਪਣੇ ਆਪ ਹੋਂਦ ਵਿੱਚ ਆਇਆ। ਉਹਨੇ ਤ੍ਰੈ ਗੁਣਾ ਵਾਲੀ ਮਾਇਆ ਬਣਾਈ, ਲੇਕਿਨ ਉਹਦੇ ਤੇ ਕਾਰ ਉਹਦੀ ਚਲਦੀ। ਉਹ ਸਾਰਾ ਜਿਹੜਾ ਸਿਸਟਮ ਹੈ ਨਾ, ਕਹਿੰਦੇ ਹੁਕਮੀ ਹੋਣ ਆਕਾਰ, ਉਹਦੇ ਹੁਕਮਾਂ ਦੇ ਅਨੁਸਾਰ ਹੀ ਸ੍ਰਿਸ਼ਟੀ ਬਣੀ ਹੈ। ਔਰ ਉਹ ਸਾਰਿਆਂ ਨੂੰ ਕਹਿੰਦੇ ਹੁਕਮ ਸਾਜ ਹੁਕਮੇ ਵਿੱਚ ਰੱਖਿਆ, ਹੁਕਮੇ ਅੰਦਰ ਦੇਖਿਆ। ਉਹ ਸਾਰਿਆਂ ਨੂੰ ਉਹਨੇ ਨਿਯਮ ਆਪੀ ਨੇ ਆਪ ਸਾਜੋ, ਆਪੀ ਨੇ ਰਚਿਓ ਨਾ। ਉਹਨੇ ਹੁਕਮ ਵੀ ਜਦੋਂ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਨਾ, ਹੁਣ ਜੇ ਕਿਸ ਦੀ ਥਾਪਨਾ ਉਥਾਪਨਾ ਹੁੰਦੀ ਪਈ ਹੈ, ਜਾਂ ਜਦੋਂ ਤੱਕ ਨਾ ਵੀ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਉਹਦੇ ਹੁਕਮ ਪ੍ਰੀ ਆਰਡੇਨਡ ਨੇ, ਉਹਨੇ ਹੁਕਮ ਕਰ ਦਿੱਤੇ ਹੋਏ ਨੇ। ਜਿਸ ਅੰਤਰ ਤਾਤ ਪਰਾਈ ਹੋਵੇ ਤੇ ਉਸਦਾ ਕਦੇ ਨਾ ਹੋਈ ਭਲਾ, ਇਹ ਹੁਕਮ ਹੋ ਚੁੱਕਾ ਹੈ। ਜੇ ਅਸੀਂ ਆਪਣਾ ਭਲਾ ਚਾਹੁੰਦੇ ਹਾਂ, ਸਾਨੂੰ ਆਪਣਾ ਜੀਵਨ ਬਦਲੀ ਕਰਨਾ ਪਏਗਾ, ਹੁਕਮ ਬਦਲੀ ਹੋਣ ਵਾਲਾ ਨਹੀਂ। ਉਹ ਮਾਲਕ ਬੇਪਰਵਾਹ ਹੈ, ਉਹ ਬਹੁਤ ਵੱਡਾ ਹੈ, ਉਹ ਅਤੁਲ ਹੈ, ਉਹ ਕਿਸੇ ਨੂੰ ਪੁੱਛ ਕੇ ਕੰਮ ਨਹੀਂ ਕਰਦਾ, ਉਹ ਕਿਸੇ ਸਲਾਹ ਮਸ਼ਵਰਾ ਨਹੀਂ ਕਰਦਾ। ਕਹਿੰਦੇ ਉਹਨੇ ਸਾਰੀ ਸ੍ਰਿਸ਼ਟੀ ਹੁਕਮਾਂ ਵਿੱਚ ਉਹਨੇ ਸ੍ਰਿਸ਼ਟੀ ਪੈਦਾ ਕੀਤੀ, ਔਰ ਹੁਕਮਾਂ ਵਿੱਚ ਹੀ ਸਾਰਿਆਂ ਨੂੰ ਚਲਾਈ ਜਾਂਦਾ ਪਿਆ। ਸਾਰੀ ਦੁਨੀਆ ਜਿਹੜੀ ਸਾਰੀ ਨਾ ਉਹਦੀ ਸੂਤਰ ਦੇ ਵਿੱਚ, ਹੁਕਮ ਦੇ ਸੂਤਰ ਵਿੱਚ ਪਰੋਈ ਹੋਈ ਹੈ। ਕਹਿੰਦੇ ਉਹ ਆਪਣੇ ਹੁਕਮਾਂ ਦੇ ਅਨੁਸਾਰ ਕਿਸੇ ਨੂੰ ਥਾਪਦਾ ਹੈ, ਕਿਸੇ ਨੂੰ ਸਟੈਬਲਿਸ਼ ਔਰ ਡਿਸਟੈਬਲਿਸ਼ ਕਰਦਾ। ਆਪੇ ਥਾਪ ਥਾਪੇ ਆਪੇ, ਵੀ ਕਹਿੰਦੇ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਜਾਂ ਕਹਿੰਦਾ ਵੀ ਪ੍ਰਭੂ ਮਨ ਭਾਵ ਹੈ
ਤਾਂ ਹੁਕਮ ਸਮਾਵੇ। ਜਿਨ੍ਹਾਂ ਨੂੰ ਰੱਬ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਨਾ, ਜਿਨ੍ਹਾਂ ਨੂੰ ਰੱਬ ਵਾਲੇ ਪਾਸੇ ਖਿੱਚ ਪੈਦਾ ਹੋ ਜਾਵੇ, ਕਹਿੰਦਾ ਪ੍ਰਭ ਮਨ ਭਾਵੈ, ਕਹਿੰਦਾ ਫਿਰ ਕਰਦਾ ਕੀ, ਕਹਿੰਦਾ ਤਾਂ ਹੁਕਮ ਸਮਾਵੇ। ਹੁਕਮ ਮਨ ਸੁਖ ਪਾਇਆ। ਰੱਬ ਕਿਉਂਕਿ ਚੰਗਾ ਲੱਗਣਾ ਸ਼ੁਰੂ ਹੋ ਗਿਆ, ਫਿਰ ਉਹਦੇ ਹੁਕਮ ਵੀ ਚੰਗੇ ਲੱਗਣੇ ਸ਼ੁਰੂ ਹੋ ਗਏ। ਕਹਿੰਦੇ ਵੀ ਕਹਿੰਦੇ ਆਪੇ ਥਾਪ ਉਥਾਪ ਨਿਵਾਜੀ, ਨਿਵਾਜਣਾ ਕਿਸੇ ਨੂੰ। ਇੱਕ ਉਹ ਸ਼ਬਦ ਆਂਦਾ, ਕਹਿੰਦਾ ਜਿਤ ਹਰ ਪ੍ਰਭ ਜਾਪੈ ਸਾ ਧਨ ਸ਼ਾਬਾਸੈ। ਜਿਸ ਜੀਵ ਇਸਤਰੀ ਨੂੰ, ਜਿਹੜੀ ਜੀਵ ਇਸਤਰੀ ਰੱਬ ਨੂੰ ਜਪਣਾ ਸ਼ੁਰੂ ਕਰ ਦਿੰਦੀ ਹੈ, ਜਿਤ ਉਹ ਜੀਵ ਇਸਤਰੀ ਜਿਤ ਹਰ ਪ੍ਰਭ ਜਾਪੈ, ਉਹਨੂੰ ਜਾਪ ਜਾਣਾ ਪਾਉ ਦਾ ਅਹਿਸਾਸ ਸਮਝ ਆ ਜਾਣਾ। ਕਹਿੰਦਾ ਜਿਤ ਹਰ ਪ੍ਰਭ ਜਾਪੈ ਸਾ ਧਨ ਸ਼ਾਬਾਸੈ, ਉਹਨੂੰ ਰੱਬ ਵੱਲੋਂ ਸ਼ਾਬਾਸ਼ੀ ਮਿਲਦੀ ਹੈ, ਨਿਵਾਜੀ ਜਾਂਦੀ ਹੈ। ਕਹਿੰਦਾ ਰੇ ਰੇ ਦਰਗਾਹ ਕਹੇ ਨਾ ਕਹੂ, ਜਿਹੜੀ ਜੀਵ ਇਸਤਰੀ ਰੱਬ ਨਾਲ ਸਾਂਝ ਪਾ ਲੈਂਦੀ ਹੈ। ਕਹਿੰਦਾ ਆਪੇ ਨਿਆਂ ਕਰੇ ਸਭ ਸੱਚਾ। ਹੁਣ ਉਹਦੇ ਨਿਯਮ ਨੇ, ਹੁਣ ਅਸੀਂ ਸਾਡੇ ਅਦਾਲਤਾਂ ਦੇ ਆਪਣੇ ਨਿਯਮ ਨੇ, ਹੋਰ ਉਹ ਨਿਯਮਾਂ ਦੇ ਅਨੁਕੂਲ, ਹਾਂ ਅੰਦਰ ਕਰਪਸ਼ਨ ਦਾ ਐਸਪੈਕਟ ਜਿਹੜਾ ਹੈ, ਕਿਉਂਕਿ ਰੱਬ ਦੀ ਦਰਗਾਹ ਅੰਦਰ ਕਰਪਸ਼ਨ ਨਹੀਂ ਹੁੰਦਾ ਹੈ। ਤੇ ਇੱਥੇ ਵੀ ਸਿਧਾਂਤ ਨੇ, ਉਦੋਂ ਐਕਸਪੈਕਟਡ ਤੇ ਉਹੀ ਹੈ ਕਿ ਵੀ ਜਿਹੜੇ ਸੰਵਿਧਾਨ ਦੇ ਨਿਯਮ ਨੇ, ਜਿਹੜੇ ਕੋਰਟ ਨੇ, ਉਹਨਾਂ ਦੇ ਅਨੁਕੂਲ ਹੀ ਫੈਸਲੇ ਕਰਨ। ਉਹ ਰੱਬ ਜਿਹੜਾ ਨਾ ਉਹ ਬਿਲਕੁਲ ਅਨਿਆਏ ਕਰਦਾ ਨਹੀਂ। ਕਹਿੰਦੇ ਤੇਰੇ ਘਰ ਸਦਾ ਸਦਾ ਹੈ ਨਿਆਂ। ਅਸੀਂ ਕਈ ਵਾਰ ਗੱਲ ਕਰਨੇ ਬਾਰੇ ਕਿਸੇ ਨੂੰ ਹੋ ਗਿਆ ਤੇ ਕਿਉਂ ਹੋ ਗਿਆ, ਉਹ ਅਨਿਆਏ ਕਰਦਾ ਹੀ ਨਹੀਂ। ਉਹਦੇ ਅੰਦਰ ਇਹ ਕਈ ਵਾਰ ਕਹਿੰਦੇ ਵੀ ਇਹ ਚੀਜ਼ ਡਿਕਸ਼ਨਰੀ ਅੰਦਰ ਹੀ ਨਹੀਂ ਹੈ। ਰੱਬ ਅਨਿਆਏ ਕਰਦਾ, ਉਹ ਕਰੇ ਵੀ ਕਿਉਂ, ਉਹਨੂੰ ਕੀ ਫਰਕ ਪੈ ਚੱਲਦਾ। ਅਸੀਂ ਸਾਰੇ ਉਹਦਾ ਕੀ ਵਿਗਾੜ ਲਵਾਂਗੇ ਜੇ ਅਸੀਂ ਉਹਦਾ ਕੋਈ ਵਿਗਾੜ ਸਕਨੇ ਆ। ਕਹਿੰਦੇ ਕੀਤੇ ਕਾ ਨਾ ਹੀ ਕਹਿ ਚਾਕੇ, ਕੀਤੇ ਕਾ ਅਸੀਂ ਉਹਦੇ ਕ੍ਰੀਏਟਡ ਬੀਇੰਗਸ ਆ। ਸਾਡਾ ਉਹਦੇ ਅੱਗੇ ਕੀ ਵਸ ਚੱਲਦਾ। ਉਹ ਕਰਦਾ ਜੋ ਕਰਦਾ, ਉਹ ਨਿਆਂ ਹੀ ਕਰਦਾ। ਪੂਰਾ ਨਿਆਂ ਕਰੇ ਕਰਤਾਰ, ਆਪਣੇ ਦਾਸ ਕੋ ਰਾਖਨਹਾਰ। ਵੀ ਉਹ ਆਪੇ ਨਿਆਂ ਕਰੇ ਸਭ ਸੱਚ। ਉਹ ਪ੍ਰਮਾਤਮਾ ਜਿਹੜਾ ਹੈ ਨਾ, ਕਹਿੰਦਾ ਨਿਆਂ ਕਿਸੇ ਕਾ ਹੈ ਸਦ ਸਾਚਾ। ਕਹਿੰਦੇ ਫਿਰ ਕਹਿੰਦੇ ਵੀ ਉਹ ਨਿਆਂ ਪੱਕਾ, ਕਿਉਂਕਿ ਜੇ ਜੀਵਨ ਹੁਕਮਾਂ ਦੇ ਅਨੁਕੂਲ ਨਹੀਂ ਹੈ ਤੇ ਉਹਨੂੰ ਸਜ਼ਾ, ਔਰ ਜਿਹੜਾ ਜੀਵਨ ਹੁਕਮਾਂ ਦੇ ਅਨੁਕੂਲ ਹੈ ਉਹਨੂੰ ਸ਼ਾਬਾਸ਼ੀ। ਇਹ ਨਿਆਂ ਪ੍ਰਮਾਤਮਾ ਆਪ ਨਾਲ ਨਾਲ ਕਰੀ ਜਾਂਦਾ ਪਿਆ। ਕਹਿੰਦਾ ਸਾਚੇ ਸਾਚ ਮਿਲਾਏਂਦਾ। ਜਿਹੜੇ ਸੱਚੇ ਸੁੱਚੇ ਜੀਵਨ ਵਾਲੇ ਨੇ, ਉਹਨਾਂ ਨੂੰ ਉਹ ਆਪਣੀ ਸਾਂਝ ਜਿਹੜੀ ਹੈ ਨਾ, ਕਹਿੰਦੇ ਖਰੇ ਪਰਖ ਖਜ਼ਾਨੇ ਪਾਇਨ। ਜਿਹੜੇ ਖਰੇ ਜੀਵਨ ਵਾਲੇ ਨੇ, ਉਹ ਰੱਬ ਦੇ ਨਾਲ ਉਹ ਰੱਬ ਦਾ ਹਿੱਸਾ ਹੋ ਜਾਂਦੇ ਨੇ। ਵੀ ਸਾਚੇ ਸਾਚ ਮਿਲਾਏਂਦਾ, ਖਰੇ ਪਰਖ ਖਜ਼ਾਨੇ ਪਾਇਨ, ਖੋਟੇ ਸੁੱਟੀਏ ਬਾਰ ਬਾਰ। ਇਹ ਉਹਦਾ ਨਿਆਂ ਹੈ। ਇਹ ਪਰਮਾਤਮਾ ਇਸੇ ਤਰੀਕੇ ਨਾਲ ਉਹਦੇ ਹੁਕਮ ਨੇ, ਹੁਕਮਾਂ ਦੇ ਅਨੁਸਾਰ ਹੀ ਉਹ ਕੰਮ ਕਰਦਾ ਹੈ। ਹਾਂਜੀ ਜੀ ਜੀ, ਬੜੀ ਖੂਬਸੂਰਤ ਗੱਲ ਵਿੱਚ ਆਪਨੇ ਕੀਤੀ ਕਿ ਬਦਲਣਾ ਤੇ ਸਾਨੂੰ ਪੈਣਾ। ਸਾਨੂੰ ਉਸ ਹੁਕਮ ਦੇ ਮੁਤਾਬਕ ਤੁਰਨਾ। ਉੱਤਮ ਨੀਚ, ਪਹਿਲਾਂ ਤੇ ਅਸੀਂ ਪੁਰਾਣੀ ਵਿਚਾਰਾਂ ਸੁਣਨਾ ਕਰੀਏ ਨੂੰ, ਤੇ ਵਿਚਾਰਾਂ ਇਹ ਕਈ ਸੁਣਨ ਵਿੱਚ ਆਉਂਦੀਆਂ ਸਨ ਕਿ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਹੀ ਕਿਸੇ ਨੂੰ ਉੱਤਮ ਬਣਾ ਦਿੱਤਾ ਹੈ ਤੇ ਕਿਸੇ ਨੂੰ ਨੀਚ ਬਣਾ ਦਿੱਤਾ ਹੈ, ਤੇ ਉਸੇ ਆਧਾਰ ਤੇ ਡਿਫਾਈਨ ਕੀਤਾ ਜਾਂਦਾ ਸੀ ਗੁਰਬਾਣੀ ਨੂੰ। ਲੇਕਿਨ ਜਦੋਂ ਹੁਕਮੀ ਉੱਤਮ ਨੀਚ ਨੂੰ ਜਦੋਂ ਖੁੱਲ ਕੇ ਵਿਚਾਰ ਸਾਹਮਣੇ ਆਏ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀਆਂ ਵੀ ਉਸ ਮੁਤਾਬਿਕ ਜਿੰਨੀਆਂ ਵੀ ਪੰਕਤੀਆਂ, ਕਈ ਥਾਵਾਂ ਤੇ ਹੁਕਮ ਦੇ ਬਾਰੇ ਜ਼ਿਕਰ ਆਉਂਦਾ ਹੈ, ਉਹ ਸਾਰਿਆਂ ਦੇ ਅਰਥ ਕਲੀਅਰ ਹੋ ਜਾਂਦੇ ਹਨ ਕਿ ਉਸਦੇ ਹੁਕਮ ਨੂੰ ਜਿਹਨੇ ਬੁੱਝ ਲਿਆ, ਬੁੱਝ ਕੇ ਆਪਣਾ ਜੀਵਨ ਉਸਦੇ ਹੁਕਮ, ਸੱਚ ਵਾਲਾ ਹੁਕਮ ਜੀਵਨ ਬਣਾ ਲਿਆ, ਉਹ ਉੱਤਮ ਹੋ ਗਿਆ। ਜਿਹੜਾ ਹੁਕਮ ਨੂੰ ਨਾ ਬੁੱਝ ਪਾਇਆ, ਜਿਹੜਾ ਹੁਕਮ ਨੂੰ ਨਾ ਬੁੱਝ ਕੇ ਵਿਕਾਰਾਂ ਵੱਲ ਟੁਰਦਾ ਰਿਹਾ, ਉਹ ਨੀਚ ਰਹਿ ਗਿਆ। ਹੁਕਮੀ ਉੱਤਮ ਨੀਚ, ਜਦੋਂ ਇਹ ਵਿਚਾਰ ਖੁੱਲੇ ਤੇ ਇਸ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਦੇ ਜਿੰਨੇ ਵੀ ਵਿਚਾਰ ਹਨ, ਨਾਲ ਦੇ ਨਾਲ ਰਲਾ ਕੇ ਖੁੱਲਣੇ ਆਰੰਭ ਹੋ ਗਏ। ਜੀ ਬਿੰਦੀ ਬੁਆ ਜੀ। ਹਾਂਜੀ, ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਆਪੇ ਥਾਪ ਉਥਾਪ ਨਿਵਾਜੀ। ਇਹ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਹੋ ਰਹੀ ਹੈ। ਜਿਹੜਾ ਮਨ ਹੈ, ਅਗਰ ਉਸ ਨਿਚਕਾਉ ਦੇ ਵਿੱਚ ਪਹੁੰਚ ਗਿਆ ਤੇ ਫਿਰ ਉਸ ਦੇ ਸਿਸਟਮ ਦੇ ਅਨੁਸਾਰ, ਉਹਦੇ ਲਾਜ਼ ਦੇ ਹਿਸਾਬ, ਉਹ ਆਪਣੀ ਅੰਦਰ ਸ੍ਰਿਸ਼ਟੀ ਸਾਜਦਾ ਹੈ। ਔਰ ਕੀ ਸਾਜਦਾ ਹੈ? ਹੀ ਕ੍ਰੀਏਟਸ ਔਰ ਹੀ ਡਿਸਟਰॉयज। ਕ੍ਰੀਏਟ ਕੀ ਕਰੇਗਾ? ਅੱਛੇ ਗੁਣ, ਅੱਛੇ ਵਿਚਾਰ ਤੇ ਅੱਛਾ ਹੀ ਇੱਕ ਸੰਸਾਰ ਅੰਦਰ ਸਾਜਦਾ ਹੈ। ਤੇ ਉਹ ਥਾਪੇਗਾ ਕੀ? ਵਾਟ ਵਿਲ ਹੀ ਡਿਸਟਰॉय? ਜਿਹੜੇ ਅਵਗੁਣ ਹਨ, ਗਲਤ ਵਿਚਾਰ ਹੈ, ਜਿਸ ਦੇ ਨਾਲ ਦਾ ਰਾਜਾ ਹੋਮੇ ਸੀ, ਉਸ ਨੂੰ ਖਤਮ ਕਰ ਦੇਗਾ। ਹੁਣ ਜਦੋਂ ਇਹ ਸ੍ਰਿਸ਼ਟੀ ਆਪਣੇ ਅੰਦਰ ਸਾਜਦਾ ਹੈ ਤੇ ਸਮਝੋ ਕਿ ਅਗਰ ਉਸਨੇ ਆਪਣੇ ਇੱਕ ਦੇ ਵਿੱਚ
पूरी तरह पिज गया है, फिर वो न्याय भी अपने आप ही करता है, कोई बारू होर कोई नहीं करता ना, वो एक करता है, क्योंकि मन उस टाइम दे विच पहुंचया होया, उस स्थिति पहुंचया, वो अपना न्याय आप ही करता है, और जब वो अपने आप न्याय करता फिर वो आप ही आप उस इस दे नाल मिल जाता है। हाँ जी 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 ਭੂਆ ਜੀ, ਆਪ ਜੀ ਨੇ ਅੰਦਰ ਦੀ ਸ੍ਰਿਸ਼ਟੀ ਦਾ ਜ਼ਿਕਰ ਬੜੇ ਸ਼ਾਰਟ ਹੀ ਬੜਾ ਸੋਹਣਾ ਸਮਝਾਇਆ। ਜੀ ਸੁਖਿੰਦਰ ਵੀਰ ਜੀ। ਵੀਰ ਜੀ, ਅੱਜ ਦੀ ਵਿਚਾਰ ਕਰਨ ਤੋਂ ਪਹਿਲਾਂ ਨਾ ਮੈਂ ਜਿਤਨੀ ਸੰਗਤ ਆਪਣੇ ਨਾਲ ਜੁੜੀ ਹੈ ਨਾ, ਅੱਜ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ, ਇਹ ਜਿਹੜੀ ਅੱਜ ਨਾ ਇੱਕ ਤੁਕ ਆ ਰਹੀ ਹੈ ਦੂਸਰੇ ਬੰਦ ਦੀ ਪਹਿਲੀ ਤੁਕ, ਮੈਂ ਚਾਹਾਂਗਾ ਵੀ ਇਹ ਸਤਿਗੁਰੂ ਜੀ ਨੇ ਅੱਜ ਸਾਡੇ ਤੇ ਇਤਨੀ ਰਹਿਮਤ ਕਰ ਦਿੱਤੀ, ਜਿਹੜਾ ਸਾਨੂੰ ਭੁਲੇਖਾ ਸੀ ਨਾ, ਅੱਜ ਜਿਤਨਾ ਸਭ ਤੋਂ ਵੱਡਾ ਭੁਲੇਖਾ ਇਹ ਇਸ ਪਹਿਲੀ ਤੁਕ ਦੇ ਵਿੱਚ ਸਾਨੂੰ ਸਤਿਗੁਰੂ ਜੀ ਕਲੀਅਰ ਕਰਿਆ। ਮੈਂ ਚਾਹਾਂਗਾ ਜਿਤਨੇ ਸੁਣ ਰਹੇ ਨੇ ਨਾ, ਇਹ ਵਾਲੀ ਤੁਕ ਜ਼ਰੂਰ ਆਪਣੀ ਡਾਇਰੀ ਦੇ ਵਿੱਚ ਜਾਂ ਮੋਬਾਈਲ ਵਿੱਚ ਜਿੱਥੇ ਵੀ ਚਾਹੇ ਜ਼ਰੂਰ ਨੋਟ ਕਰਕੇ ਰੱਖਣ। ਦੂਸਰੇ ਬੰਦ ਦੀ ਪਹਿਲੀ ਤੁਕ, ਕਾਇਆ ਕੋਟ ਹੈ ਆਕਾਰਾ। ਵੀਰ ਜੀ, ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਜਿਤਨੇ ਵੀ ਡਾਊਟਸ ਨੇ ਨਾ, ਇਹ ਤੁਕ ਕਲੀਅਰ ਕਰੇਗੀ। ਜੇ ਅਸੀਂ ਇਸ ਤੁਕ ਨੂੰ ਅੱਜ ਸਮਝ ਲਵਾਂਗੇ ਨਾ ਵੀਰ ਜੀ, ਬਿਲਕੁਲ ਸਾਫ਼ ਮਨ ਦੇ ਨਾਲ, ਤਾਂ ਸਾਡੇ ਕੋਈ ਵੀ ਸਾਡਾ ਇੱਕ ਵੀ ਡਾਊਟ ਨਹੀਂ ਰਹਿਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦਾਂ ਦਾ ਅਰਥ ਵੀ ਬਹੁਤ ਪਿਆਰ ਦੇ ਨਾਲ ਹੋ ਜਾਏਗਾ। ਮੈਂ ਚਾਹਾਂਗਾ ਵੀ ਇਹ ਤੁਕ ਕਦੀ ਵੀ ਕੋਈ ਵੀ ਨਾ ਭੁੱਲੇ ਜਿਹੜਾ ਅੱਜ ਸੁਣ ਰਿਹਾ, ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਇਹ ਤੁਕ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਕਰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਆਧਾਰ ਹੈ ਇਹ ਵਾਲੀ ਤੁਕ ਅੱਜ ਵਾਲੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜਿੱਥੋਂ ਸ਼ੁਰੂ ਕਰਦੇ ਸੀ ਨਾ ਜਪਜੀ ਸਾਹਿਬ, ਉੱਥੇ ਉਹਨਾਂ ਨੇ ਕਿਹਾ ਹੁਕਮੀ ਹੋਵਨ ਆਕਾਰ। ਕਹਿੰਦੇ ਨੇ ਹੁਕਮੀ ਨੇ ਆਪਣੇ ਹੁਕਮ ਦੇ ਵਿੱਚ ਜਿਹੜਾ ਆਕਾਰ ਕੀਤਾ ਹੈ, ਆਕਾਰ ਸਾਜਿਆ, ਜਿਸ ਨੂੰ ਸ੍ਰਿਸ਼ਟੀ ਸਾਜੀ ਕਹਿੰਦੇ, ਜਿਸ ਨੂੰ ਅੱਜ ਪਹਿਲੇ ਬੰਦ ਵਿੱਚ ਆਪਣੇ ਨੇ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ। ਆਪੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਆਪੇ ਗੁਣ ਆਪੇ ਗੁਣਕਾਰੀ, ਆਪ ਸਤ ਕੀਆ ਸਭ ਸਤ। ਸਤ ਨੂੰ ਹੀ ਆਪੇ ਕਿਹਾ ਜਾ ਰਿਹਾ ਹੈ, ਹੁਕਮੀ ਨੂੰ ਹੀ ਆਪੇ ਕਿਹਾ ਜਾ ਰਿਹਾ ਹੈ, ਗੁਣੀ ਨੂੰ ਵੀ ਆਪੇ ਕਿਹਾ ਜਾ ਰਿਹਾ ਹੈ। ਆਪ ਸਤਿਗੁਰੂ ਜੀ ਨੂੰ ਆਪੇ ਕਹਿੰਦੇ। ਸਤਿਗੁਰੂ ਜੀ ਨੇ ਹੁਕਮ ਦੇ ਵਿੱਚ ਆਪਣੀ ਸ੍ਰਿਸ਼ਟੀ ਸਾਜੀ। ਉਹ ਸ੍ਰਿਸ਼ਟੀ ਜਿਸ ਨੂੰ ਆਖਦੇ ਉਸੇ ਨੂੰ ਆਕਾਰ ਬੋਲਦੇ ਆ ਗੁਰਬਾਣੀ, ਇਸ ਨੂੰ ਆਖਦੇ ਨੇ ਨਾ ਹੁਕਮੀ ਹੋਵਨ ਆਕਾਰ, ਇੱਥੇ ਉਸੇ ਨੂੰ ਆਖ ਰਹੇ ਨੇ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ। ਉੱਥੇ ਕਹਿ ਰਹੇ ਨੇ ਆਕਾਰ ਉਰੇ ਸ੍ਰਿਸ਼ਟੀ, ਨੀਚੇ ਫਿਰ ਖੋਲ ਦਿੱਤਾ ਸਤਿਗੁਰੂ ਨੇ। ਸ੍ਰਿਸ਼ਟੀ ਗੁਰਬਾਣੀ ਸ੍ਰਿਸ਼ਟੀ ਕਿਸ ਨੂੰ ਆਖਦੀ ਹੈ, ਆਕਾਰ ਕਿਸ ਨੂੰ ਆਖਦੀ ਹੈ। ਜਿਹੜਾ ਜਪਜੀ ਸਾਹਿਬ ਦੇ ਵਿੱਚ ਜਿਹੜਾ ਸਟਾਰਟ ਹੁੰਦਾ ਹੈ ਨਾ, ਸ਼ਲੋਕ ਤੋਂ ਬਾਅਦ ਇਹ ਵਾਲੀ ਗੱਲ ਸ਼ੁਰੂ ਹੁੰਦੀ ਹੈ ਵੀ ਕਿਵ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟਾ ਪਾ ਹੁਕਮ ਹृदय ਚੱਲਾ ਨਾਨਕ ਲਿਖਿਆ ਨਾ। ਉੱਥੋਂ ਫਿਰ ਅੱਗੋਂ ਸਚਿਆਰਾ ਬਣਨ ਦੀ ਜਿਹੜੀ ਸਭ ਤੋਂ ਪਹਿਲੀ ਤੁਕ ਸਤਿਗੁਰੂ ਜੀ ਨੇ ਸਾਨੂੰ ਸਮਝਾਈ, ਕਹਿੰਦੇ ਨੇ ਹੁਕਮੀ ਹੋਵਨ ਆਕਾਰ। ਅੱਜ ਇਸ ਤੁਕ ਦੇ ਵਿੱਚ ਸਤਿਗੁਰੂ ਜੀ ਉਸ ਆਕਾਰ ਨੂੰ ਖੋਲ ਰਹੇ ਹਨ ਵੀ ਉਹ ਆਕਾਰ ਕਿਹੜਾ ਹੈ। ਉਹ ਕਾਰ ਹੈ ਕਾਇਆ ਕੋਟ ਹੈ ਆਕਾਰਾ। ਗੁਰਬਾਣੀ ਦੇ ਵਿੱਚ ਜਿਹੜਾ ਆਕਾਰ ਦੀ ਗੱਲ ਹੋਏਗੀ ਵੀਰ ਜੀ, ਜਿੱਥੇ ਵੀ ਹੋਏਗੀ, ਜਿਸ ਨੂੰ ਆਪਾਂ ਕਹਿੰਦੇ ਨੇ ਦੂਈ ਕੁਦਰਤ ਸਾਜੀ ਹੈ, ਉਹ ਕਾਇਆ ਰੂਪੀ ਕੁਦਰਤ ਦੀ ਗੱਲ ਗੁਰਬਾਣੀ ਕਰੇਗੀ। ਹੁਕਮੀ ਹੋਵਨ ਆਕਾਰ, ਕਾਇਆ ਕੋਟ ਦਾ, ਕਾਇਆ ਕੋਟ ਦੇ ਵਿੱਚ ਜਿਹੜਾ ਆਕਾਰ, ਕਾਇਆ ਕੋਟ ਰੂਪੀ ਆਕਾਰ। ਅਗਰ ਸਾਡਾ ਇਹ ਵਾਲੀ ਤੁਕ ਸਾਡੀ ਕਲੀਅਰ ਹੋ ਜਾਏਗੀ, ਮੈਂ ਅੱਜ ਸਾਰੀ ਸਾਧ ਸੰਗਤ ਨੂੰ ਬੇਨਤੀ ਕਰ ਰਿਹਾ ਕਿ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਇੱਕ ਸ਼ਬਦ ਦਾ ਅਰਥ ਹੋ ਜਾਣਗੇ। ਜੇ ਅਸੀਂ ਅੱਜ ਇਸ ਤੁਕ ਨੂੰ ਨਹੀਂ ਸਮਝ ਪਾਵਾਂਗੇ, ਸਾਨੂੰ ਗੁਰਬਾਣੀ ਦੇ ਅਰਥਾਂ ਨਾਲ ਅਸੀਂ ਨਹੀਂ ਨਹੀਂ ਸਮਝ ਪਾਵਾਂਗੇ, ਤੇ ਉਹਦੇ ਅਨਰਥ ਹੀ ਕਰਦੇ ਰਵਾਂਗੇ ਸਾਰੀ ਉਮਰ। ਜੇ ਅਸੀਂ ਅੱਜ ਨਿਰਮਲ ਮਨ ਦੇ ਨਾਲ, ਸਾਫ਼ ਮਨ ਦੇ ਨਾਲ ਭਾਂਡਾ ਖਾਲੀ ਕਰਕੇ ਅੱਜ ਅਸੀਂ ਇਹ ਵਾਲੀ ਸਤਿਗੁਰੂ ਜੀ ਦੀ ਦੱਸੀ ਹੋਈ ਮੱਤ ਲੈ ਲਈਏ ਕਿ ਕਾਇਆ ਕੋਟ ਹੈ ਆਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਜਿਸ ਨੂੰ ਆਕਾਰ ਬੋਲਦੇ ਨੇ, ਉਹ ਕਾਇਆ ਕੋਟ ਦੇ ਵਿੱਚ ਆਕਾਰ ਬਣਦਾ ਹੈ। ਅੰਦਰਲੀ ਸ੍ਰਿਸ਼ਟੀ ਦੀ ਗੱਲ, ਇਸ ਕਾਇਆ ਰੂਪੀ ਸ੍ਰਿਸ਼ਟੀ ਦੀ ਗੱਲ ਗੁਰਬਾਣੀ ਕਰਦੀ ਹੈ। ਜਿਸ ਨੂੰ ਉੱਪਰ ਸ੍ਰਿਸ਼ਟ ਆਖ ਰਹੇ ਨੇ, ਉਸ ਨੂੰ ਦੱਸ ਰਹੇ ਨੇ ਉਹ ਕਾਇਆ ਕੋਟ ਰੂਪੀ ਸ੍ਰਿਸ਼ਟ, ਕਾਇਆ ਕੋਟ ਰੂਪੀ ਆਕਾਰ। ਇਹ ਮਨ ਸਾਜਦਾ ਹੈ। ਹੁਣ ਜਦੋਂ ਜਿਸ ਨੂੰ ਉੱਪਰ ਆਖ ਰਹੇ ਨੇ ਨਾ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਅੱਗੇ ਕਹਿੰਦੇ ਨੇ ਇਹ ਜਿਹੜੀ ਸ੍ਰਿਸ਼ਟੀ ਹੁਕਮ ਵਿੱਚ ਸਾਜੀ ਹੈ ਨਾ, ਕਾਇਆ ਕੋਟ ਰੂਪੀ ਆਕਾਰ, ਕਾਇਆ ਕੋਟ ਰੂਪੀ ਆਕਾਰ, ਇਹ ਪਹਿਲਾਂ ਵੀ ਸੀ। ਕਾਇਆ ਤਾਂ ਹਮੇਸ਼ਾ ਸੀ ਆਪਣੀ, ਲੇਕਿਨ ਹੁਣ ਆਪਣੀ ਜਿਹੜੀ ਇਹ ਕਾਇਆ ਹੈ, ਇਹਦੇ ਅੰਦਰ ਕੀ ਚੱਲ ਰਿਹਾ। ਅਗਲੇ ਬੰਦ ਦੇ ਵਿੱਚ, ਮੈਂ ਅਗਲਾ ਬੰਦ ਨਾ ਲੇਟ ਕਰਕੇ ਨਾਲ ਇਹ ਸ਼ਬਦ ਅਰਥ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਗਲੇ ਬੰਦ ਵਿਚਾਰੇ ਕਹਿੰਦੇ ਨੇ ਪਹਿਲਾਂ ਸਾਡੇ ਇਸ ਕਾਇਆ ਰੂਪੀ ਆਕਾਰ ਵਿੱਚ ਕੀ ਸੀ, ਕਹਿੰਦੇ ਨੇ ਮਾਇਆ ਮੋਹ ਪਸਰਿਆ ਪਾਸਾ। ਸਾਡੇ ਇਸ ਪੂਰੇ ਆਕਾਰ ਦੇ ਵਿੱਚ, ਇਸ ਅੰਦਰਲੀ ਸ੍ਰਿਸ਼ਟੀ ਵਿੱਚ, ਖੰਡ ਵਿੱਚ ਛੋਟੀ ਤੋਂ ਛੋਟੀ ਜਗ੍ਹਾ ਦੇ ਵਿੱਚ ਵੀ ਮਾਇਆ ਦਾ ਮੋਹ ਪਸਰਿਆ ਹੋਇਆ ਸੀ।
ਇਹ ਆਕਾਰ ਸਾਡਾ ਬਣਿਆ ਹੋਇਆ ਸੀ। ਇਹ ਹਜੇ ਹੁਕਮ ਵਿੱਚ ਇਹ ਆਕਾਰ ਨਹੀਂ ਸੀ, ਹੁਕਮ ਵਿੱਚ ਇਹ ਕਾਇਆ ਕੋਟ ਨਹੀਂ ਸੀ, ਇਹ ਆਕਾਰ ਸ੍ਰਿਸ਼ਟੀ ਸਿਰਜਿਆ। ਹੁਣ ਕਹਿੰਦੇ ਕੀ ਕੀਤਾ, ਕਹਿੰਦੇ ਨੇ ਆਪੇ ਥਾਪ। ਕੀ ਥਾਪਿਆ? ਕੀ ਕਹਿੰਦੇ ਜਪਜੀ ਸਾਹਿਬ ਵਿੱਚ ਆਉਂਦੇ ਨੇ, ਕਹਿੰਦੇ ਨੇ ਸੰਤੋਖ ਥਾਪ ਰੱਖਿਆ ਜਿੰਦ ਸੂਤ। ਪਹਿਲੀ ਸਾਡੀ ਸ੍ਰਿਸ਼ਟੀ ਦਾ ਆਧਾਰ ਸੀ, ਪਹਿਲੇ ਸਾਡੀ ਸ੍ਰਿਸ਼ਟੀ ਆਮ ਦੁਨੀਆ ਦੇ ਵਿੱਚ ਇਹ ਮਨੋਤ ਹੈ, ਇਹ ਮੰਨਿਆ ਜਾਂਦਾ, ਦੁਨੀਆ ਦੀ ਇਹ ਵਿਚਾਰਧਾਰਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਧਰਤੀ ਨੂੰ, ਇਸ ਦੁਨੀਆ ਨੂੰ ਧੌਲੇ ਬਲਦ ਨੇ ਚੱਕਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਉਹ ਧੌਲਾ ਬਲਦ ਸੀ ਨਾ ਤੁਹਾਡਾ, ਸੀ ਮਾਇਆ ਮੋਹ ਦਾ। ਕਹਿੰਦੇ ਨੇ ਹੁਣ ਜਿਹੜੀ ਨਵੀਂ ਸ੍ਰਿਸ਼ਟ ਹੁਕਮ ਵਿੱਚ ਸੱਜਦੀ ਹੈ, ਇਹ ਨਵੀਂ ਹੁਕਮ ਦੇ ਵਿੱਚ ਜਿਹੜਾ ਕਾਇਆ ਕੋਟ ਰੂਪੀ ਆਕਾਰ ਸ੍ਰਿਸ਼ਟੀ ਸੱਜਦੀ ਹੈ, ਇਹਦੇ ਵਿੱਚ ਧੌਲ ਬਲਦ ਕਿਹੜਾ ਹੁੰਦਾ ਹੈ? ਧੌਲ ਧਰਮ। ਧਰਮ ਰੂਪੀ ਕਹਿੰਦੇ ਹੁਣ ਹੁਕਮ ਵਿੱਚ ਅਸੀਂ ਸ੍ਰਿਸ਼ਟੀ ਸਾਜੀ, ਉਸ ਸ੍ਰਿਸ਼ਟੀ ਦਾ ਆਧਾਰ ਕੀ ਹੈ? ਧਰਮ। ਔਰ ਉਹਦੇ ਉਸ ਸ੍ਰਿਸ਼ਟੀ ਧਰਮ ਕਿਹਦੇ ਨਾਲ, ਕਿਸ ਦਾ ਪੁੱਤਰ ਹੈ? ਕਹਿੰਦੇ ਦਇਆ ਕਾ ਪੁੱਤ। ਦਇਆ ਕਰਕੇ, ਧਰਮ ਕਰਕੇ। ਫਿਰ ਅੱਗੇ ਕਹਿੰਦੇ ਨੇ ਸੰਤੋਖ ਥਾਪ। ਪਹਿਲਾਂ ਇਹਦੇ ਵਿੱਚ ਕੀ ਥਾਪਿਆ ਹੋਇਆ ਸੀ? ਸਾਡੀ ਸ੍ਰਿਸ਼ਟੀ ਵਿੱਚ ਕੀ ਚੱਲ ਰਿਹਾ ਸੀ? ਮਾਇਆ ਮੋਹ। ਮਾਇਆ ਮੋਹ ਨੂੰ ਉਥਾਪਿਆ, ਮਾਇਆ ਮੋਹ ਨੂੰ ਨਾਸ਼ ਕੀਤਾ ਤੇ ਸੰਤੋਖ ਨੂੰ ਥਾਪਿਆ। ਸੰਤੋਖ ਤੋਂ ਆਪੋਜ਼ਿਟ ਕੀ ਹੁੰਦਾ ਹੈ? ਤ੍ਰਿਸ਼ਨਾ, ਭਟਕਣਾ, ਭਰਮ, ਜਿਸ ਨੂੰ ਅਗਲੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਆਖਣਗੇ ਬਿਨ ਸ਼ਬਦ ਹੈ ਭਸਮੈ ਕੀ ਢੇਰੀ, ਖੇਹੂ ਖੇ ਰਲਾਇੰਦਾ। ਉਸਨੂੰ ਭਰਮਾਂ ਦੀ ਢੇਰੀ, ਭਸਮ ਦੀ ਢੇਰੀ ਆਖ ਰਹੇ ਨੇ ਸਤਿਗੁਰੂ ਜੀ। ਮਾਇਆ ਦੇ ਮੋਹ ਰੂਪੀ ਪਹਿਲਾਂ ਸਾਡੀ ਸ੍ਰਿਸ਼ਟੀ ਥਾਪੀ ਗਈ ਸੀ, ਉਸਨੂੰ ਸਤਿਗੁਰੂ ਜੀ ਨੇ ਉਥਾਪਿਆ। ਅੰਦਰੋਂ ਮਾਇਆ ਦਾ ਮੋਹ ਖਤਮ ਕਰਕੇ ਉੱਥੇ ਸੰਤੋਖ ਨੂੰ ਥਾਪਿਆ। ਉਸ ਤੇ ਸੰਤੋਖ ਨੂੰ ਥਾਪ ਕੇ ਨਿਵਾਜਿਆ ਸਾਰੀ ਸ੍ਰਿਸ਼ਟੀ ਸਵਾਰੀ। ਪਹਿਲਾਂ ਇਹ ਸ੍ਰਿਸ਼ਟੀ ਭਸਮ ਦੀ ਢੇਰੀ ਹੋਈ ਪਈ ਸੀ, ਖੇਹ ਵਿੱਚ ਰੁਲੀ ਹੋਈ ਸੀ, ਖੇਹ ਵਿੱਚ ਉਸ ਮਾਇਆ ਦੇ ਮੋਹ ਵਿੱਚ ਖੇਹ ਹੋਇਆ ਪਿਆ ਸੀ ਸਾਡਾ ਇਹ ਸਾਰਾ ਆਕਾਰ ਪਹਿਲਾਂ ਹੀ ਸੀ, ਲੇਕਿਨ ਉਹ ਪਹਿਲੇ ਆਕਾਰ ਨੂੰ ਉਥਾਪਿਆ। ਮਾਇਆ ਦਾ ਮੋਹ ਜਿਹੜਾ ਪਸਰਿਆ ਹੋਇਆ ਸੀ ਪੂਰੇ ਆਕਾਰ ਦੇ ਵਿੱਚ, ਉਸ ਨੂੰ ਖਤਮ ਕੀਤਾ। ਫਿਰ ਇੱਥੇ ਉਸ ਮਨ ਦੀ ਗੱਲ ਕਰੀਏ ਜਿਹੜੇ ਮਨ ਨੇ ਪਹਿਲਾਂ ਆਪ ਸਤਿਗੁਰੂ ਜੀ ਦਾ ਹੁਕਮ ਵਿੱਚ ਚੱਲਣਾ ਆਰੰਭ ਕਰ ਦਿੱਤਾ। ਫਿਰ ਉਸ ਦਾ ਜਿਹੜਾ ਅੰਦਰਲੀ ਸ੍ਰਿਸ਼ਟੀ ਜੀ ਜੋ ਪਹਿਲਾਂ ਮਾਇਆ ਦੇ ਮੋਹ ਵਿੱਚ ਚੱਲ ਰਹੀ ਸੀ, ਉੱਥੇ ਵੀ ਹੁਕਮ ਦਾ ਪਸਾਰਾ ਕੀਤਾ। ਉਸ ਪੂਰੀ ਅੰਦਰਲੇ ਕਾਇਆ ਕੋਟ ਰੂਪੀ ਆਕਾਰ ਨੂੰ, ਕਾਇਆ ਕੋਟ ਰੂਪੀ ਸ੍ਰਿਸ਼ਟੀ ਨੂੰ ਵੀ ਹੁਕਮ ਦੇ ਵਿੱਚ ਚਲਾਉਣਾ ਸ਼ੁਰੂ ਕੀਤਾ। ਹੁਕਮ ਵਿੱਚ ਜਦੋਂ ਸਾਰੇ ਚਲੇ, ਉਹਨੂੰ ਕਹਿੰਦੇ ਨੇ ਆਪੇ ਨਿਆਉ ਕਰੇ ਸਭ ਸਾਚਾ। ਜਿਹੜੇ ਮਨ ਨੂੰ ਸੱਚ ਪ੍ਰਾਪਤ ਹੋ ਜਾਂਦਾ ਹੈ, ਜਿਹੜੇ ਮਨ ਨੂੰ ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਹੁੰਦਾ ਹੈ, ਉਹ ਆਪ ਸੱਚ ਵਿੱਚ ਚੱਲਦਾ ਹੈ ਤੇ ਸਾਚ ਵਿੱਚ ਮਿਲਾਇੰਦਾ ਹੈ ਤੇ ਸਾਰਿਆਂ ਨੂੰ ਸੱਚੇ ਕਰਦਾ ਹੈ। ਕਾਇਆ ਕੋਟ ਦੇ ਵਿੱਚ ਅੰਦਰ ਜਿਤਨੇ ਜੀ ਜੰਤ ਆਪਾਂ ਗੱਲ ਕਰਦੇ ਆ ਨਾ, ਉਹਦਾ ਪਰਿਵਾਰ, ਉਹਦੇ ਰਈਅਤ ਕਹਿ ਲਈਏ, ਉਹ ਜੀ ਜੰਤ ਕਹਿ ਲਈਏ, ਇੰਦਰੇ ਗਿਆਨ ਇੰਦਰੇ ਰੋਮ ਰੋਮ ਕਹਿ ਲਈਏ, ਉਹ ਸਾਰਿਆਂ ਨੂੰ ਵੀ ਉਹ ਸਾਚੇ ਕਰਦਾ। ਪਰ ਕਿਵੇਂ? ਸਾਚ ਵਿੱਚ ਮਿਲਾ ਕੇ। ਆਪੇ ਇਹ ਉਹਦਾ ਸੱਚਾ ਨਿਆਂ ਹੋ ਜਾਂਦਾ। ਕਿਉਂ? ਕਿਉਂਕਿ ਉਹ ਸਾਚਾ ਸਾਹਿਬ ਸਾਚ ਨਾਏ ਹੋ ਜਾਂਦਾ ਹੈ, ਉਹਦਾ ਨਿਆਂ ਵੀ ਸੱਚਾ ਹੋ ਜਾਂਦਾ ਹੈ, ਉਹ ਆਪ ਵੀ ਸੱਚਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹ ਆਪ ਹੁਕਮ ਦੇ ਵਿੱਚ ਚੱਲਿਆ ਤੇ ਉਸਨੇ ਆਪਣੀ ਅੰਦਰ ਹੁਕਮ ਵਿੱਚ ਸ੍ਰਿਸ਼ਟੀ ਸਾਜੀ। ਸ੍ਰਿਸ਼ਟੀ ਕਿਸ ਨੂੰ ਆਖਦੇ ਨੇ? ਕਾਇਆ ਕੋਟ ਨੂੰ। ਅਸੀਂ ਅਗਰ ਇਸ ਤੁਕ ਨੂੰ ਬਿਲਕੁਲ ਸਾਫ਼ ਮਨ ਦੇ ਨਾਲ ਅੱਜ ਸਮਝ ਜਾਵਾਂਗੇ ਤਾਂ ਅਸੀਂ ਅੱਜ ਤੋਂ ਬਾਅਦ ਜਿੱਥੇ ਵੀ ਗੁਰਬਾਣੀ ਵਿੱਚ ਆਕਾਰ ਆਏਗਾ, ਸ੍ਰਿਸ਼ਟੀ ਆਏਗੀ, ਅਸੀਂ ਉਹਦੇ ਅਰਥ ਕਾਇਆ ਕੋਟ ਕਰਾਂਗੇ। ਹਾਂਜੀ ਜੀ ਵੀਰ ਜੀ, ਦੂਜਾ ਪਦਾ ਨਾਲ ਲਾ ਕੇ ਆਪ ਜੀ ਨੇ ਬੜੀ ਖੂਬਸੂਰਤੀ ਨਾਲ ਖੋਲਿਆ ਪੂਰਾ, ਬਹੁਤ ਚੰਗੇ ਤਰੀਕੇ ਦੇ ਨਾਲ। ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਬਿਨ ਸ਼ਬਦੈ ਭਸਮੇ ਕੀ ਢੇਰੀ, ਖੇਹੂ ਖੇ ਰਲਾਇੰਦਾ। ਕਾਇਆ ਕੋਟ ਹੈ ਆਕਾਰਾ। ਇਹ ਕਾਇਆ ਕੋਟ ਵੀਰ ਜੀ ਨੇ ਬਹੁਤ ਚੰਗੀ ਤਰ੍ਹਾਂ ਕੋਟ ਨੂੰ ਵੀ ਅਸੀਂ ਧਿਆਨ ਦੇ ਲਈ ਵੀਰ ਜੀ ਨੇ ਖੋਲ ਦਿੱਤਾ, ਸਮਝਾ ਦਿੱਤਾ। ਬਿਲਕੁਲ ਉਸੇ ਮੁਤਾबिक ਕੋਟ ਨੂੰ ਸਮਝ ਲਈਏ, ਕੋਟ ਦੇ ਸਪੈਲਿੰਗ ਵੱਲ ਧਿਆਨ ਦੇ ਲਈਏ। ਕੋਟ ਜਿਹੜਾ ਇਸ ਰੂਪ ਵਿੱਚ ਆਇਆ, ਟਾਕਰ ਨੂੰ ਔਂਕੜ ਲੱਗੀ ਹੋਈ ਹੈ ਤੇ ਇੱਕ ਵਚਨ ਦੇ ਰੂਪ ਵਿੱਚ ਆਇਆ ਕਿਲਾ। ਜਦੋਂ ਔਂਕੜ ਹਟ ਜਾਏਗੀ ਤੇ ਬਹੁਵਚਨ ਹੋ ਜਾਏਗਾ ਕਿਲੇ। ਔਰ ਜਦੋਂ ਟਾ ਅੱਖਰ ਨੂੰ ਸਿਹਾਰੀ ਲੱਗ ਜਾਏਗੀ ਤੇ ਉਹ ਗਿਣਤੀ ਦਾ ਕਰੋੜ ਬਣ ਜਾਏਗਾ। ਇੱਥੇ ਜਿਹੜਾ ਕਿਲਾ ਕਰਕੇ ਆਇਆ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਇਸ ਕਾਇਆ ਰੂਪ ਕਿਲੇ ਦੇ ਅੰਦਰ ਮਾਇਆ ਦਾ ਪਸਾਰਾ ਖਿਲ ਰਿਹਾ ਪਿਆ। ਮਾਇਆ ਜਿਹੜੀ ਹੈ, ਮਾਇਆ ਦੇ ਮੋਹ ਦੇ ਪ੍ਰਭਾਵ ਹੇਠ
ਅਸੀਂ ਸਾਰੇ ਕਾਰ ਵਿਹਾਰ ਕਰ ਰਹੇ ਹਾਂ। ਬਿਨ ਸ਼ਬਦੇ ਭਸਮੇ ਕੀ ਢੇਰੀ ਖੇਹੂ ਖੇ ਰਲਾਇੰਦਾ। ਹੁਣ ਇੱਥੇ ਥੋੜਾ ਜਿਹਾ ਰੁਕ ਕੇ ਵਿਚਾਰ ਕਰਨ ਦੀ ਲੋੜ ਹੈ। ਬਿਨ ਸ਼ਬਦੇ ਭਸਮੇ ਕੀ ਢੇਰੀ, ਗੁਰੂ ਸਾਹਿਬ ਕਹਿ ਰਹੇ ਸ਼ਬਦ ਤੋਂ ਬਿਨਾਂ ਇਹ ਸਰੀਰ ਭਸਮ ਦੀ ਢੇਰੀ ਹੈ। ਜੇ ਸ਼ਬਦ ਅੰਦਰ ਵਸ ਗਿਆ ਤਾਂ ਵੀ ਭਸਮ ਦੀ ਢੇਰੀ ਹੈ, ਅਖੀਰ ਇਸ ਤੇ ਮਿੱਟੀ ਹੈ, ਮਿੱਟੀ 'ਚ ਮਿਲ ਜਾਣਾ। ਖੇਹੂ ਖੇ ਰਲਾਇੰਦਾ, ਖੇਹੂ ਖੇ ਮਿੱਟੀ ਨੇ ਤੇ ਮਿੱਟੀ ਵਿੱਚ ਹੀ ਮਿਲ ਜਾਣਾ। ਪਰ ਗੁਰੂ ਸਾਹਿਬ ਕੀ ਸਮਝਾਣਾ ਕਰ ਰਹੇ ਹਨ, ਬਿਨ ਸ਼ਬਦੇ ਭਸਮੇ ਕੀ ਢੇਰੀ ਖੇਹੂ ਖੇ ਰਲਾਇੰਦਾ। ਅਸੀਂ ਇੱਕ ਪੰਕਤੀ ਅਕਸਰ ਇਸਤੇਮਾਲ ਕਰਦੇ ਹਾਂ ਆਮ ਜੀਵਨ ਵਿੱਚ ਵੀ, ਤੂੰ ਇਹ ਕੰਮ ਕਰਕੇ ਮੇਰੀ ਇੱਜ਼ਤ ਮਿੱਟੀ ਵਿੱਚ ਰਲਾ ਦਿੱਤੀ ਹੈ, ਮੇਰੀ ਇੱਜ਼ਤ ਤੂੰ ਮਿੱਟੀ ਵਿੱਚ ਮਿਲਾ ਦਿੱਤੀ ਹੈ, ਮੇਰੀ ਅੱਜ ਇੱਜ਼ਤ ਮਿੱਟੀ ਵਿੱਚ ਰਲ ਗਈ ਹੈ। ਗੁਰੂ ਸਾਹਿਬ ਇੱਥੇ ਬਿਨ ਸ਼ਬਦੇ ਭਸਮੇ ਕੀ ਢੇਰੀ ਕਹਿੰਦੇ ਸ਼ਬਦ ਅੰਦਰ ਨਹੀਂ ਹੈ ਤੇ ਕਾਰ ਵਿਹਾਰ ਕਿਹੜੇ ਕਰ ਰਿਹਾ ਹੈ, ਜਿਹੜੀ ਇੱਜ਼ਤ ਮਿੱਟੀ ਵਿੱਚ ਰਲਣ ਵਾਲੇ, ਜਿਹੜੀ ਇੱਜ਼ਤ ਨੂੰ ਮਿੱਟੀ ਵਿੱਚ ਰਲਾਉਣ ਵਾਲੇ ਕਰਮ ਕਰੀ ਜਾ ਰਿਹਾ ਹੈ। ਖੇਹੂ ਖੇ ਰਲਾਇੰਦਾ, ਵਿਕਾਰਾਂ ਦੀ ਅਧੀਨਗੀ ਵਿੱਚ ਉਹ ਕੰਮ ਕਰੀ ਜਾ ਰਿਹਾ ਹੈ ਜਿਸ ਦੇ ਨਾਲ ਐਸੀ ਇੱਜ਼ਤ ਜਿਹੜੀ ਹੈ ਇਹ ਗਵਾਈ ਜਾ ਰਿਹਾ ਹੈ, ਮਿੱਟੀ ਵਿੱਚ ਦੀ ਇੱਜ਼ਤ ਰੁਲਦੀ ਜਾ ਰਹੀ ਹੈ। ਜੀ ਅਰਵਿੰਦ ਵਿਜੇ। पंक्ति कह रही है, काया कोट है आकारा। जितने काया रूपी आकार सानू दिसदे पए ने ना दुनिया विच, जितने भी काया रूपी आकार सानू दिसदे पए ने ओ मानो एक मजबूत किले दे न्याई ने। अज कहने भी तन में मनुआ मन में साचा, भी ओ जितने शरीर सानू ओ इको जिहड़ा शब्द आंदा है भी ओ असी अगली पंक्ति भी कहंदे भी काया कोट है आकारा माया मोह पसरिया पासारा। और ਇਹਦੇ ਵਿੱਚ ਹੀ ਜਿਹੜੀ ਕਾਇਆ ਰੂਪੀ ਆਕਾਰ ਜਿਹੜਾ ਰੱਬ ਨੇ ਪੈਦਾ ਕੀਤਾ ਹੈ ਨਾ, ਉਹਦੇ ਵਿੱਚ ਇਹਨੇ ਕਹਿੰਦਾ ਮਾਇਆ ਮਮਤਾ ਕਰਤੇ ਲਾਈ ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਸਾਡਾ ਜਿਹੜਾ ਕਾਇਆ ਹੈ ਨਾ, ਜਿਹੜੀ ਆਕਾਰ ਕਾਇਆ ਰੂਪੀ ਆਕਾਰ ਹੈ, ਇਹ ਮਾਨੋ ਬੜੇ ਮਜ਼ਬੂਤ ਕਿਲੇ ਦੀ ਨਿਆਈ ਹੈ। ਜਦੋਂ ਇਸ ਨੂੰ ਐਕਸਪਲੇਨ ਕਰਨ ਵਾਸਤੇ ਜਿਹੜਾ ਭਗਤ ਕਬੀਰ ਜੀ ਦਾ ਸ਼ਬਦ ਆਉਂਦਾ ਹੈ, ਕਿਉਂ ਲੀਜੇ ਗੜ ਬੰਕਾ ਪਾਈ। ਅਸੀਂ ਜਿਹੜਾ ਸਾਡਾ ਕਿਲਾ ਰੂਪੀ ਸਾਡਾ ਜਿਹੜੀ ਦੇਹ ਹੈ, ਉਹਦੇ ਉੱਤੇ ਅਸੀਂ ਕੰਟਰੋਲ, ਇਹਨੂੰ ਮਾਇਆ ਦਾ ਪ੍ਰਭਾਵ ਤੇ ਪਿਆ ਹੋਇਆ ਹੈ। ਕਹਿੰਦੇ ਇਹਦੇ ਉੱਤੇ ਅਸੀਂ ਕਿਵੇਂ ਕੰਟਰੋਲ ਕੀਜੀਏ, ਕਿਉਂਕਿ ਮਨ ਜਿਹੜਾ ਹੈ ਨਾ, ਉਹ ਮਨ ਬਹੁਤ ਸਾਰੀਆਂ ਤਾਕਤਾਂ ਲੈ ਕੇ ਮਨ ਨੂੰ ਅੰਦਰ ਬੈਠਿਆ ਹੋਇਆ। ਵੀ ਉਹ ਕਿਉਂ ਲੀਜੇ ਗੜ ਬੰਕਾ ਭਾਈ, ਕਹਿੰਦੇ 2 ਵਰ ਕੋਟ ਅਰ ਤੇਵਰ ਖਾਈ 5 25 मोह मद मत्सर आडी परबल माया जन गरीब को जोर ना पहुंचे कहां करो रुगराया। ਇਹਦੇ ਕੋਲ ਕਿਹੜੀਆਂ ਤਾਕਤਾਂ ਲੈ ਕੇ ਬੈਠਿਆ ਹੋਇਆ, ਇਹ ਕਿਲਾ ਬਣਾ ਕੇ ਬੈਠਿਆ ਹੋਇਆ। ਮਨ ਜਿਹੜਾ ਹੈ ਨਾ, ਉਹ ਮਨ ਬਾਗੀ ਹੋ ਕੇ ਕਿਹੜੇ ਰੂਪੇ, ਕਹਿੰਦੇ ਕਾਮ ਕੀ ਵਾਰੀ, ਜਿਹੜਾ ਕਾਮ ਪ੍ਰਤੀ ਹੈ ਉਹਦਾ ਜਿਹੜਾ ਕਿਵਾੜ ਖੋਲਣ ਵਾਲਾ, ਕਹਿੰਦੇ ਕਾਮ ਕੀ ਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ क्रोध प्रधान महापड़ दूंदर तह मन मावासी राजा। स्वाद सनाहा ਜ਼ਬਾਨਾਂ ਦੇ ਸਵਾਦ, ਚਸਕੇ, ਸੁਣਨ ਦਾ ਚਸਕਾ, ਬੋਲਣ ਦਾ ਚਸਕਾ, ਕਹਿੰਦੇ ਇਹ ਉਹਨੇ ਮਨ ਨੇ ਸਨਾਹ ਪਾਈ ਹੋਈ ਆਪਣੇ ਉੱਤੇ, ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ। ਜਿਹੜਾ ਉਹ ਗੁਰੂ ਦੇ ਗਿਆਨ ਨੂੰ ਜਲਦੀ ਐਕਸੈਪਟ ਨਹੀਂ ਕਰਨਾ ਚਾਹੁੰਦਾ। ਕਹਿੰਦਾ ਸਵਾਦ ਸਨਾਹਾ ਟੋਬ ਮਮਤਾ ਕੋ ਕੁਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੀਰ ਰਹੇ ਘਟ ਭੀਤਰ ਇਉਂ ਗੜ ਲਿਓ ਨਾ ਜਾਈ। ਇਹ ਜਿਹੜਾ ਕਾਇਆ ਰੂਪੀ ਕਿਲਾ ਜਿਹੜਾ ਹੈ ਨਾ, ਜਿਹੜਾ ਆਕਾਰ ਸਾਡੇ ਪੈਦਾ ਹੋਏ ਨੇ, ਕਹਿੰਦੇ ਕਾਇਆ ਕੋਟ ਹੈ ਆਕਾਰ। जितने साडे कायावां, जितने आकार पैदा किते ने ना रब ने, ਉਹ मानो कि किले दे न्याई ने। ਉਹਨਾਂ ਦੇ ਅੰਦਰ ਮਨ ਜਿਹੜਾ ਨਾ ਬਹੁਤ ਪ੍ਰੋਟੈਕਟਡ। ਹਾਂ, ਉਹ ਗੁਰੂ ਕਹਿੰਦਾ ਇਹਨੂੰ ਤਰੀਕਾ ਵੀ ਕਹਿੰਦਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਰੀ ਏਕੇ ਚੋਟ ਸਦਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ। ਅੱਗੇ ਕਹਿੰਦੇ ਭਗਵਤ ਪੀਰ ਸ਼ਕਤ ਸਿਮਰਨ ਕੀ ਕਾਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਕਾੜੀ ਉੱਪਰ। ਇਹਨੂੰ ਗੁਰੂ ਤੁਹਾਨੂੰ ਤਰੀਕਾ ਦੱਸੇਗਾ। ਜੇ ਗੁਰੂ ਨੂੰ ਆਪਣਾ ਸਾਥੀਦਾਰ ਬਣਾ ਲੋਗੇ ਨਾ, ਅਦਰਵਾਈਜ਼ ਜਿਤਨੇ ਇਹ ਕੋਈ ਐਸੀ ਨੂੰ ਜਿਹੜਾ ਇਹ ਦੂਜੀ ਪੰਕਤੀ ਵਿੱਚ ਕਾਇਆ ਕੋਟ ਹੈ ਆਕਾਰਾ, ਉਹਨੂੰ ਅੰਦਰ ਲਾਸਟ ਪੰਕਤੀ ਨਾਲ ਕਹਿੰਦੇ ਨੇ ਬਿਨ ਸ਼ਬਦ ਹੈ ਭਸਮੇ ਕੀ ਢੇਰੀ। ਔਰ ਅਗਲੀ ਪੰਕਤੀ ਵਿੱਚ ਕਹਿੰਦੇ ਕਾਇਆ ਕੰਚਨ ਕੋਟ ਅਪਾਰਾ। ਤੇਰੀ ਇਹ ਵਾਲੀ ਕਹਿੰਦੇ ਕਾਇਆ ਕੰਚਨ ਕੋਟ ਗੜ ਵਿੱਚ ਹਰ ਹਰ ਸਿੱਧਾ। ਐਸੀ ਕਾਇਆ ਵਿੱਚੋਂ ਤੈਨੂੰ ਰੱਬ ਵੀ ਮਿਲ ਸਕਦਾ। ਇਹ ਹੈ ਬੜੀ ਉਹਨੇ ਇੱਕ ਪੱਕੀ ਨਾ, ਮਨ ਨੇ ਇੱਕ ਮਜ਼ਬੂਤ ਦੀਵਾਰ, ਕਿਉਂਕਿ ਕਿਲੇ ਦੀਆਂ ਦੀਵਾਰਾਂ ਉਹ 10-10 15-15 ਫੁੱਟ ਚੌੜੀਆਂ ਹੁੰਦੀਆਂ। ਕਿਉਂਕਿ ਜਦੋਂ ਭਰਮਾਂ ਦੀ ਵੀ ਗੱਲ ਆਉਂਦੀ, ਕਹਿੰਦੇ 100 ਸਤਿਗੁਰ ਧੰਨ ਧੰਨ ਜਿਹਨੇ ਭਰਮ ਗੜ ਤੋੜਿਆ। ਕਿ ਭਰਮਾਂ ਦੀਆਂ ਦੀਵਾਰਾਂ ਬਹੁਤ ਮਜ਼ਬੂਤ ਨੇ। ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਜਿਤਨੇ ਕਾਇਆ ਰੂਪੀ ਆਕਾਰ ਪੈਦਾ ਕੀਤੇ ਨੇ ਨਾ,
ਇਹ ਮਾਨੋ ਕਿਲੇ ਦੇ ਨਿਆਈ ਨੇ, ਔਰ ਇਹਨਾਂ ਵਿੱਚ ਰੱਬ ਨੇ ਮਾਇਆ ਦੇ ਮੋਹ ਦਾ, ਕਹਿੰਦੇ ਇਹਨੂੰ ਕੋਈ ਸਰੀਰ ਨੂੰ ਚੰਗਾ ਕੀ ਲੱਗਦਾ ਪਿਆ, ਕਹਿੰਦੇ ਕੂੜ ਮਿੱਠਾ, ਕੂੜ ਮਾਖਿਓ। ਗੁਰੂ ਕਹਿੰਦੇ ਕੂੜ ਡੋਬੇ ਪੂਰ। ਵੱਡੀ ਗਿਣਤੀ ਵਿੱਚ ਦੁਨੀਆ ਇਹ ਮਾਇਆ ਦੇ ਪ੍ਰਭਾਵ ਦੇ ਹੇਠਾਂ ਆਪਣਾ ਜਨਮ ਜਿਹੜਾ ਨਾ ਵਿਅਰਥ ਗਵਾਈ ਜਾ ਰਹੀ ਹੈ, ਲੇਕਿਨ ਫਿਰ ਵੀ ਉਹ ਲੱਗੀ ਉਹਦੇ ਵਿੱਚ ਹੀ ਹੈ। ਤੇ ਕਹਿੰਦੇ ਵੀ ਉਹ ਲਾਸਟ ਮੰਦੀ ਕਹਿੰਦੇ ਬਿਨ ਸ਼ਬਦ ਹੈ ਭਸਮੇ ਕੀ ਢੇਰ। ਜਿਹੜਾ ਤੇਰਾ ਆਕਾਰ ਸੀ ਨਾ, ਕਾਇਆ ਰੂਪੀ ਆਕਾਰ ਸੀ, ਜੋ ਕਿਲੇ ਦੇ ਨਿਆਈ ਬੜਾ ਮਜ਼ਬੂਤ ਜਿਹਾ ਸੀ, मजबूत नॉट इन फिजिकल सेंस, अदरवाइज क्या परिभाषा इस भांडे का, इतना कलाकार ठनका शरीर रूपी भांडे का उन्हें भरोसा नहीं, लेकिन मन है ना वो इतनी ताकत लेके अंदर बैठे होया सी, काम की बारी, दुख सुख दरवानी, पाप पुन दरवाजा, क्रोध प्रधान, महाबड़ दूंदर कहते। लेकिन इस तरह जो तेन काया रूपी आकार मिले ना, जे कहना इनू शब्द की अगवाई ना मिलती। एक शब्द आंदा है कहना भी वो कहना पावत रलिया जोबन बलिया नाम बिना माटी संग रलिया। सारा शब्द ही कहना कान कुंडलिया वस्त्र ओढ़लिया सेज सुख लिया मन गर्भ लिया तले कुचरिया सिर कनक छतरिया हर भगत बिना ले धरण गढ़ लिया रूप सुंदरिया अनक स्त्रियां हर रस बिन सब साध फिक्रिया। ये शरीर की कोई वैल्यू नहीं होनी। एक पासे गुरु साहब कहते अमुल आवे अमुल ले जावे। तेरा इस दुनिया ते आया बेशकीमती हो सकता है, लेकिन वो होगा शब्द के नाल, बिन शब्द ते कोई वैल्यू नहीं। वो मिट्टी सी मिट्टी ही बन के रह जाएगी, लेकिन जे वो अपना पर्पस सर्व कर गई ना, ऐसी ऐसी कहना भी देश के काम आ गए, भाई वो किसी लेखे लग गए, वो शरीर किसी लेखे लग गए। अदरवाइज शरीर कहना किसी होते मिट्टी तो पैदा हुए सोने स्वाद मिट्टी मिट्टी मिलना है। कहना बिन शब्द भस्मे की ढेरी खेरू खेर लाएंदा। जे शब्द ना मिलिया, जे शब्द मिल गया, फिर कहते पिता जात तब होइए गुर उठा करे पसाओ। तू पिता जात हो सकना है, जिसते उपजिया नानका सोई फिर होवा। तू ओ रब होके निबड़ सकना है, तू रब दा स्वरूप। लेकिन जे काया कंचन कोड़गड़ हो सकती है, लेकिन जे शब्द की अगवाई मिली, जे शब्द की अगवाई ना मिली तो मानो सिर्फ मिट्टी की ढेरी तो अलावा और कुछ भी नहीं। हाँ जी जी जी। बिन शब्दे पसमे की ढेरी पाओ, कदर नहीं पाई अपने जिस्म दी, जेड़ी कदर करनी चाहिए सी, सच दे कार विहार करने चाहिए सी, वो कदर नहीं पाई। जी पुआ जी। काया को है आकारा माया मोह पसरिया पासारा। काया कोट संबोधन कर रहा है उस आकार ਨੂੰ जो साडे शरीर दे अंदर जो मन रूपी जरा एक सृष्टि साजदा है अपनी, उसनों ही काया कोट किया, उसी ਨੂੰ किला किया गया, उसी ਨੂੰ शरीर किया गया है। और ਉਹ किले ਵਿੱਚ उस मन ਦੇ ਵਿੱਚ ਉਹ ਜਿਹੜੀ सृष्टि साजी हैगी, ਉਹ पूरा किस चीज ਦੇ ਨਾਲ साजी होई है, माया मोह, with all the vices, और all the vices and the negative thoughts, पूरा ਦਾ ਪਸਾਰਾ ਪੈ ਗਿਆ मन ਦੇ ਉੱਤੇ। यही सृष्टि बन गई, यही साडी काया, यही कोट, यही किला है। बिन शब्द भस्मे की ढेरी, हुण इस दे अंदर कोई शब्द नहीं। जिहड़ी सृष्टि बनाई हुई है माया दा पसारा है, इहदे विच कोई भी शब्द दा नहीं है। शब्द मतलब कि उहदा कोई भी हुक्म नहीं, नाम नहीं, कोई गुण नहीं, कोई अच्छे विचार नहीं। ते की बन गया, वो मन टह टेरी हो गई। मन जिहड़ा है वो टह टेरी हो गया। क्यों? कि उसके अंदर कोई भी उस एक दा विचार नहीं, कोई गुण नहीं, क्योंकि पसारा है मोह माया दा। और इस करके कहते हैं कि वो मन टह टेरी जींदियां जी मर गया। इट इज टोटली स्लीपिंग। मन नू जागृत होना सी, मन उत्थे मर गया। टह टेरी में क्या खेर खेर लाइदा कि वो एक मित हो गया। उस मौत दे नाल वो अपनी अवगुणा दे विच एक मित होने करके वो पूरी तरह द माइंड हैज गॉन टू स्लीप, टोटली इट इज डेड। क्यों? क्योंकि उसके अंदर सारा मोह माया दा पसारा पै गया और वांझा रह गया उस एक दे ज्ञान, एक दे गुणा दा। हाँ जी जी पुआ जी। जीवन दा मनोरथ सी कि मन जागृत हो जाए, ते मन जागृत नहीं कर पाए ते खेहू खेर लाइंदा ते मिट्टी विच ही मिला दिता। जी भुपिंदर वीर जी। वाहिगुरू जी का खालसा जी फतेह। पृथ्वी जी ये अच्छा अज नवा टॉपिक शुरू होया है, जिहड़ा नवा मारू महल नतीजा इहदे विच समझा रहे ने कि जदों अपनी चंगी सृष्टि साजण जो हो जाता है मन,
ਤਾਂ ਉਹ ਰੱਬੀ ਹੁਕਮ ਨਿਯਮਾਂ ਅਨੁਸਾਰ ਆਪਣੀ ਸ੍ਰਿਸ਼ਟੀ ਨੂੰ ਸਾਜੈ। ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਆਪੇ ਥਾਪ ਉਥਾਪ ਨਿਵਾਜੀ। ਅਵਗੁਣਾਂ ਨੂੰ ਹਟਾ ਕੇ ਤੇ ਚੰਗੇ ਗੁਣਾਂ ਦੇ ਨਾਲ ਥਾਪਨਾ ਕਰਦਾ। ਇਹਦੇ ਜਿਹੜਾ ਲਫ਼ਜ਼ ਹੈ ਨਾ ਨਿਵਾਜੀ, ਇਹ ਲਫ਼ਜ਼ ਨਿਵਾਜੀ ਬੜਾ ਕੀਮਤੀ ਲਫ਼ਜ਼ ਹੈ। ਸੁਸ਼ੋਭਿਤ ਕਰਦਾ, ਉਹਦੇ ਅੰਦਰ ਚੰਗੇ ਚੰਗੇ ਗੁਣ ਪਾਉਂਦਾ ਹੈ, ਚੰਗੇ ਗੁਣਾਂ ਦਾ ਸ਼ਿੰਗਾਰ ਪਾਉਂਦਾ ਹੈ। ਜਦੋਂ ਅਸੀਂ ਅੰਦਰ ਜਾਂਦੇ ਹਾਂ ਨਾ, ਉਹਦੇ ਨਾਲ ਸਾਡਾ ਈਮਾਨ ਸੁੰਦਰ ਆਪਣਾ ਬਣਦਾ ਹੈ। ਔਰ ਜਦੋਂ ਅਸੀਂ ਸਤਿਗੁਰ ਦੀ ਮੱਤ ਲੈਂਦੇ ਹਾਂ ਤੇ ਲਹਿਣਾ ਬਣ ਕੇ ਅੰਗਦ ਅਵਸਥਾ ਪ੍ਰਾਪਤ ਕਰਦਾ ਹੈ, ਕਿਉਂਕਿ ਉਹਦੇ ਸ਼ਿੰਗਾਰ ਕੀਤਾ ਜਾਂਦਾ। ਉਹ ਸਾਰੇ ਚੰਗੇ ਗੁਣਾਂ ਦੇ ਨਾਲ ਅੰਦਰ ਦੀ ਸ੍ਰਿਸ਼ਟੀ ਨੂੰ ਨਿਵਾਜਦਾ ਹੈ, ਬਿਲਕੁਲ ਹੁਕਮ ਨਿਯਮ ਅਨੁਸਾਰ। ਆਪੇ ਨਿਆਂ ਕਰੇ ਸਭ ਸਾਚਾ, ਸਾਚੇ ਸਾਚ ਮਿਲਾਇੰਦਾ। ਸੱਚ ਨਾਲ ਜੁੜ ਜਾਂਦਾ ਤੇ ਇਹਦੇ ਚ ਨਿਆਂ ਕੀ ਕਰਦਾ ਹੈ? ਪਿਛਲੇ ਸ਼ਬਦ ਵਿੱਚ ਆਇਆ ਸੀ ਕਿ ਉਹ ਲੇਖਿਆ ਵਿੱਚ ਸਭ ਕੁਝ ਕਰਦਾ ਹੈ। ਉਹਨੂੰ ਇਹ ਨਿਆਂ ਸਮਝ ਆ ਜਾਂਦਾ ਹੈ ਕਿ ਜੇ ਮੈਂ ਬਿਖ ਬੀਜਾਂਗਾ ਤਾਂ ਮੈਨੂੰ ਬਿਖ ਮਿਲੇਗਾ। ਜੇ ਮੈਂ ਸਮਝਾਂ ਕਿ ਬੀਜੈ ਬਿਖ ਮੰਗਿਆ ਅੰਮ੍ਰਿਤ ਵੇਖੋ ਨਿਆਓ, ਤੇ ਮੈਨੂੰ ਇਹ ਕੰਮ ਨਹੀਂ ਕਰਨਾ, ਫਿਰ ਉਹ ਬਿਖ ਬੀਜਦਾ ਹੀ ਨਹੀਂ ਹੈ, ਉਹ ਨਿੰਮ ਕਿੱਕਰ ਬੀਜਦਾ ਹੀ ਨਹੀਂ ਹੈ, ਉਹ ਆਪਣੇ ਜੀਵਨ ਵਿੱਚ ਸੱਪ ਰੂਪੀ ਜ਼ਹਿਰ ਵਾਲਾ ਜੀਵਨ ਬੀਜਦਾ ਹੀ ਨਹੀਂ ਹੈ। ਫਿਰ ਉਹ ਇਹ ਪੂਰਾ ਨਿਆਂ ਸਮਝ ਜਾਂਦਾ ਔਰ ਇਸ ਨਿਆਂ ਮੁਤਾਬਕ ਆਪਣੀ ਸਾਰੀ ਸ੍ਰਿਸ਼ਟੀ ਸਾਜਦਾ ਹੈ। ਔਰ ਜਿਹੜੀ ਉਹ ਸ੍ਰਿਸ਼ਟੀ ਸਾਜਦਾ ਹੈ ਉਹਦੇ ਵਿੱਚ ਉਹ ਅਲਰਟ ਹੋ ਕੇ ਇਸ ਪੁਆਇੰਟ ਬਾਰੇ ਕਲੀਅਰ ਹੈ, ਜਿਹੜਾ ਪਦਾ ਦੂਜਾ ਕਾਇਆ ਕੋਟ ਹੈ ਆਕਾਰਾ। ਜੇਕਰ ਮੈਂ ਮਨ ਕੀ ਮਤ ਦੇ ਨਾਲ ਕਰਾਂ, ਹੁਕਮ ਅਨੁਸਾਰ ਨਾ ਕਰਾਂ, ਤਾਂ ਉਹ ਫਿਰ ਮਨ ਕੀ ਮਤ ਵਾਲਾ ਜਿਹੜਾ ਬਣੇਗਾ ਉਹਨੂੰ ਕਹਿੰਦੇ ਨੇ ਲਬ ਲੋਭ ਮੁਚ ਕੂੜ ਕਮਾਵੇਂ, ਬਹੁਤ ਉਠਾਵੇਂ ਭਾਰੂ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਰ ਉੱਪਰ ਛਾਰੂ, ਜੋ ਧਰਤੀ ਉੱਪਰ ਛਾਰ, ਇਸ ਤਰ੍ਹਾਂ ਮੈਂ ਤੈਨੂੰ ਰੁਲਦਿਆਂ ਦੇਖਦਾ ਹਾਂ ਜੇ ਤੂੰ ਅਵਗੁਣਾਂ ਨਾਲ ਜੀਂਦੀ ਹੈ। ਤਾਂ ਉਹ ਇਸ ਨਿਆਂ ਨੂੰ, ਜਿਹੜਾ ਪਿਛਲੇ ਪਰੇ ਨਿਆਂ ਆਇਆ ਨਾ, ਉਸ ਨਿਆਂ ਬਾਰੇ ਹੀ ਗੱਲ ਕਰ ਰਿਹਾ ਔਰ ਆਪਣੇ ਮਨ ਨੂੰ ਪੂਰੀ ਤਰੀਕੇ ਨਾਲ ਆਪਣੇ ਅੰਦਰ ਦੇ ਆਕਾਰ ਨੂੰ ਬਿਲਕੁਲ ਕਲੀਅਰ ਰੱਖ ਰਿਹਾ। ਜਿਸ ਨੂੰ ਅਸੀਂ ਕਹਿੰਦੇ ਆ ਨਾ, ਜੇ ਮੇਰੇ ਕੰਪਿਊਟਰ ਵਿੱਚ ਵਾਇਰਸ ਨਾ ਆਵੇ ਤਾਂ ਅਸੀਂ ਰਿਟੇਨਿੰਗ ਵਾਲਸ ਲਗਾਉਂਦੇ ਹਾਂ, ਅਸੀਂ ਸ਼ੰਟ ਕਰਦੇ ਹਾਂ, ਅਸੀਂ ਦੀਵਾਰਾਂ ਲਗਾਉਂਦੇ ਹਾਂ ਕਿ ਵੀ ਮੇਰੇ ਕੰਪਿਊਟਰ ਅੰਦਰ ਵਾਇਰਸ ਨਾ ਆਏ। ਉਹ ਸਾਰਾ ਉਹਦੇ ਬਾਰੇ ਉਹ ਬਿਲਕੁਲ ਕਾਇਆ ਕੋਟ ਹੈ ਆਕਾਰਾ, ਆਪਣੇ ਅੰਦਰ ਦੀ ਮਾਇਆ ਮੋਹ ਪਸਰਿਆ ਪਾਸਾਰਾ, ਉਹਨੂੰ ਪਤਾ ਹੈ ਬਿਲਕੁਲ। ਇਸ ਦੇ ਬਾਰੇ ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਜੇ ਮੈਂ ਨਿਆਂ ਹੇਠਾਂ ਨਾ ਚੱਲਿਆ, ਕਿੱਕਰ ਬੀਜਿਆ, ਤਾਂ ਫਿਰ ਮੈਨੂੰ ਮੁਸ਼ਕਿਲ ਹੋ ਜਾਏਗੀ। ਉਹ ਇਸ ਮਨ ਕੀ ਮਤ ਹਮੇਸ਼ਾ ਬੰਦੇ ਦੀ ਫਿਤਰਤ ਹੈ ਨਿਵਾਣ ਵੱਲ, ਭੈੜੇ ਵਾਲੇ ਪਾਸੇ ਜਾਂਦਾ ਹੈ। ਅਲਰਟ ਕੀਤਾ ਹੋਇਆ ਹੈ, ਅਵੇਅਰਨੈਸ, ਜਾਗਰਤ ਅਵਸਥਾ। ਜਾਗਰਤ ਅਵਸਥਾ ਉਹਨੇ ਭੂਆ ਜੀ ਨੇ ਬੋਲਿਆ, ਐਪਲੀ ਸੈਡ ਯੈਸ। ਔਰ ਫਿਰ ਕੀ ਹੁੰਦਾ ਹੈ, ਦਿਨ ਸ਼ਬਦ ਹੈ ਭਸਮੈ ਕੀ ਢੇਰੀ, ਉਹਨੂੰ ਇਹ ਸਮਝ ਆ ਚੁੱਕਾ ਹੈ ਜੀ ਮੈਂ ਸਤਿਗੁਰ ਦੀ ਮੱਤ ਨਹੀਂ ਆਂਦਾ। ਉਹਨੂੰ ਇਹ ਕਹਿੰਦੇ ਨੇ ਕਹਿਆ ਨਾ ਮਾਨੇ ਸਿਰ ਖਾਕ ਛਾਨੇ। ਸਿਰ ਖਾਕ ਛਾਨੇ ਕੀ ਹੈ? ਭਸਮੈ ਰੁਲਦੀ ਢੇਰੀ ਵਾਲੀ ਸਾਡੀ ਅਵਸਥਾ ਬਣ ਜਾਂਦੀ ਹੈ। ਸਰੀਰਕ ਮਰਨ ਤੋਂ ਬਾਅਦ ਬਣੇਗੀ ਜਾਂ ਨਹੀਂ ਬਣੇਗੀ ਉਹ ਗੱਲ ਬਿਲਕੁਲ ਵੱਖਰੀ ਹੈ, ਪਰ ਐਟ ਪ੍ਰੈਜ਼ੈਂਟ ਜੇ ਮੈਂ ਮਨ ਕੀ ਮਤ ਦੇ ਨਾਲ ਚੱਲਦਾ ਹਾਂ ਔਰ ਆਪਣਾ ਕਿਲਾ ਬਣਾਉਂਦਾ ਹਾਂ ਔਰ ਆਪਣੇ ਮਨਸੂਬੇ ਬਣਾਉਂਦਾ ਹਾਂ। ਇੱਕ ਵਾਰੀ ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਸਾਂਝ ਕੀਤਾ ਸੀ ਕਿ ਰਾਜਾ ਚਾਹੁੰਦਾ ਹੈ ਕਿ ਮੈਂ ਮਰਾਂ ਨਾ, ਆਸ-ਪਾਸ ਵਾਲਿਆਂ ਨਾਲ ਵੀ ਫਾਈਟ ਕਰਕੇ ਕੰਟਰੀਜ਼ ਨੂੰ ਜਿੱਤ ਲੈਂਦਾ ਤੇ ਆਪਣੇ ਵਜ਼ੀਰ ਨੂੰ ਕਹਿੰਦਾ ਹੁਣ ਮੈਂ ਨਹੀਂ ਮਰਾਂਗਾ। ਵਜ਼ੀਰ ਕਹਿੰਦਾ ਤੇਰੇ ਘਰ ਅੰਦਰ ਕਿਸੇ ਪਾਸੋਂ ਵੀ ਤਾਂ ਦੁਸ਼ਮਣ ਆ ਸਕਦਾ ਹੈ। ਉਹਨੇ ਕੀ ਕੀਤਾ, ਉਹਨੇ ਆਪਣਾ ਸਾਰਾ ਕਿਲਾ ਬਣਾ ਕੇ ਰੋਸ਼ਨਦਾਨ ਵੀ ਬੰਦ ਕਰ ਦਿੱਤੇ, ਵਿੰਡੋਜ਼ ਵੀ ਬੰਦ ਕਰ ਦਿੱਤੀਆਂ ਔਰ ਆਪਣਾ ਐਂਟਰੀ ਦੇ 3 ਦਰਵਾਜ਼ੇ ਬਣਾ ਦਿੱਤੇ, ਉਹਨਾਂ ਤੇ ਚੌਕੀਦਾਰ ਬਿਠਾ ਦਿੱਤੇ। ਵਜ਼ੀਰ ਨੂੰ ਬੁਲਾ ਕਰਦਾ ਇੱਥੇ ਇੱਕ ਚੌਕੀਦਾਰ ਸੋ ਜਾਏਗਾ, ਦੂਜੇ ਡੋਰ ਤੇ ਤਾਂ ਜਾਗ ਰਿਹਾ ਹੈ, ਫਿਰ ਤੀਜੇ ਡੋਰ ਤੇ ਤਾਂ ਜਾਗ ਰਿਹਾ ਨਾ, ਮੈਂ ਤੀਜੇ ਡੋਰ ਦੇ ਕਿਲੇ ਦੇ ਅੰਦਰ। ਤਾਂ ਵਜ਼ੀਰ ਕਹਿੰਦਾ ਤੂੰ ਬਿਲਕੁਲ ਬਚ ਸਕਦਾ ਹੈ ਜੇ ਤੂੰ ਤੀਜਾ ਡੋਰ ਵੀ ਬੰਦ ਕਰ ਦੇ। ਤਾਂ ਰਾਜਾ ਕਹਿੰਦਾ ਫਿਰ ਤਾਂ ਸਾਰਾ ਹੀ ਬੰਦ ਹੋ ਜਾ, ਫਿਰ ਤਾਂ ਮੈਂ ਮਾਰ ਹੀ ਜਾਵਾਂਗਾ। ਕਹਿੰਦਾ ਤੂੰ ਮਰਿਆ ਹੀ ਪਿਆ, ਤੂੰ ਇਹ ਜਿਹੜਾ ਕਿਲਾ ਬਣਾ ਕੇ ਆਪਣੀ ਬਣਾ ਰਿਹਾ ਨਾ, ਸੈਲਫ ਪ੍ਰੋਟੈਕਸ਼ਨ ਬਣਾ ਰਿਹਾ, ਇਹ ਮਨ ਕੀ ਮਤ ਵਾਲਾ ਜਿਹੜਾ ਤੇਰਾ ਕਾਇਆ ਕੋਟ ਬਣਾਇਆ ਹੋਇਆ ਨਾ, ਤੂੰ ਇਹ ਪਸਾਰਾ ਪਸਾਰਿਆ ਹੋਇਆ ਹੈ, ਇਹਦੇ ਨਾਲ ਖੇਊ ਛੇਤੀ ਰਲ ਜਾਈਦਾ ਹੈ, ਜੀਂਦੇ ਜੀ ਮਰ ਜਾਈਦਾ ਹੈ। ਦੇਖੋ ਅਸੀਂ ਲੋਕੀ ਅੱਜ ਕਰੋਨਾ ਕਰਕੇ ਡਰੇ ਹੋਏ ਆ ਨਾ, ਸਾਡੇ ਪੜੋਸ ਵਿੱਚ ਹੋ ਜਾਏ ਤਾਂ ਸਾਰੇ ਅਸੀਂ ਡਰ ਡਰ ਕੇ ਉਹਨਾਂ ਦੇ ਕੋਲੋਂ ਲੰਘਦੇ ਹਾਂ, ਬਜਾਏ ਇਸ ਦੇ ਕਿ ਅਸੀਂ ਉਹਨਾਂ ਨੂੰ ਮੈਸੇਜ ਭੇਜੀਏ ਅਸੀਂ ਤੁਹਾਡੇ ਨਾਲ ਆ, ਡਰੋ ਨਹੀਂ, ਸਬਜ਼ੀ ਲਿਆ ਦਿੰਦੇ ਆ, ਦਵਾਈ ਲਿਆ ਦਿੰਦੇ ਆ, ਹੋਰ ਬੋਲੋ ਕੀ ਫਰੂਟ ਲਿਆ ਦਿੰਦੇ ਆ, ਤੁਹਾਨੂੰ ਕਿਹੜੀ ਕਿਹੜੀ ਹੈਲਪ ਚਾਹੀਦੀ ਹੈ ਲਿਆ ਦਿੰਦੇ ਆ। ਅਸੀਂ ਉਹ ਨਹੀਂ ਕਰਦੇ, ਅਸੀਂ ਡਰ ਡਰ ਕੇ ਲੰਘਦੇ ਆ। ਪੜੋਸੀ ਜ਼ਿਆਦਾ ਉਹ ਇਹਨਾਂ ਨਾਲ ਗੱਲ ਨਾ ਕਰੋ, ਮੂੰਹ ਨਾ ਮਿਲਾਓ, ਸ਼ਕਲ ਨਾ ਮਿਲਾਓ, ਅਸੀਂ ਉਹੀ ਬਿਲਕੁਲ ਆਪਣਾ ਕਿਲਾ ਬਣਾਈ ਜਾ ਰਹੇ ਨਾ, ਪਰ ਆ ਸਕਦਾ ਕਿਧਰੋਂ ਵੀ ਆ ਸਕਦਾ। ਇਹ ਸਾਡੇ ਭੁਲੇਖੇ ਨੇ।
ਆਪਣੀ ਪ੍ਰੋਟੈਕਸ਼ਨ ਪ੍ਰੀਕਾਸ਼ਨ ਕਰਨਾ ਹੋਰ ਗੱਲ ਹੈ, ਪਰ ਮਨ ਕੀ ਮਤ ਦੇ ਨਾਲ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜਿਉ ਹਾਰਿਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਇਹ ਬਿਲਕੁਲ ਭੁਲੇਖੇ ਨੇ ਸਾਡੇ। ਇਹ ਹੀ ਹੈ ਮਨ ਕੀ ਮਤ ਦਾ ਕਾਇਆ ਕੋਟ ਬਣਾ ਕੇ। ਉਹ ਜੀਂਦੇ ਜੀ ਖੇਉ ਛੇਤੀ ਰਲ ਜਾਂਦੀ ਹੈ, ਤੂੰ ਕਾਇਆ ਮੈਂ ਰੁਲਦੀ ਥੀ ਦੇਖੀ ਜੋ ਤਾਰੂ ਪਰਛਾਵ ਕਹਿਆ ਨਾ ਮਾਨਾ ਸਿਰ ਖਾਕ ਛਾਨ ਹੈ। ਸੋ ਇਹ ਸਾਰੀ ਗੱਲ ਉਹਨੂੰ ਪੂਰੀ ਤਰੀਕੇ ਨਾਲ ਨਿਆਂ ਵਿੱਚ ਸਮਝ ਆਈ ਹੋਈ ਹੈ। ਇਸ ਨਿਆਂ ਚ ਉਹਨੇ ਆਪਣੀ ਸ੍ਰਿਸ਼ਟੀ ਸਾਜੀ ਹੈ, ਇਸੇ ਨਿਆਂ ਵਿੱਚ ਉਹਨੇ ਮਨ ਕੀ ਮਤ ਨੂੰ ਉਥਾਪੇ ਕੀਤਾ ਹੋਇਆ ਹੈ ਆਪਣੀ ਸ੍ਰਿਸ਼ਟੀ ਚ। ਹਾਂਜੀ, ਥੈਂਕ ਯੂ। जी वीर जी, आप जी ने बड़े खूबसूरत एग्जाम्पल नाल कोरोना ਨੂੰ ਰਿਲੇਟ ਕਰਕੇ ਸਮਝਾਣਾ ਦਿੱਤਾ। ਬਿਲਕੁਲ ਜਿਸਦਾ ਪਿਤਾ ਨਾਲ ਸਾਂਝ ਪੈ ਜਾਏ, ਜਿਸਦਾ ਪਿਤਾ ਨਿਰਭਉ ਹੈ, ਉਹ ਭੈ ਵਿੱਚ ਕਿਸ ਤਰ੍ਹਾਂ ਹੋ ਸਕਦਾ। ਸਾਨੂੰ ਕੇਅਰ ਜ਼ਰੂਰ ਕਰਨੀ ਹੈ, ਧਿਆਨ ਜ਼ਰੂਰ ਰੱਖਣਾ ਆਪਣਾ, ਕਿਧਰੇ ਸਾਨੂੰ ਬਿਮਾਰੀ ਨਾ ਹੋ ਜਾਏ, ਪਰ ਡਰ ਕੇ ਨਹੀਂ ਰਹਿਣਾ। ਬਿਲਕੁਲ ਬਹੁਤ ਖੂਬਸੂਰਤ ਗੱਲ ਕੀਤੀ ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ ਗੁਰਬਾਣੀ ਨਾ ਸਾਨੂੰ ਕਾਇਆ ਨੂੰ ਹੀ ਕੋਟ ਆਖ ਰਹੀ ਹੈ, ਕਾਇਆ ਨੂੰ ਹੀ ਸ੍ਰਿਸ਼ਟੀ ਆਖਦੀ ਹੈ, ਕਾਇਆ ਨੂੰ ਹੀ ਆਕਾਰ ਆਖਦੀ ਹੈ। ਲੇਕਿਨ ਪਹਿਲੀ ਜਿਹੜੀ ਬੰਦ ਦੇ ਵਿੱਚ ਗੱਲ ਕਰ ਰਹੀ ਸੀ, ਉਹਦੇ ਵਿੱਚ ਇਹ ਕਹਿ ਰਹੇ ਸੀ ਕਿ ਆਪੇ ਨਿਆਉ ਕਰੇ ਸਭ ਸਾਚਾ। ਉਹ ਸਾਚੀ ਸ੍ਰਿਸ਼ਟੀ ਜਿਹੜੀ ਹੁਣ ਸਾਜੀ ਹੈ ਉੱਪਰ ਹੁਕਮ ਦੇ ਵਿੱਚ, ਉਹਦੀ ਗੱਲ ਕਰਕੇ ਹੁਣ ਇੱਥੇ ਜਿਹੜੀ ਗੱਲ ਕਰ ਰਿਹਾ ਸਤਿਗੁਰੂ ਜੀ ਨਾ, ਉਹ ਕਰ ਰਹੇ ਹੈ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਜਦੋਂ ਸਾਡੇ ਅੰਦਰਲੀ ਕਾਇਆ ਦੇ ਵਿੱਚ, ਅੰਦਰਲੀ ਸ੍ਰਿਸ਼ਟੀ ਵਿੱਚ, ਅੰਦਰਲੇ ਆਕਾਰ ਵਿੱਚ ਬਿਨ ਸ਼ਬਦ ਹੈ, ਸ਼ਬਦ ਤੋਂ ਬਿਨ ਸ਼ਬਦਾਂ ਨੂੰ ਹੀ ਉੱਪਰ ਆਖ ਰਹੇ ਨੇ ਮਾਇਆ ਮੋਹ। ਮਾਇਆ ਦਾ ਮੋਹ ਪਸਰਿਆ ਹੁੰਦਾ ਸਾਡੇ ਅੰਦਰ ਕਾਇਆ ਦੇ ਵਿੱਚ, ਸਾਡੀ ਅੰਦਰਲੀ ਸ੍ਰਿਸ਼ਟੀ ਵਿੱਚ। ਬਿਨਾਂ ਸ਼ਬਦੇ ਤੋਂ ਭਾਵ ਦੁਰਮਤ ਦਾ ਅੰਦਰ ਪਸਾਰਾ ਚੱਲਦਾ ਹੈ। ਇਸੇ ਨੂੰ ਕਹਿੰਦੇ ਨੇ ਕੂੜ, ਕਿਉਂਕਿ ਇਹ ਮਨ ਇਸ ਅਵਸਥਾ ਵਿੱਚ ਅਸੀਂ ਜੀਂਦੇ ਹਾਂ। ਇਹ ਸਾਡੀ ਪ੍ਰੈਜ਼ੈਂਟ ਸਾਰਿਆਂ ਦੀ ਇਹ ਅਵਸਥਾ ਹੈ। ਸਾਡੇ ਅੰਦਰ ਸ਼ਬਦ ਨਹੀਂ ਟਿਕਿਆ ਹੋਇਆ, ਸਾਡੇ ਅੰਦਰ ਮਾਇਆ ਦਾ ਮੋਹ, ਇਹ ਅਸੀਂ ਹੁਣੇ ਆਪਣੇ ਨਾਲ ਰਿਲੇਟ ਕਰਕੇ ਦੇਖਣਾ ਹੈ। ਸਾਡੇ ਅੰਦਰ ਮਾਇਆ ਦਾ ਮੋਹ ਦਾ ਪੂਰਾ ਪਸਾਰਾ ਹੈ, ਸਾਡੇ ਅੰਦਰ ਸ਼ਬਦ ਦੀ ਵਿਚਾਰ ਟਿਕੀ ਨਹੀਂ ਹੋਈ ਹੈ, ਅਸੀਂ ਸ਼ਬਦ ਦੀ ਵਿਚਾਰਾਂ ਦੇ ਵਿੱਚ ਮਰਜ ਨਹੀਂ ਹੋਏ ਹਾਂ। ਤੇ ਸਾਡਾ ਜਿਹੜਾ ਇਹ ਆਕਾਰ ਹੈ, ਸਾਡੀ ਜਿਹੜੀ ਇਹ ਸ੍ਰਿਸ਼ਟੀ ਹੈ, ਜਿਹੜੇ ਸਾਡੀ ਇਹ ਕਾਇਆ ਰੂਪੀ ਸ੍ਰਿਸ਼ਟੀ ਹੈ, ਇਹ ਕੂੜਿਆਰ ਹੋ ਚੁੱਕੀ ਹੈ, ਜਿਸ ਨੂੰ ਕਹਿੰਦੇ ਨੇ ਖੇਹੂ ਖੇ ਭਸਮੇ ਕੀ ਢੇਰੀ ਹੋਈ ਪਈ ਹੈ। ਖੇਹੂ ਬੋਲ ਰਹੇ ਨੇ ਉਸੇ, ਦੂਸਰੀ ਜਗ੍ਹਾ ਉਸੇ ਨੇ ਕਹਿ ਰਹੇ ਨੇ ਕੂੜ ਸਭ ਸੰਸਾਰ, ਭਾਵ ਕੂੜ ਹੀ ਪਸਰਿਆ ਹੋਇਆ ਤੇ ਇਹ ਕੂੜ ਰੂਪ ਹੋ ਚੁੱਕੀ ਹੈ, ਪੂਰੀ ਸ੍ਰਿਸ਼ਟੀ ਝੂਠੀ ਹੋ ਚੁੱਕੀ ਹੈ। ਇਹ ਇਸੇ ਅਵਸਥਾ ਨੂੰ ਸਤਿਗੁਰੂ ਜੀ ਆਖ ਰਹੇ ਨੇ, ਇੱਕ ਜਗ੍ਹਾ ਹੋਰ ਆਖਦੇ ਨੇ, ਇੱਕ ਸ਼ਬਦ ਹੈ, ਕਹਿੰਦੇ ਨੇ ਮਾਧੋ ਹਮ ਐਸੇ ਤੂੰ ਐਸਾ। ਜਿਹੜਾ ਮਨ ਹੁਣ ਸੱਚ ਨੂੰ ਪ੍ਰਾਪਤ ਕਰ ਚੁੱਕਾ ਹੁੰਦਾ ਹੈ ਨਾ, ਉਹ ਮਨ ਨਿਰਗੁਣ ਤੋਂ ਦਾਤਾ ਬਣ ਚੁੱਕਾ ਹੁੰਦਾ ਹੈ। ਪਹਿਲਾਂ ਕੀ ਸੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਮਨ ਮੈਲਾ ਸਭ ਕੁਛ ਮੈਲਾ। ਜਦੋਂ ਮਨ ਮੈਲਾ ਹੁੰਦਾ ਤਾਂ ਉਹਦਾ ਸਾਰਾ ਅੰਦਰਲੀ ਕਾਇਆ ਰੂਪੀ ਸ੍ਰਿਸ਼ਟੀ ਸਾਰੀ ਮੈਲੀ ਹੁੰਦੀ ਹੈ। ਹੁਣ ਉੱਪਰ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਸਾਨੂੰ ਸਮਝਾ ਕੇ ਹਨ ਕਿ ਮਨ ਨਾ ਹੁਣ ਹੁਕਮ ਵਿੱਚ ਚੱਲਣ ਲੱਗ ਗਿਆ ਹੈ, ਭਾਵ ਸੱਚੇ ਵਿਚਾਰਾਂ ਨੂੰ ਧਾਰਨ ਕਰਕੇ ਸੱਚਾ ਬਣ ਚੁੱਕਾ ਹੋਇਆ। ਹੁਣ ਮਨ ਮੈਲਾ ਨਹੀਂ ਹੈ, ਮਨ ਹੋ ਗਿਆ ਹੁਣ ਸੱਚਾ। ਲੇਕਿਨ ਹੁਣ ਇਸ ਲਈ ਅਗਲੀ ਤੁਕ ਵਿੱਚ ਹੁਣ ਜਿੱਥੇ ਘਰਾ ਰਹੇ ਨੇ ਨਾ, ਕਹਿੰਦੇ ਨੇ ਲੇਕਿਨ ਇਹਦੇ ਅੰਦਰ ਜਿਹੜਾ ਪਹਿਲਾ ਆਕਾਰ ਸੀ ਨਾ, ਉਹ ਆਕਾਰ ਸੀ ਸਾਰਾ ਕੂੜ ਦਾ। ਮਨ ਨੇ ਜਿਸ ਉੱਪਰ ਗੱਲ ਕੀਤੀ ਨਾ ਨਿਵਾਜੀ, ਕਿਸ ਨੂੰ ਨਿਵਾਜਦਾ ਹੈ? ਉਹ ਹੁਕਮ ਰੂਪੀ ਸ੍ਰਿਸ਼ਟੀ ਸਾਜਦਾ ਕਿਵੇਂ ਹੈ? ਹੁਕਮ ਰੂਪੀ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਮਾਇਆ ਦਾ ਮੋਹ ਖਤਮ ਕਰਨਾ ਪੈਂਦਾ ਹੈ ਅੰਦਰੋਂ ਸਰੀਰ ਚੋਂ। ਮਾਇਆ ਦਾ ਮੋਹ ਜਦੋਂ ਖਤਮ ਕਰਦਾ ਹੈ, ਮਨ ਸਭ ਤੋਂ ਪਹਿਲਾਂ ਆਪ ਮਾਇਆ ਤੋਂ ਛੁੱਟਦਾ ਹੈ, ਆਪ ਸਤਿਗੁਰੂ ਜੀ ਦੀ ਮੱਤ ਦੇ ਵਿੱਚ ਵਿਲੀਨ ਹੁੰਦਾ ਹੈ। ਉਸਨੂੰ ਕਹਿੰਦੇ ਨੇ, ਹੁਣ ਪਤਾ ਕੀ ਕਹਿੰਦੇ ਨੇ, ਉਸਨੂੰ ਕਹਿੰਦੇ ਨੇ ਹਮ ਮੈਲੇ। ਹੁਣ ਇਹ ਜਿਹੜੇ ਜੀ ਜੰਤ ਅਰਦਾਸ ਕਰ ਰਹੇ ਨੇ, ਉਸੇ ਸ਼ਬਦ ਚ ਕੀ ਤੇ ਆਏਗਾ, ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ। ਜਿਹੜੇ ਅੰਦਰਲੇ ਜੀ ਜੰਤ ਨੇ ਨਾ, ਉਹ ਅਰਦਾਸ ਕਰ ਰਹੇ ਨੇ ਕਿਹਦੇ ਅੱਗੇ? ਜਿਹੜਾ ਮਨ ਸੱਚਾ ਹੋ ਚੁੱਕਾ ਹੈ। ਕੀ ਕਹਿੰਦੇ ਨੇ? ਕਹਿੰਦੇ ਨੇ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਅੱਗੇ ਕੀ ਆਖਦੇ? ਕਹਿੰਦੇ ਨੇ ਨੀਕੋ ਠਾਕੁਰ ਦੇਸਾ। ਕਹਿੰਦੇ ਸਤਿਗੁਰੂ ਜੀ, ਇਹ ਮਨ ਜੀ ਤੁਸੀਂ ਹੁਣ ਦਾਤੇ ਬਣ ਚੁੱਕੇ ਹੋ। ਹਮ ਨਿਰਗੁਣ ਤੂੰ ਦਾਤਾ, ਤੂੰ ਦਾਤਾ ਬਣ ਚੁੱਕਾ ਹੈ। ਤੇ ਉਹ ਦਾਤਾ ਜਿਹੜਾ ਬਣ ਚੁੱਕਾ ਹੁੰਦਾ ਮਨ ਨਾ, ਫਿਰ ਇਹਨਾਂ ਦੀ ਅਰਦਾਸ ਸੁਣ ਕੇ ਇਹਨਾਂ ਨੂੰ ਨਿਵਾਜਦਾ ਹੈ। ਉਸ ਨੂੰ ਅਗਲੀ ਤੁਕ ਵਿੱਚ ਆਖਦੇ ਨੇ, ਕਹਿੰਦੇ ਤੁਮ ਸਭ ਸਾਜੇ
ਇਸ ਨੂੰ ਉੱਪਰ ਕਰਦੇ ਨੇ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਪਹਿਲਾਂ ਉਹ ਸਾਜ, ਫਿਰ ਕਹਿੰਦੇ ਨੇ ਸਾਜ ਨਿਵਾਜੇ जियो पिंड दे प्राणा, निर्गुण आरे गुण नहीं कोई, तुम दान देहो मेहरबान। जिस ऊपर आके ना साच मिलांदा, वो सच दा दान दिंदा है। कौन? जेड़ा मन सच रूपी विचार धारण कर लैंदा है, वो हुण सच रूपी विचारां दी अपने अंदरली सृष्टि भाव अपने काया नूं वो दान दिंदा है। उसनूं कहंदे ने निवाजदा है सारी सृष्टि नूं, दान दे के। किहड़ा दान? सच दा। ਇਹ ਜਿਹੜੀ ਸ੍ਰਿਸ਼ਟੀ ਦੀ ਇਸ ਬੰਦ ਚ ਗੱਲ ਕਰ ਰਹੇ, ਇਹ ਪਹਿਲਾਂ ਸ੍ਰਿਸ਼ਟੀ ਸੀ। ਸਾਡੀ ਕਾਇਆ ਤਾਂ ਦੇਖੋ ਹਮੇਸ਼ਾ ਹੀ ਰਹਿਣੀ, ਕਾਇਆ ਰੂਪੀ ਕੋਟ ਆਕਾਰ ਸਾਡਾ ਹਮੇਸ਼ਾ ਰਹਿਣਾ, ਲੇਕਿਨ ਇਹ ਪਹਿਲਾ ਆਕਾਰ ਸੀ ਕੂੜ ਦਾ, ਕੂੜ ਸਭ ਸੰਸਾਰ ਸੀ। ਇੱਥੋਂ ਸਤਿਗੁਰੂ ਜੀ ਨੇ ਹੁਣ ਗੱਲ ਪਹਿਲਾਂ ਉੱਪਰ ਦੱਸ ਦਿੱਤਾ ਵੀ ਇਹ ਸ਼ਬਦ ਵਿੱਚ ਕਿਹੜੀ ਗੱਲ ਹੋਏਗੀ ਤੇ ਕਿੱਥੇ ਤੱਕ ਤੁਹਾਨੂੰ ਲੈ ਕੇ ਜਾਏਗਾ। ਇਹ ਪਹਿਲਾਂ ਉੱਪਰ ਸਤਿਗੁਰੂ ਜੀ ਨੇ ਗੱਲ ਕੀਤੀ, ਹੁਣ ਸਟਾਰਟ ਉੱਥੋਂ ਕਰ ਰਹੇ ਹਾਂ ਕਿ ਸਾਡਾ ਜਿਹੜਾ ਆਕਾਰ ਹੈ ਨਾ, ਸਾਡੀ ਜਿਹੜੀ ਅੰਦਰਲੀ ਸ੍ਰਿਸ਼ਟੀ ਹੈ, ਉਹਦੇ ਚ ਮਾਇਆ ਦਾ ਮੋਹ ਪਸਰਿਆ ਹੋਇਆ। ਇੱਥੋਂ ਹੁਣ ਸਤਿਗੁਰੂ ਜੀ ਗੱਲ ਸਟਾਰਟ ਕਰਦੇ ਆ ਕਿ ਹੁਕਮ ਵਿੱਚ ਸ੍ਰਿਸ਼ਟੀ ਸਾਜਣੀ ਹੈ ਨਾ, ਉੱਥੇ ਤੱਕ ਕਿਵੇਂ ਲੈ ਕੇ ਜਾਂਦੇ ਨੇ ਸਤਿਗੁਰੂ ਜੀ, ਉਹ ਗੱਲ ਸਟਾਰਟ ਕਰ ਰਿਹਾ। ਕਿੱਥੋਂ ਸਟਾਰਟ ਕਰ ਰਿਹਾ? ਜਿਹੜੀ ਇਹ ਕਾਇਆ ਰੂਪੀ ਸ੍ਰਿਸ਼ਟੀ ਖੇ ਭਸਮ ਦੀ ਢੇਰੀ ਹੋਈ ਪਈ ਸੀ, ਖੇ ਹੋਈ ਪਈ ਸੀ, ਮਾਇਆ ਦਾ ਮੋਹ ਪਸਰਿਆ ਹੋਇਆ ਸੀ। ਇੱਥੋਂ ਸਾਨੂੰ ਸਮਝਾਉਣਾ ਸ਼ੁਰੂ ਕਰਦੇ ਨੇ, ਕਹਿੰਦੇ ਨੇ ਹੋਈ ਕਿਉਂ ਸੀ ਇਹ ਮਾਇਆ ਦਾ ਮੋਹ, ਕਿਉਂ ਪਸਰਿਆ ਹੋਇਆ ਸੀ? ਇਹ ਕਾਇਆ ਦਾ ਹੈ ਤਾਂ ਆਕਾਰ, ਲੇਕਿਨ ਇਹ ਆਕਾਰ ਝੂਠਾ ਸੀ, ਇਹ ਕੂੜ ਸਭ ਸੰਸਾਰ ਸੀ। ਕਹਿੰਦੇ ਇਹਦਾ ਹੋਇਆ ਕਿਉਂ ਸੀ? ਕਹਿੰਦੇ ਨੇ ਬਿਨ, ਕਿਉਂਕਿ ਅਸੀਂ ਸ਼ਬਦ ਦੀ ਵਿਚਾਰਧਾਰਾ ਨੂੰ ਹੁਣ ਨਹੀਂ ਧਾਰਨ ਕੀਤਾ ਹੋਇਆ। ਜਦੋਂ ਤੱਕ ਅਸੀਂ ਸ਼ਬਦ ਦੀ ਵਿਚਾਰਧਾਰਾ ਨੂੰ ਨਹੀਂ ਧਾਰਨ ਕਰਦੇ ਆ, ਸਤਿਗੁਰੂ ਜੀ ਕਹਿੰਦੇ ਹੈ ਤਾਂ ਇਹ ਤੇਰੀ ਕਾਇਆ ਸ੍ਰਿਸ਼ਟੀ, ਲੇਕਿਨ ਇਹ ਮਾਇਆ ਮੋਹ ਪਸਰਿਆ ਹੋਇਆ, ਇਹ ਝੂਠੀ ਹੈ, ਇਹ ਸੱਚੀ ਤੇਰੀ ਕੁਦਰਤ ਨਹੀਂ ਹੋਈ ਹੈ, ਅਜੇ ਝੂਠੀ ਕੁਦਰਤ ਹੈ। ਤੈਨੂੰ ਇਹ ਅਜੇ ਸਮਝਾ ਰਹੇ ਆ ਵੀ ਤੇਰੀ ਕੁਦਰਤ ਝੂਠੀ ਹੈ, ਤੂੰ ਸ਼ਬਦ ਦੀ ਸ਼ਰਨ ਦੇ ਵਿੱਚ ਆ। ਇਸ ਨੂੰ ਜਿੱਥੇ ਉਰੇ ਇੱਕ ਗੱਲ ਕਰ ਰਹੇ ਨੇ ਨਾ ਕਾਇਆ ਕੋਟ ਦੀ, ਅਸੀਂ ਇੱਕ ਪਿਛਲਾ ਸ਼ਬਦ ਪੜ੍ਹ ਕੇ ਗਏ ਆ। ਇਸੇ ਤੋਂ ਪਿਛਲਾ ਸ਼ਬਦ ਥੋੜੇ ਦਿਨ ਪਹਿਲਾਂ ਸਾਂਝ ਕੀਤੀ ਸੀ, ਉੱਥੇ ਕਹਿੰਦੇ ਸੀ ਅਸੂਲ ਹੈ ਉੱਥੇ ਕੀ ਸੇਵਾ ਜੀ। ਪਿਛਲੇ ਸ਼ਬਦ ਚ ਸਤਿਗੁਰੂ ਜੀ ਸਾਨੂੰ ਨਾਲ ਸ਼ੇਅਰ ਕਰਕੇ ਗਏ ਨੇ। ਸਤਿਗੁਰੂ ਜੀ ਨੇ ਆਖਿਆ ਸੀ ਮਨਮੁਖ ਦੇਹੀ ਭਰਮ ਪਤਾਰੋ। ਜਦੋਂ ਇਹ ਸਾਡੀ ਅੰਦਰਲੀ ਸ੍ਰਿਸ਼ਟੀ ਦਾ ਪਤਾਰ ਭਰਮ ਹੁੰਦਾ ਨਾ, ਜਿਸ ਨੂੰ ਉਰੇ ਮਾਇਆ ਮੋਹ ਆਖਰੇ ਨਾ, ਬਿਨ ਸ਼ਬਦ ਆਖਰੇ ਨੇ, ਕਹਿੰਦੇ ਉਦੋਂ ਸਾਡੀ ਇਹ ਹੁੰਦੀ ਤਾਂ ਦੇਹੀ ਹੈ, ਲੇਕਿਨ ਕੰਚਨ ਨਹੀਂ ਹੁੰਦੀ। ਮਨ ਮੁਖ ਰੂਪੀ ਦੇਹੀ, ਉਹਦੇ ਭਾਵ ਇੱਥੇ ਮਨ ਦੇ ਮੁਖ ਤੋਂ ਭਾਵ ਮਨ ਦੀ ਮਤ, ਇਸ ਨੂੰ ਮਾਇਆ ਮੋਹ ਆਖਿਆ ਜਾ ਰਿਹਾ ਹੈ। ਮਨ ਦੀ ਦੁਰਮਤ ਦਾ ਪਸਾਰਾ ਹੋਇਆ ਰਹਿੰਦਾ, ਉਸਨੂੰ ਕਹਿੰਦੇ ਨੇ ਪੂਰੀ ਦੇਹੀ ਮਨ ਮਤ ਰੂਪੀ ਹੁੰਦੀ ਹੈ, ਉਸਨੂੰ ਮਾਇਆ ਦਾ ਮੋਹ ਪਸਰਿਆ ਹੋਇਆ ਹੁੰਦਾ ਹੈ। ਉਸਨੂੰ ਕਹਿੰਦੇ ਨੇ ਕਿਉਂ? ਕਹਿੰਦੇ ਨੇ ਭਰਮ ਪਤਾਰੂ ਕੀਤਾ ਹੋਇਆ ਉਸਨੇ। ਫਿਰ ਅਗਲੀ ਤੁਕ ਚ ਕਹਿੰਦੇ ਨੇ ਸਤਿਗੁਰੂ ਜੀ ਉਸਦੇ ਪਿਛਲੇ ਸ਼ਬਦ ਚ ਇੱਕ ਅੱਗੇ ਜਾ ਕੇ ਕਹਿੰਦੇ ਸੀ ਕੰਚਨ ਦੇਹੀ ਕਦੋਂ ਹੁੰਦੀ ਹੈ? ਕਹਿੰਦੇ ਸ਼ਬਦ ਪਤਾਰੂ, ਆਕਾਰ ਬਦਲ ਗਿਆ। ਇਸ ਨੂੰ ਕਹਿੰਦੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਹੁਕਮੀ ਹੋਵਨ ਆਕਾਰ। ਉਹ ਆਕਾਰ ਬਦਲ ਕਿਵੇਂ ਜਾਂਦਾ ਹੈ? ਨਵੀਂ ਸ੍ਰਿਸ਼ਟੀ ਕਿਵੇਂ ਸਜਦੀ ਹੈ? ਜਦੋਂ ਅਸੀਂ ਸ਼ਬਦ ਨੂੰ ਆਪਣਾ ਪਤਾਰ ਬਣਾ ਲੈਂਦੇ ਹਾਂ, ਜਦੋਂ ਸਾਡਾ ਮਨ ਸ਼ਬਦ ਨੂੰ ਆਧਾਰ ਬਣਾ ਕੇ ਸ਼ਬਦ ਦੇ ਵਿਚਾਰਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਵਿਲੀਨ ਕਰ ਦਿੰਦਾ ਹੈ। ਹਾਂਜੀ ਜੀ ਜੀ ਵੀਰ ਜੀ, ਅੱਜ ਸਮਾਂ ਹੈ ਇੱਕ ਸ਼ਬਦ ਦਾ ਪਾਠ ਹੋਰ ਕਰ ਲਾਂਗੇ। ਹਾਂਜੀ। ਕਾਇਆ ਕੰਚਨ ਕੋਟ ਆਪ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਇੰਦਾ। ਕਾਇਆ ਕੰਚਨ ਕੋਟ ਅਪਾਰਾ। ਪਿਛਲੇ ਪਦੇ ਵਿੱਚ ਅਸੀਂ ਪਾਠ ਕਰਕੇ ਆਇਆ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਬਿਨ ਸ਼ਬਦੇ ਭਸਮੇ ਕੀ ਢੇਰੀ, ਸ਼ਬਦ ਤੋਂ ਬਿਨਾਂ ਭਸਮ ਦੀ ਢੇਰੀ ਬਣੀ ਹੋਈ ਹੈ, ਭਾਵ ਕਦਰ ਨਹੀਂ ਪਾਈ। ਤੇ ਨਾਲ ਹੀ ਗੁਰੂ ਸਾਹਿਬ ਹੁਣ ਇੱਧਰ ਸਮਝਾਣਾ ਕਰ ਰਹੇ ਨੇ ਇਸ ਪਦੇ ਵਿੱਚ, ਕਾਇਆ ਕੰਚਨ ਕੋਟ ਅਪਾਰਾ। ਬੇਅੰਤ ਗੁਣਾ ਨਾਲ ਜਦੋਂ ਸ਼ਬਦ ਦੇ ਨਾਲ ਜੁੜਨਾ ਕਰਦੀ ਹੈ, ਮਾਨੋ ਬੇਅੰਤ ਗੁਣਾ ਨਾਲ ਭਰਪੂਰ ਹੋ ਗਈ ਹੈ ਕਾਇਆ, ਸੋਨੇ ਵਰਗੀ ਹੋ ਗਈ। ਹੁਣ ਇਸ ਕਾਇਆ ਦੀ ਕਦਰ ਕਰਨ ਲੱਗ ਪਏ। ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਪਰ ਕੰਚਨ ਦੀ ਹੋਈ ਕਿਸ ਤਰ੍ਹਾਂ? ਕਹਿੰਦੇ ਜਿਸ ਵਿੱਚ ਰਵਿਆ ਸ਼ਬਦ ਅਪਾਰਾ, ਜਿਸ ਵਿੱਚ ਸ਼ਬਦ ਵਸ ਗਿਆ, ਜਿਸ ਹਿਰਦੇ ਵਿੱਚ, ਜਿਸ ਮਨ ਵਿੱਚ ਸ਼ਬਦ ਵਸ ਗਿਆ, ਉਹਨੇ ਇਸ ਕਾਇਆ ਦੀ ਕਦਰ ਕਰਨੀ ਆਰੰਭ ਕਰ ਦਿੱਤੀ। ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਇੰਦਾ। ਗੁਰੂ ਦੇ ਅਨੁਸਾਰੀ ਹੋ ਕੇ ਗੁਣ ਗਾਉਣੇ ਆਰੰਭ ਕਰ ਦਿੱਤੇ। ਜਿਸਦੇ ਹਿਰਦੇ ਵਿੱਚ ਸ਼ਬਦ ਵਸ ਗਿਆ। ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਇੰਦਾ।
ਅਸੀਂ ਧਿਆਨ ਦਈਏ ਨਾ, ਪਿਛਲੇ ਪਦੇ ਵਿੱਚ ਉਹ ਅਵਸਥਾ ਸੀ ਜਦੋਂ ਮਾਇਆ ਦੇ ਮੋਹ ਵਿੱਚ ਪਏ ਹੋਏ ਅਸੀਂ ਜੀਵਨ, ਇੱਕ ਮਨੁੱਖ ਦਾ ਜੀਵਨ ਕਹਿ ਲਈਏ, ਵਿਕਾਰਾਂ ਦੇ ਵਿੱਚ ਪਿਆ ਹੋਇਆ ਤੇ ਦੁੱਖਾਂ ਵਾਲਾ ਜੀਵਨ ਬਤੀਤ ਹੋ ਰਿਹਾ ਸੀ। ਤੇ ਹੁਣ ਜਿਹੜਾ ਹੈ, ਜਦੋਂ ਸ਼ਬਦ ਵਸ ਗਿਆ ਅੰਦਰ, ਗੁਰ ਤੇ ਉਹਦਾ ਜੀਵਨ ਕਿਸ ਤਰ੍ਹਾਂ ਪਰਤਿਆ, ਉਸਦਾ ਜੀਵਨ ਕਿਸ ਤਰੀਕੇ ਦੇ ਨਾਲ ਬਦਲਿਆ। ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਇੰਦਾ। ਸਾਡੇ ਜੀਵਨ ਵਿੱਚ ਦੁੱਖ ਹਨ, ਉਹ ਸਾਡੇ ਆਪਣੇ ਹੀ ਬਣਾਏ ਹੋਏ ਹਨ, ਤੇ ਦੁੱਖਾਂ ਤੋਂ ਗੁਰੂ ਸਾਹਿਬ ਸੁੱਖਾਂ ਵਾਲਾ ਜੀਵਨ ਦੇ ਰਹੇ ਹਨ। ਤੇ ਸੁੱਖ ਕਿਸ ਤਰ੍ਹਾਂ ਬਣਦੇ ਹਨ, ਸੁੱਖਾਂ ਵਾਲਾ ਜੀਵਨ ਕਿਸ ਤਰ੍ਹਾਂ ਬਣਦਾ ਹੈ, ਆਤਮਕ ਆਨੰਦ ਤੱਕ ਕਿਸ ਤਰ੍ਹਾਂ ਅਸੀਂ ਪਹੁੰਚ ਸਕਦੇ ਹਾਂ, ਬਿਲਕੁਲ ਗੁਰੂ ਸਾਹਿਬ ਧੀਰੇ ਧੀਰੇ ਉਹੀ ਦ੍ਰਿਸ਼ਟਾਂਤ ਖਿੱਚ ਕੇ ਦੱਸ ਰਹੇ ਹਨ। ਉਸ ਤਰੀਕੇ ਦੇ ਨਾਲ ਮਨੁੱਖ ਕਿਸ ਤਰੀਕੇ ਦੇ ਨਾਲ ਉੱਥੇ ਤੱਕ ਅਪੜ ਜਾਂਦਾ, ਉੱਥੇ ਤੱਕ ਪਹੁੰਚ ਜਾਂਦਾ ਹੈ। ਜੀ ਹਰਵਿੰਦਰ ਵੀ ਜੀ। ਇੱਥੇ ਵੀ ਸੇਮ ਜਿਹੜਾ ਉਹ ਗੱਲ ਚਲਦੀ ਪਈ ਸੀ, ਉਹ ਅੱਗੇ ਆ ਜਾਂਦੀ ਵੀ ਯਾਰ ਕਾਇਆ ਰੂਪੀ ਕਿਲਾ ਜੋ ਤੈਨੂੰ ਰੱਬ ਵੱਲੋਂ ਮਿਲਿਆ ਹੈ ਨਾ, ਕਹਿੰਦਾ ਸੋਨੇ ਦਾ ਵੀ ਬਣ ਸਕਦਾ ਹੈ। ਉਹਦੇ ਕੋਲ ਕੋਈ ਸਰੀਰ ਫਿਜ਼ੀਕਲੀ ਸੋਨੇ ਦਾ ਨਹੀਂ ਬਣਦਾ। ਜੋ ਅਸੀਂ ਕਿਵੇਂ ਗੁਰੂ ਨੇ ਕੱਲ ਸਮਝਾਣੀ ਹੈ ਤੁਹਾਨੂੰ, ਸੋਨੇ ਤੋਂ ਬਹੁਤ ਹੀ ਬੇਸ਼ਕੀਮਤੀ ਰਤਨ ਜਵੇਹਰ ਲਾਲ ਹਰਨਾਮਾ। ਹੁਣ ਉਹ ਕਿਤੇ ਨਾ ਕਿਤੇ ਕੁਝ ਐਕਸਪਲੇਨ ਕਰਨਾ ਹੈ। ਸਾਡੀ ਜਿਹੜੀ ਅੱਜ ਦੀ ਜਿਹੜੀ ਵਰਤਮਾਨ ਦੀ ਭਾਸ਼ਾ ਹੈ, ਉਸ ਤੋਂ ਹੀ ਸ਼ਬਦਾਵਲੀ ਲੈ ਕੇ ਸਾਨੂੰ ਗੱਲ ਸਮਝਾਣੀ ਪਏਗੀ। ਇੱਥੇ ਕਿਤੇ ਵੀ ਜਿਹੜਾ ਤੇਰਾ ਕਾਇਆ ਰੂਪੀ ਕਿਲਾ ਹੈ ਨਾ, ਜੋ ਭਸਮ ਦੀ ਨਿਆਈ ਸੀ, ਜੇ ਉਹਨੇ ਰੱਬੀ ਗੁਣਾਂ ਦੇ ਨਾਲ ਸਾਂਝ ਨਹੀਂ ਪਾਈ, ਉਹਦੀ ਕੋਈ ਵੈਲਿਊ ਨਹੀਂ ਸੀ। ਕਹਿੰਦਾ ਲੇਕਿਨ ਕਹਿੰਦੇ ਬਿਨ ਸ਼ਬਦੇ ਕੀ ਹਾਲਤ ਸੀ ਉਹਦੀ, ਕਹਿੰਦਾ ਬਿਨ ਸ਼ਬਦੇ ਭਸਮੇ ਕੀ ਢੇਰੀ। ਜਦ ਤੱਕ ਸ਼ਬਦ ਨਹੀਂ ਸੀ ਮਿਲਿਆ ਉਹਨੂੰ, ਉਹ ਮਨੋ ਭਸਮ ਦੀ ਢੇਰੀ ਸੀ। ਕਹਿੰਦੇ ਤੇਰੀ ਇਹ ਹੀ ਕਾਇਆ, ਇਹ ਕਹਿੰਦਾ ਇਹ ਸੋਨੇ ਦੀ ਬਣ ਸਕਦੀ ਹੈ। ਕਾਇਆ ਕੰਚਨ ਕੋਟ ਅਪਾਰਾ, ਇਹਦੀ ਕੀਮਤ ਨਹੀਂ ਬਿਆਨ ਕਰ ਸਕੇਗਾ ਤੈਨੂੰ। ਅਸੀਂ ਸ਼ਬਦ ਜਿਹਨੂੰ ਨੈਕਸਟ ਲਾਈਨ ਕਹਿੰਦਾ, ਜਿਸ ਵਿੱਚ ਵਸਿਆ ਸ਼ਬਦ ਅਪਾਰਾ, ਜਿਸ ਕਾਇਆ ਦੇ ਵਿੱਚ ਇਹ ਅਪਾਰ ਸ਼ਬਦ ਦੀ ਮਤ ਵਸ ਜਾਵੇ, ਉਹ ਕਾਇਆ ਵੀ ਆਪ ਅਪਾਰ ਰੂਪ ਹੋ ਸਕਦੀ ਹੈ। ਕਹਿੰਦੇ ਇੱਕ ਹੋਰ ਕਹਿੰਦੇ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਇਹ ਕਾਇਆ ਕੰਚਨ ਦੀ ਹੋ ਸਕਦੀ ਹੈ, ਲੇਕਿਨ ਕਹਿੰਦਾ ਤੁਸੀਂ ਲੋੜ ਕੀ ਹੈ, ਕਹਿੰਦੇ ਮਿਲ ਪਾਰਸ ਕੰਚਨ ਹੋਇਆ। ਜਦੋਂ ਇਹਨੂੰ ਪਾਰਸ ਰੂਪ ਗੁਰੂ ਮਿਲ ਜਾਏਗਾ ਨਾ, ਤਾਂ ਇਹ ਕਾਇਆ ਜੋ ਅਦਰਵਾਈਜ਼ ਕੀ ਸੀ, ਕਹਿੰਦਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ। ਜੋ ਮਨੂਰ ਸੀ, ਸੜਿਆ ਗਲਿਆ ਹੋਇਆ ਲੋਹਾ ਸੀ, ਰਸਟਡ, ਕਹਿੰਦਾ ਉਹ ਵੀ ਜੇ ਇਹਨੂੰ ਕਹਿੰਦਾ ਜੇ ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਹੱਥੋਂ ਮਿਲ ਗਈ, ਗੁਰੂ ਵੱਲੋਂ ਗੁਰੂ ਦੇ ਰਾਹੋਂ ਮਿਲ ਗਈ, ਕਹਿੰਦੇ ਇਹ ਜਿਹੜਾ ਮਨੂਰ ਬਣ ਚੁੱਕਾ ਜਿਹੜਾ ਸਿੱਧਾ ਐਸੀ ਨਾ ਮਨ ਸੀ, ਉਹ ਵੀ ਕਹਿੰਦੇ ਸੋਨੇ ਵਰਗਾ ਹੋ ਸਕਦਾ। ਉਹ ਕਹਿੰਦੇ ਕਾਇਆ ਕੰਚਨ ਤਾਂ ਥੀਏ ਜਾਂ ਸਤਿਗੁਰ ਲਏ ਮਿਲਾਏ। ਅਦਰਵਾਈਜ਼ ਤੇਰੇ ਸਰੀਰ ਅਸੀਂ ਨਾ, ਤੈਨੂੰ ਮੌਕਾ ਬਹੁਤ ਅੱਛਾ ਮਿਲਿਆ। ਗੁਰੂ ਕਹਿੰਦਾ ਫਿਰ ਇਹ ਅਵਸਰ ਚਰੇ ਨਾ ਹਤਾ, ਇਹ ਮਨੁੱਖਾ ਦੇਹੀ ਵਾਲਾ ਅਵਸਰ ਤੈਨੂੰ ਬੇਸ਼ਕੀਮਤੀ ਮਿਲਿਆ। ਇਹ ਬੇਸ਼ਕੀਮਤੀ ਹੋ ਕੇ ਨਿਬੜੇਗਾ ਕਦੋਂ, ਕਹਿੰਦਾ ਜਦੋਂ ਇਹਨੂੰ ਗੁਰੂ ਮਿਲ ਜਾਏਗਾ। ਅਦਰਵਾਈਜ਼ ਤੂੰ ਆਪਣਾ ਜਿਹੜਾ ਜੋ ਭੁਪਿੰਦਰ ਜੀ ਕੋਟ ਕਰਦੇ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉੱਪਰ ਛਾਰੋ। ਅਦਰਵਾਈਜ਼ ਇਹਦੀ ਕੋਈ ਵੈਲਿਊ ਨਹੀਂ। ਲੇਕਿਨ ਇਹ ਕਾਇਆ ਹੀ ਕੰਚਨ ਦੀ ਵੀ ਹੋ ਸਕਦੀ ਹੈ, ਕਹਿੰਦਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ, ਜਿਹਦੇ ਵਿੱਚ ਇਹ ਸ਼ਬਦ ਦੇ ਸਿਧਾਂਤ ਜਿਹਦੇ ਵਿੱਚ ਟਿਕ ਜਾਣਗੇ ਨਾ, ਇਹ ਕਾਇਆ ਸੋਨੇ ਵਰਗੀ ਬੇਸ਼ਕੀਮਤੀ ਵੀ ਹੋ ਸਕਦੀ ਹੈ। ਕਹਿੰਦਾ ਗੁਰਮੁਖ ਗਾਵੇ ਸਦਾ ਗੁਣ ਸਾਚੇ। ਜਿਹੜਾ ਗੁਰੂ ਕੋਲੋਂ ਅਗਵਾਈ ਲੈਣਾ ਸ਼ੁਰੂ ਕਰ ਦਿੰਦਾ ਨਾ, ਉਹ ਆਪਣੀਆਂ ਸਿਫਤਾਂ ਕਰਵਾਉਣ ਦੇ ਚੱਕਰ ਵਿੱਚ ਨਹੀਂ ਪੈਂਦਾ, ਆਪਣੇ ਆਪ ਨੂੰ ਜਨਾਉਣ ਦੇ ਵਾਸਤੇ ਕੋਈ ਗੱਲ ਨਹੀਂ ਕਰਦਾ। ਸਿੱਧੀ ਕਿਸੇ ਨੇ ਬੰਦੇ ਆਮ ਤੌਰ ਤੇ ਬੜੇ ਚਲਾਕ ਹੁੰਦੇ ਨੇ, ਕਿਉਂਕਿ ਦੇਖੋ ਇਹ ਬੇਸਿਕਲੀ ਅਸੀਂ ਬ੍ਰਾਹਮਣ ਬੰਦਾ ਨਹੀਂ ਕਹਿ ਰਹੇ, ਲੇਕਿਨ ਬ੍ਰਾਹਮਣੀ ਸੋਚ ਜਿਹੜੀ ਹੈ ਨਾ, ਉਹ ਬੜੀ ਚਤਰੀ ਸੋਚ ਹੁੰਦੀ ਹੈ। ਸਾਡੇ ਵਿੱਚ ਵੀ ਹੈ, ਉਹ ਹਰ ਧਰਮ ਵਿੱਚ ਹੈ ਇੱਕ ਬ੍ਰਾਹਮਣਿਕਲ ਸੋਚ। ਇਹ ਬੰਦੇ ਬੜੇ ਚਤਰੇ ਹੁੰਦੇ ਨੇ, ਉਹ ਜਦੋਂ ਗੱਲ ਵੀ ਕਰਾਂਗੇ ਨਾ, ਉਹ ਆਪਣੇ ਆਪ ਨੂੰ ਦਾਸ ਤੇ ਇਹ ਕਹਿ ਕੇ ਕਰਨਗੇ, ਲੇਕਿਨ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾ ਆਪਣੀ ਵਡਿਆਈ ਦਾ ਛਾਪ ਸਾਡੇ ਮਨਾਂ ਤੇ ਛੋੜ ਜਾਣਾ ਚਾਹੁੰਦੇ ਹੀ ਨੇ। ਅਸੀਂ ਕੋਈ ਬਾਣੀ ਪੜ੍ਹਨੇ ਪਿਆ, ਕਿੱਥੇ ਵੀ ਗੁਰੂ ਸਾਹਿਬ, ਕੋਈ ਬੰਦਾ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਆਪਣੀ ਪੂਜਾ ਕਰਾਉਂਦੇ ਪਏ ਨੇ। ਪੂਰਾ ਇਤਨਾ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਆਕਾਰ ਲਿਖ ਦਿੱਤਾ ਗਿਆ, ਲੇਕਿਨ ਫਿਰ ਵੀ ਅਸੀਂ ਗੁਰੂ ਸਾਹਿਬ ਕਹਿੰਦੇ ਨਾਨਕ ਨੀਚ ਕਹੇ ਵਿਚਾਰ ਜਨ ਨਾਨਕ ਉਤਰੇ ਕਾਂਡੇ, ਉਹ ਆਪਣੇ ਆਪ ਤੇ ਫੇਤ ਨਹੀਂ ਲੈ ਕੇ ਆ ਰਹੇ। ਤੇ ਜਿਹੜੇ ਸਾਡੀ ਜਿਹੜੀ ਡਾਊਨ ਦੀ ਲਾਈਨ ਅਸੀਂ ਕਹਿੰਦਾ ਜਿਹੜਾ ਅਹੁਦੇਦਾਰ ਨੇ ਵੀ ਸੰਤ ਬਾਬੇ ਨੇ, ਉਹ ਆਪਣੇ ਆਪ ਤੇ ਫੇਤ ਲੈ ਜੋ ਅੱਛਾ ਬਾਬਾ ਜੀ ਕੋਲ ਪੁੱਤਰ ਮਿਲ ਜਾਏਗਾ, ਫਿਰ ਨਾਮ ਕਿਹਦਾ ਜਪਿਆ ਜਾ ਰਿਹਾ। ਕਹਿੰਦੇ ਲੇਕਿਨ ਜਿਸ ਨੂੰ ਜਿਹੜਾ ਬੰਦਾ ਗੁਰੂ ਕੋਲੋਂ ਅਗਵਾਈ ਲੈਣਾ ਸ਼ੁਰੂ ਕਰ ਦੇਗਾ ਨਾ, ਕਹਿੰਦੇ ਗੁਰਮੁਖ ਗਾਵੇ ਸਦਾ ਗੁਣ ਸਾਚੇ, ਉਹ ਕੇਵਲ ਤੇ ਕੇਵਲ ਉਹ ਇੱਕ ਪਰਮਾਤਮਾ ਦੇ ਗੁਣ ਹੀ ਗਾਏਗਾ। ਉਹ ਆਪਣਾ ਨਾਮ ਨਹੀਂ ਜਪਵਾਏਗਾ, ਉਹ ਰੱਬ ਦੇ ਨਾਮ ਜਪੇਗਾ।
ਕਹਿੰਦਾ ਮਿਲ ਪ੍ਰੀਤਮ ਸੁਖ ਪਾਏਗਾ। ਉਹ ਆਪਣੇ ਪਿਆਰੇ ਪਰਮਾਤਮਾ ਦੇ ਨਾਲ, ਪ੍ਰਭੂ ਦੇ ਨਾਲ ਮਿਲ ਕੇ ਉਹਦਾ ਜੀਵਨ ਜਿਹੜਾ ਹੈ ਨਾ ਉਹ ਬੜਾ ਸੁਖ ਭਰਪੂਰ ਜੀਵਨ ਉਹ ਬਣਾ ਲੈਂਦਾ ਹੈ। ਹਾਂਜੀ ਜੀ ਜੀ ਵੀਰ ਜੀ, ਬਿਲਕੁਲ। ਜਦੋਂ ਤੱਕ ਅਵਗੁਣਾਂ ਨਾਲ ਭਰੀ ਰਹਿੰਦੀ ਹੈ ਸਾਡੀ ਦੇਹੀ ਤੇ ਵਿਕਾਰਾਂ ਦੀ ਅਧੀਨਗੀ ਵਿੱਚ, ਮਿੱਟੀ ਵਿੱਚ ਅਸੀਂ ਰੋਲਦੇ ਰਹਿੰਦੇ ਹਾਂ ਦੇਹੀ ਨੂੰ, ਮਾਨੋ ਕਦਰ ਨਹੀਂ ਕੀਤੀ, ਕਦਰ ਨਹੀਂ ਪਾਈ, ਤੇ ਬਿਲਕੁਲ ਵਿਕਾਰਾਂ ਵਾਲੇ ਕਾਰ-ਵਿਹਾਰ ਕਰਦੇ ਰਹਿੰਦੇ ਆ। ਤੇ ਜਦੋਂ ਸ਼ਬਦ ਅੰਦਰ ਵਸ ਜਾਂਦਾ ਹੈ, ਜਦੋਂ ਗੁਣ ਅੰਦਰ ਵਸ ਜਾਂਦੇ ਹਨ, ਤੇ ਜੀਵਨ ਦੀ ਇੰਝ ਸਮਝੀਏ ਉੱਠਣਾ ਬੈਠਣਾ ਰਹਿਣੀ ਬਹਿਣੀ ਬਦਲ ਜਾਂਦੀ ਹੈ। ਮਾਨੋ ਕੰਚਨ ਦੀ ਦੇਹੀ ਹੋਗੀ, ਕਦਰ ਪਾ ਲਈ ਇਸ ਦੇਹੀ ਦੀ। ਬੜੀ ਖੂਬਸੂਰਤੀ ਨਾਲ ਆਪ ਜੀ ਵਿਚਾਰ ਖੋਲਦੇ ਹੋ ਜੀ ਭੂਆ ਜੀ। ਹਾਂਜੀ। ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਇਹ ਉਸ ਸ੍ਰਿਸ਼ਟੀ ਦੀ ਗੱਲ ਕਰਨ ਜੋ ਸਾਡੇ ਅੰਦਰ, ਜਿਸ ਨੂੰ ਅਸੀਂ ਕਾਇਆ ਕਹਿੰਦੇ ਆ, ਜਿਹੜਾ ਮਨ ਹੈ, ਜਿਹੜੀ ਸ੍ਰਿਸ਼ਟੀ ਪੈਦਾ ਕਰਦੀ ਹੈ, ਉਸ ਦੇ ਅੰਦਰ ਟੋਟਲੀ ਉਸਦੇ ਇੱਕ ਦੀ ਸਿੱਖਿਆ, ਉਸਦੇ ਗੁਣਾ, ਉਹਦੇ ਸਿਸਟਮ ਦੇ ਨਾਲ ਜਿਹੜਾ ਮਨ ਚੱਲ ਕੇ ਪੂਰੀ ਤਰ੍ਹਾਂ ਇੱਕ ਸੋਨੇ ਵਾਕਣ ਇੱਕ ਪ੍ਰਕਾਸ਼ਮਾਨ ਹੋ ਜਾਂਦਾ ਹੈ। We can say that it has awakened, ਪ੍ਰਕਾਸ਼ਵਾਨ ਹੋ ਚੁੱਕਾ ਹੈ। ਔਰ ਇਹੀ ਜੋ ਸ੍ਰਿਸ਼ਟੀ ਬਣਦੀ ਹੈ, ਇਹ ਗੁਰਮੁਖਾਂ ਦਾ ਮਨ ਹੈਗਾ, ਜੋ ਫਿਰ ਸਦਾ ਟਾਈਮ ਕਾਵੇ ਸਦਾ ਗੁਣ ਸਾਚੇ। ਗੁਣ ਗਾਣਾ ਦਾ ਮਤਲਬ ਹੈ ਹੀ ਇਜ਼ ਇਨ ਟਿਊਨ, ਉਹਦੀ ਪੂਰੀ ਇੰਪਲੀਮੈਂਟੇਸ਼ਨ ਉਹ ਮਨ ਕਰਦਾ ਰਹਿੰਦਾ ਹੈ। ਔਰ ਜਦੋਂ ਇੰਪਲੀਮੈਂਟੇਸ਼ਨ ਕਰਦਾ ਹੈ, ਪੂਰੀ ਸਾਂਝ ਪਾਉਂਦਾ ਹੈ, ਪੂਰੀ ਤਰ੍ਹਾਂ ਭਿੱਜ ਜਾਂਦਾ ਹੈ, ਤੇ ਫਿਰ ਮਿਲ ਪ੍ਰੀਤਮ ਸੁਖ ਪਾਏਦਾ। ਇਹੀ ਐਕਸਪੀਰੀਅੰਸ ਇਸ ਸੁਖ, ਇਹ ਜਿਹੜਾ ਅੰਦਰੋਂ ਐਕਸਪੀਰੀਅੰਸ ਕਰਦਾ ਹੈ, ਇਹੀ ਫਿਰ ਉਸਦੀ ਸਾਂਝ ਪੈ ਜਾਂਦੀ, ਇਹੀ ਉਸਦਾ ਵੈਸੇ ਸੁਖ ਪਾਉਂਦਾ ਹੈ। ਹਾਂਜੀ ਜੀ ਜੀ ਭੂਆ ਜੀ, ਕੰਚਨ ਦੇਹੀ ਨੂੰ ਪ੍ਰਕਾਸ਼ਮਾਨ ਮਨ ਨਾਲ ਆਪ ਨੇ ਬੜਾ ਖੂਬਸੂਰਤ ਅੱਖਰ ਇਸਤੇਮਾਲ ਕੀਤਾ। ਮਨ ਪੂਰਾ ਪ੍ਰਕਾਸ਼ ਹੋ ਜਾਣਾ, ਉਸ ਪਰਮਾਤਮਾ ਦੀ ਜੋਤ ਦੇ ਨਾਲ ਜਗ ਪੈਣਾ, ਜਾਗ੍ਰਿਤ ਹੋ ਜਾਣਾ। ਜੀ ਭੁਪਿੰਦਰ ਜੀ। ਭੁਪਿੰਦਰ ਵੀਰ ਜੀ, ਆਵਾਜ਼ ਨਹੀਂ ਆ ਰਹੀ ਆਪ ਜੀ ਦੀ। ਹਾਂਜੀ, ਹੁਣ ਉਸ ਜਿਹੜੀ ਅਲਰਟਨੈਸ ਅਵੇਅਰਨੈਸ ਹੈ ਨਾ, ਉਸ ਅਵੇਅਰਨੈਸ ਵਿੱਚ ਸਮਝਾਇਆ ਹੈ ਕਿ ਇਹ ਕਾਇਆ ਦਾ ਮਾਇਆ ਦੇ ਪਸਾਰੇ ਦੇ ਬਦਲੇ ਅੰਦਰ ਦਾ ਨਵਾਂ ਚੰਗਾ ਆਕਾਰ ਬਣਦਾ ਹੈ ਨਾ, ਉਹ ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਰਵਿਆ ਕੀ ਹੁੰਦਾ ਹੈ? ਅਸੀਂ ਜਪਜੀ ਦੀ ਵਿਚਾਰ ਕਰ ਸੀ ਨਾ, ਉਹਦੇ ਚ ਅਸੀਂ ਸਮਝ ਰਹੇ ਸੀ ਇੱਥੇ ਲੋ ਆਕਾਰ, ਉਹਦਾ ਇੱਕ ਇੱਕ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਦਾ ਇੱਕ ਇੱਕ ਆਕਾਰ ਰੱਬੀ ਗੁਣਾ ਵਾਲਾ ਬਣ ਜਾਂਦਾ, ਕਿਉਂਕਿ ਉਹਦੇ ਚ ਚਾਨਣ ਹੋ ਜਾਂਦਾ ਹੈ। ਰਵਿਆ ਹੁੰਦਾ ਹੈ, ਰੱਬ ਬਣਿਆ। ਉਸ ਦਿਨ ਮੈਂ ਸਾਲ ਕੀਤੀ ਸੀ, ਸੂਰਜ ਨੂੰ ਰੱਬ ਕਹਿੰਦੇ ਨੇ। ਰਵਿਆ ਹੁੰਦਾ ਹੈ, ਉਹਦਾ ਚਾਨਣ ਇੱਕ ਅੰਗ ਤੇ ਪੈ ਗਿਆ, ਉਹਦਾ ਰੱਬੀ ਗੁਣਾ ਵਾਲਾ, ਸਾਰਾ ਚਾਨਣ ਵਾਲਾ, ਜਾਗ੍ਰਿਤ ਅਵਸਥਾ ਵਾਲਾ, ਪ੍ਰਕਾਸ਼ਮਾਨ ਉਹਦਾ ਆਕਾਰ। ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਇਦਾ। ਉਹ ਰੱਬੀ ਸਤਿਗੁਰ ਦੀ ਮੱਤ ਲੈ ਕੇ, ਚਾਨਣ ਵਾਲੀ ਮੱਤ ਲੈ ਕੇ, ਰੱਬੀ ਗੁਣਾ ਵਾਲਾ ਜੀਵਨ ਆਪ ਅਤੇ ਆਪਣੀ ਸਾਰੀ ਸ੍ਰਿਸ਼ਟੀ ਨੂੰ ਉਸ ਪਾਸੇ ਪਾਣਯੋਗ ਹੋ ਜਾਂਦਾ ਹੈ। ਇਹਦੇ ਬਾਰੇ ਉਹ ਸਮਝਦਾ ਹੈ, ਇਹ ਉਹਨੂੰ ਇਸ ਬਾਰੇ ਵੀ ਸਮਝ ਹੈ ਕਿ ਮੇਰੀ ਕਾਇਆ ਕੰਚਨ ਕਿਵੇਂ ਬਣਦੀ ਹੈ, ਔਰ ਇਹਦੇ ਬਾਰੇ ਅਵੇਅਰ ਹੈ ਕਿ ਜੇ ਮਾਇਆ ਦਾ ਪਸਾਰਾ ਕਰਾਂਗਾ ਤਾਂ ਮੇਰੀ ਕਾਇਆ ਦਾ ਕੀ ਨੁਕਸਾਨ ਹੁੰਦਾ ਹੈ। ਜਿਨ੍ਹਾਂ ਗੱਲਾਂ ਦੇ ਨਾਲ ਨੁਕਸਾਨ ਹੁੰਦਾ ਹੈ, ਉਹਨਾਂ ਦੇ ਨਾਲ ਡਿਸਟਰਕਸ਼ਨ ਹੁੰਦੀ ਹੈ। ਅੱਜ ਤੁਸੀਂ ਅਸੀਂ ਸਾਰੇ ਮਿਲ ਕੇ ਵਰਲਡ ਵਾਰ ਕਰ ਰਹੇ ਹਾਂ, ਇਹ ਡਿਸਟਰਕਸ਼ਨ ਹੈ। ਅੱਜ ਤੁਸੀਂ ਅਸੀਂ ਸਾਰੇ ਮਿਲ ਕੇ ਪੋਲਿਊਟਿਡ ਕਰ ਰਹੇ ਹਾਂ, ਡਿਸਟਰਕਸ਼ਨ ਹੈ। ਇਸ ਦਾ ਜਿਤਨੀ ਡਿਸਟਰਕਸ਼ਨ ਹੈ, ਉਹ ਵਾਲੇ ਸਾਰੇ ਅਵਗੁਣਾਂ ਨੂੰ ਉਥਾਪ ਚੁੱਕਾ ਹੈ। ਉਹਨੂੰ ਉਥਾਪੇ ਦੇ ਨਿਯਮ ਬਾਰੇ ਵੀ ਪਤਾ ਹੈ, ਔਰ ਥਾਪਣ ਦੇ ਨਿਯਮ ਬਾਰੇ ਵੀ ਪਤਾ ਹੈ। ਇਹੀ ਸੱਚਾ ਨਿਆਂ ਲੈ ਕੇ ਉਹ ਚੱਲ ਰਿਹਾ ਹੈ। ਉਹਨੇ ਆਪਣੀ ਸ੍ਰਿਸ਼ਟੀ ਸਾਜੀ ਹੈ, ਔਰ ਇਹੀ ਜਦੋਂ ਅਸੀਂ ਪੁਆਇੰਟ ਨੂੰ ਲੈ ਕੇ ਪਹਿਲੀ ਪੌੜੀ 'ਚ ਲੈ ਕੇ ਜਾਵਾਂਗੇ ਨਾ, ਆਪੀ ਨੇ ਆਪ ਸਾਜੀ, ਉਹਨੇ ਨਿਜ ਘਰ ਚੋਂ ਸਤਿਗੁਰ ਦੀ ਮੱਤ ਲੈ ਕੇ ਆਪਣੇ ਆਪ ਨੂੰ ਸਾਜਿਆ, ਨਿਵਾਜਿਆ, ਸ਼ਿੰਗਾਰਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਫਿਰ ਸਾਰਾ ਨਿਯਮ ਨਾਉ, ਨਿਯਮਾਵਲੀ ਆਪਣੀ ਸ੍ਰਿਸ਼ਟੀ ਰਚੀ ਅੰਤਰ ਦੀ, ਇਹਨੇ ਰਚਿਓ ਨਾਉ। ਦੂਈ ਕੁਦਰਤ ਸਾਜੀ, ਉਸਨੇ ਸਾਰਿਆਂ ਨੂੰ ਇਹ ਪੂਰਾ ਨਿਯਮ, ਇਹ ਤਾਕਤ ਦਿੱਤੀ, ਚੰਗੇ ਗੁਣ ਦਿੱਤੇ। ਉਹਨੇ ਇਹ ਪੂਰੀ ਨਿਯਮਾਵਲੀ ਦੀ ਨਾ, ਸਾਰੀ ਕੁਦਰਤ ਦਾ ਇਹ ਸਿਸਟਮ ਆਪਣਾ ਅੰਦਰ ਰਚਦਾ ਹੈ, ਕਿਹਦੇ ਹੁਕਮ ਅਨੁਸਾਰ, ਕੁਦਰਤ ਦੇ ਨਿਯਮਾਂ ਅਨੁਸਾਰ। ਉਹਨੂੰ ਕੁਦਰਤ ਦੇ ਦੋਨੋਂ ਨਿਯਮ ਪਤਾ ਨਹੀਂ ਕਿ ਜੇ ਮਾਇਆ ਦਾ ਕੋਟ ਅਕਾਰਾ ਬਣਾਵਾਂਗਾ ਤਾਂ ਕਾਇਆ ਖੇਸੇਤੀ ਰਲ ਜਾਂਦੀ ਹੈ, ਤੇ ਜੇ ਮੈਂ ਸਤਿਗੁਰ ਦੀ ਮੱਤ ਲੈ ਕੇ ਪਵਿੱਤਰਤਾ ਵਾਲਾ ਬਣਾਵਾਂਗਾ
ਤਾਂ ਕੰਚਨ ਵਾਲੀ ਬਣਦੀ ਹੈ। ਇਹ ਦੋਨੋਂ ਅਵਸਥਾਵਾਂ ਉਹ ਮਨ ਸਾਂਝ ਕਰ ਰਿਹਾ ਹੈ ਜਿਹਨੇ ਆਪਣੀ ਅੰਦਰ ਦੀ ਸ੍ਰਿਸ਼ਟੀ ਸਾਜੀ ਹੈ। जी आपी ने सुनाओ दुई कुदरत साजी है कर आसन डिठो चाओ, अंदर बैठ के देखदा है, बड़े चाह नाल अपनी सृष्टि नूं देखदा है। किहड़ा मन जिहड़ा रब जी नाल मर्ज हो चुका है, अंदरों देख रहा है, आपे देख दुई कुदरत साजी कर आसन डिठो चाओ, दाता करता आप तू, वो बन जाता है अपनी सारी सृष्टि दा, चंगे गुणा दी दात देई जांदा है, उन्हां दा क्रिएटर बन जाता है सतगुर जी मत अनुसार, क्योंकि वो मर्ज हो चुका है ना, उत्थे उहदे कोल सारे गुण प्राप्त ने, सो पातशाह शाह पातशाह बन चुका होया। हाँ जी, वो फिर अपनी सारी गुरु दी मत नूं लैके रब्बी गुणा वाला कीर्ति करन वाला हमेशा सिफतां वाला अपना सारा करदा ते मन करके आप भी सुखी ते सारी सृष्टि भी सुखी। ये दे प्रैक्टिकल अर्थ असीं समझदे हां। ठीक है जी ਵੀਰ ਜੀ, ਆਪ ਜੀ ਨੇ ਰਵਿਆਂ ਨੂੰ ਰੱਬ ਦੇ ਨਾਲ ਜੋੜ ਕੇ, ਸੂਰਜ ਦੇ ਨਾਲ ਜੋੜ ਕੇ ਪ੍ਰਕਾਸ਼ ਹੋਣ ਨੂੰ ਹੋਰ ਖੂਬਸੂਰਤੀ ਨਾਲ ਖੋਲ ਦਿੱਤਾ ਆਪਾਂ, ਬੜੇ ਸੋਹਣੇ ਤਰੀਕੇ ਦੇ ਨਾਲ। ਅਸੀਂ ਧਿਆਨ ਵੀ ਦਈਏ ਨਾ, ਗੁਰੂ ਸਾਹਿਬ ਬੜੇ ਸਹਿਜੇ ਸਹਿਜੇ ਸਾਨੂੰ ਟੋਰ ਰਹੇ ਹਨ। ਅਗਲੇ ਪਦੇ ਵੱਲ ਵੀ ਅਸੀਂ ਧਿਆਨ ਦਈਏ ਤੇ ਕਾਇਆ ਹਰ ਮੰਦਰ ਹਰ ਆਪ ਸਵਾਰੇ, ਸਹਿਜੇ ਸਹਿਜੇ ਬਹੁਤ ਖੁੱਲਾ ਟਾਈਮ विचार चल रही है, बड़ी डूंगे विचार सुखविंदर ਵੀਰ ਜੀ। ਹਾਂਜੀ ਵੀਰ ਜੀ, ਵੀਰ ਜੀ ਦੇਖੋ ਇੱਕ ਨਾ ਪਿਛਲੇ ਬੰਦ ਦੇ ਵਿੱਚ, ਇਸ ਬੰਦ ਦੇ ਵਿੱਚ ਇੱਕ ਬੜਾ ਪਿਆਰਾ ਇੱਕ ਲਫ਼ਜ਼ ਸਤਿਗੁਰੂ ਜੀ ਨੇ ਨਵਾਂ ਐਡ ਕਰ ਦਿੱਤਾ। ਪਿੱਛੇ ਵੀ ਲਫ਼ਜ਼ ਯੂਜ਼ ਕੀਤਾ ਸੀ ਕਾਇਆ ਕੋਟ ਹੈ ਆਕਾਰਾ, ਉਰੇ ਵੀ ਕਹਿੰਦੇ ਨੇ ਕਾਇਆ ਕੋਟ ਅਪਾਰਾ, ਲੇਕਿਨ ਹੁਣ ਇਹਦੇ ਨਾਲ ਲਫ਼ਜ਼ ਜੋੜਤਾ ਕੰਚਨ। ਦੇਖੋ ਜਿਹੜਾ ਆਕਾਰ ਹੈ ਨਾ, ਇੱਕ ਆਕਾਰ ਦੇ ਬਾਰੇ ਅਸੀਂ ਹੋਰ ਸਮਝ ਲਈਏ, ਆਕਾਰ ਸਾਡੀ ਕਾਇਆ ਤਾਂ ਹਮੇਸ਼ਾ ਹੀ ਰਹਿਣੀ ਹੈ, ਚਾਹੇ ਅਸੀਂ ਕੂੜ ਦੀ ਮੱਤ ਧਾਰਨ ਕਰੀਏ, ਚਾਹੇ ਅਸੀਂ ਸਤਿਗੁਰੂ ਦੀ ਮੱਤ ਧਾਰਨ ਕਰੀਏ, ਕਾਇਆ ਰੂਪੀ ਆਕਾਰ, ਕਾਇਆ ਰੂਪੀ ਸ੍ਰਿਸ਼ਟੀ ਤਾਂ ਹਮੇਸ਼ਾ ਰਹਿਣੀ ਹੈ। ਲੇਕਿਨ ਕੀ ਹੁੰਦਾ ਹੈ, ਜਦੋਂ ਅਸੀਂ ਸ਼ਬਦ ਦੀ ਟੇਕ ਨਹੀਂ ਲੈਂਦੇ ਆ, ਮਾਇਆ ਦੇ ਵਿੱਚ ਫਸੇ ਰਹਿੰਦੇ ਆ, ਤਾਂ ਸਾਡਾ ਉਹ ਜਿਹੜਾ ਆਕਾਰ ਹੈ ਨਾ, ਉਹ ਕੰਚਨ ਨਹੀਂ ਬਣਦਾ, ਉਹ ਕੂੜ ਵਾਲੀ ਅਵਸਥਾ ਉੱਥੇ ਛਾਈ ਰਹਿੰਦੀ ਹੈ। ਅਸੀਂ ਕੂੜ ਦੇ ਵਿੱਚ ਹੀ ਕਰਮ ਕਰਦੇ ਹਾਂ, ਆਪ ਵੀ ਕੂੜਿਆਰ ਹੋ ਜਾਂਦੇ ਆ, ਤੇ ਸਾਡਾ ਸਾਰਾ ਸੰਸਾਰ ਵੀ ਕੂੜਿਆਰ, ਭਾਵ ਸਾਡੇ ਸਾਰੇ ਇੰਦਰੇ ਕਰਮ ਇੰਦਰੇ ਸਾਰੇ ਅਸੀਂ ਜੋ ਕੰਮ ਵੀ ਕਰਦੇ ਆ ਨਾ, ਉਹ ਵੀ ਕੂੜੇ ਕੰਮ ਕਰਦੇ ਆ, ਜਿਸਨੂੰ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਬਿਨਾ ਔਰ ਕੱਚੀ ਆ ਬਾਣੀ। ਫਿਰ ਕੀ ਹੁੰਦਾ, ਕਹਿੰਦੇ ਤੂੰ ਕਹਿੰਦੇ ਵੀ ਕੱਚੇ, ਸੁਣਦੇ ਵੀ ਕੱਚੇ, ਕੱਚੀ ਆਖੋ, ਸਭ ਕੁਝ ਸਾਡਾ ਕੂੜ ਹੀ ਹੁੰਦਾ। ਸਾਡਾ ਬੋਲਣਾ ਵੀ ਕੂੜ ਹੁੰਦਾ, ਸਾਡਾ ਸਮਝਣਾ ਵੀ ਕੂੜ ਹੁੰਦਾ, ਸਾਡਾ ਚੱਲਣਾ ਵੀ ਕੂੜ ਹੁੰਦਾ, ਸਾਡੇ ਕਰਮ ਵੀ ਕੂੜ ਦੇ ਵਿੱਚ ਹੁੰਦੇ ਆ। ਕਹਿੰਦੇ ਨੇ ਜਦੋਂ ਅਸੀਂ ਕੰਚਨ ਕੀ ਹੈ, ਕੰਚਨ ਕਹਿੰਦੇ ਨੇ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਸ਼ਬਦ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਜਦੋਂ ਸਾਡੇ ਅੰਦਰ ਸ਼ਬਦ, ਅਸੀਂ ਸ਼ਬਦ ਦਾ ਆਧਾਰ ਲੈ ਲੈਂਦੇ ਆ ਨਾ, ਤਾਂ ਸ਼ਬਦ ਨੂੰ ਹੀ ਕੰਚਨ ਆਖਦੇ। ਕਹਿੰਦੇ ਤੁਹਾਡਾ ਸ਼ਬਦ ਕੰਚਨ ਰੂਪੀ ਸ਼ਬਦ ਹੈ, ਜਿਹੜਾ ਉਹ ਤੁਹਾਡੀ ਪੂਰੀ ਸ੍ਰਿਸ਼ਟੀ ਤੇ ਪਸਰ ਜਾਂਦਾ ਹੈ, ਰਵਿਆ ਜਾਂਦਾ ਹੈ। ਪੂਰੀ ਸ੍ਰਿਸ਼ਟੀ ਦੇ ਇੱਕ ਇੱਕ ਕੋਨੇ ਨੇ, ਜਿਸ ਨੂੰ ਆਖਦੇ ਨੇ ਵਿਣ ਨਾਵੈ ਨਾਹੀ ਕੋ ਥਾਉ। ਹੁਣ ਸਾਡੀ ਅੰਦਰਲੀ ਸ੍ਰਿਸ਼ਟੀ 'ਚ ਕੋਈ ਇੱਕ ਛੋਟੇ ਤੋਂ ਛੋਟਾ ਥਾਂ ਵੀ ਐਵੇਂ ਦਾ ਨਹੀਂ ਹੈ ਜਿੱਥੇ ਸਾਡਾ ਸ਼ਬਦ ਨਹੀਂ ਰਵ ਰਿਹਾ, ਨਾਮ ਨਹੀਂ ਰਵ ਰਿਹਾ। ਵਿਣ ਨਾਵੈ ਕਹਿੰਦੇ ਹੁਣ ਨਾਹੀ ਕੋ ਥਾਉ। ਪਹਿਲਾਂ ਕੀ ਕਹਿੰਦੇ ਸੀ, ਕਹਿੰਦੇ ਨੇ ਜੀ ਜਾਤ ਰੰਗਾ ਕੇ ਨਾਮ, ਕਈ ਨਾਵਾਂ ਦੇ ਰੂਪ ਰੰਗਾਂ ਦੇ ਨਾਮ ਉੱਥੇ ਕੀ ਕਹਿੰਦੇ ਪਸਰੇ ਹੋਏ ਸਨ, ਜਿਸ ਉੱਪਰ ਕਹਿੰਦੇ ਮਾਇਆ ਮੋਹ ਪਸਰਿਆ। ਹੁਣ ਕਹਿੰਦੇ ਨਹੀਂ, ਹੁਣ ਕਹਿੰਦੇ ਨੇ ਸਿਰਫ ਨਾਮ ਤੋਂ ਬਿਨਾ ਜੇਤਾ ਕੀਤਾ ਤੇਤਾ ਨਾ, ਵਿਣ ਨਾਵੈ ਨਾਹੀ ਕੋ ਥਾਉ। ਕਿਤੇ ਵੀ ਇੱਕ ਛੋਟੀ ਤੋਂ ਛੋਟੀ ਜਗ੍ਹਾ ਵੀ ਨਾਮ ਤੋਂ ਬਿਨਾ ਸਾਡੀ ਸ੍ਰਿਸ਼ਟੀ ਵਿੱਚ ਹੁਣ ਪਸਾਰਾ ਹੋ ਹੀ ਨਹੀਂ ਰਿਹਾ। ਇੱਕ ਸਤਿਗੁਰੂ ਜੀ ਨਾ ਉੱਪਰ ਲਫ਼ਜ਼ ਯੂਜ਼ ਕਰਕੇ ਆਏ ਨੇ ਖੇ, ਇਹ ਮੇਰੇ ਦਿਮਾਗ ਵਿੱਚ ਆਇਆ ਸੀ। ਦੇਖੋ ਸਤਿਗੁਰੂ ਜੀ ਦੇ ਨਾ ਇੱਕ ਤਰੀਕਾ ਹੋਇਆ ਗੁਰਬਾਣੀ, ਇਹ ਕੀ ਕਹਿੰਦੇ ਸਾਨੂੰ ਸਮਝਾਉਣ ਦਾ। ਇਹ ਸਾਰੇ ਜਿਤਨੇ ਮਹਿਲੇ ਹੋਏ ਨੇ, ਇਹਨਾਂ ਸਾਰਿਆਂ ਨੇ ਆਪਣੀ ਸ੍ਰਿਸ਼ਟੀ ਸਾਜੀ, ਹੁਕਮ ਦੇ ਵਿੱਚ ਸ੍ਰਿਸ਼ਟੀ ਸਾਜੀ, ਲੇਕਿਨ ਪਹਿਲੀ ਸ੍ਰਿਸ਼ਟੀ ਨੂੰ ਇਹਨਾਂ ਨੇ ਉਥਾਪਣਾ ਕੀਤਾ। ਪਹਿਲੀ ਸ੍ਰਿਸ਼ਟੀ ਨੂੰ ਉਥਾਪਿਆ, ਪਹਿਲੀ ਸ੍ਰਿਸ਼ਟੀ ਸੀ ਮਾਇਆ ਮੋਹ ਦੀ। ਫਿਰ ਇਹਨਾਂ ਨੇ ਥਾਪਿਆ ਕਿ ਉਸ ਸ੍ਰਿਸ਼ਟੀ ਵਿੱਚ ਚੇਂਜ ਕੀ ਕੀਤਾ, ਨਿਆਓ ਚੇਂਜ ਕਰ ਦਿੱਤਾ। ਪਹਿਲਾਂ ਉੱਥੇ ਹੁੰਦਾ ਸੀ ਸੱਚ, ਨਿਆਏ ਨਹੀਂ ਸੀ ਹੁੰਦਾ, ਕਿਉਂਕਿ ਸਾਹਿਬ ਸੱਚਾ ਨਹੀਂ ਸੀ। ਸਾਚਾ ਸਾਹਿਬ ਹੋਇਆ ਤਾਂ ਸੱਚ ਨਿਆਏ ਉੱਥੇ ਸ਼ੁਰੂ ਹੋਇਆ, ਜਿਸ ਨੂੰ ਉੱਪਰ ਸਤਿਗੁਰੂ ਜੀ ਆਖਰ ਨੇ ਆਪੇ ਨਿਆਓ ਕਰੇ ਸਭ ਸਾਚਾ।
ਨਿਆਉ ਚੇਂਜ ਕੀਤਾ, ਭਾਵ ਸੱਚ ਚੇਂਜ ਕਰ ਦਿੱਤਾ। ਪਹਿਲਾਂ ਮਾਇਆ ਮੋਹ ਦੀ ਜਗ੍ਹਾ ਤੇ ਅੰਦਰ ਸੱਚ ਦਾ ਨਿਆਂ ਹੋਣ ਲੱਗ ਗਿਆ, ਕਿਉਂਕਿ ਸਾਹਿਬ ਸੱਚਾ ਹੋ ਗਿਆ। ਸਤਿਗੁਰੂ ਜੀ ਦਾ ਨਾ ਇੱਕ ਤਰੀਕਾ ਹੈ ਇਹ ਸਾਰਿਆਂ ਦਾ ਗੁਰਬਾਣੀ ਉਚਾਰਨ ਦਾ, ਬਿਲਕੁਲ ਉਹਨਾਂ ਨੇ ਉਹੀ ਤਰੀਕਾ ਆਸਾ ਦੀ ਵਾਰ ਵਿੱਚ ਸ਼ੁਰੂ ਤੋਂ ਹੀ ਪਹਿਲੀ ਪੌੜੀ ਦੇ ਵਿੱਚ ਦੱਸ ਦਿੱਤਾ ਕਿ ਆਪੀ ਨੇ ਆਪ ਸਾਜੋ, ਆਪੀ ਨੇ ਰਚਨਾ, ਦੂਈ ਕੁਦਰਤ ਸਾਜੀ ਹੈ, ਸਾਜੀ ਗਈ। ਫਿਰ ਅੱਗੇ ਅੱਗੇ ਗੱਲਾਂ ਕਰਦੇ ਨੇ ਇਹ ਸਾਜਣਾ ਤੱਕ ਅਸੀਂ ਕਿਵੇਂ ਪਹੁੰਚੇ ਹਾਂ। ਇਸ ਸ਼ਬਦ ਵਿੱਚ ਵੀ ਉਸ ਤਰ੍ਹਾਂ ਹੀ ਪਹਿਲੇ ਬੰਦ ਵਿੱਚ ਇਹ ਦੱਸ ਦਿੱਤਾ ਕਿ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਪਹਿਲੇ ਹੀ ਦੱਸ ਦਿੱਤਾ ਅਸੀਂ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਗਈ। ਆਪੇ ਕਰਤਾ ਨੇ, ਜਦੋਂ ਮਨ ਕਰਤਾ ਰੂਪੀ ਪ੍ਰਮਾਤਮਾ ਦੇ ਵਿਚਾਰਾਂ ਨੂੰ ਅੰਦਰ ਵਸਾ ਲੈਂਦਾ ਤਾਂ ਮਨ ਕਰਤਾ ਰੂਪੀ ਪ੍ਰਮਾਤਮਾ ਦਾਤਾ ਬਣ ਜਾਂਦਾ ਤੇ ਫਿਰ ਆਪਣੇ ਆਪ ਹੁਕਮ ਵਿੱਚ ਸ੍ਰਿਸ਼ਟੀ ਸਾਜਦਾ, ਇੱਥੋਂ ਹੁਕਮ ਵਿੱਚ ਚੱਲਣ ਲੱਗ ਜਾਂਦਾ ਹੈ। ਇੱਥੇ ਵੀ ਉਹ ਦੱਸ ਰਹੇ ਵੀ ਹੁਕਮ ਵਿੱਚ ਇਹ ਸ੍ਰਿਸ਼ਟੀ ਸੀ ਸਾਜੀ ਗਈ। ਫਿਰ ਦੱਸਦੇ ਨੇ ਕਿੱਥੋਂ ਦੀ ਕੀ ਕਹਿੰਦੇ ਯਾਤਰਾ ਸ਼ੁਰੂ ਹੋਈ ਸੀ। ਉਹ ਯਾਤਰਾ ਕਿੱਥੋਂ ਸਟਾਰਟ ਹੋਈ ਸੀ। ਕਹਿੰਦੇ ਨੇ ਸਾਡੀ ਕਾਇਆ ਰੂਪੀ ਆਕਾਰ ਮਾਇਆ ਦੇ ਮੂੰਹ ਵਿੱਚ ਖੇ ਹੋਈ ਪਈ ਸੀ। ਇਹ ਜਿਹੜੀ ਅਵਸਥਾ ਨੂੰ ਨਾ ਆਸਾ ਦੀ ਵਾਰ ਵਿੱਚ ਪਹਿਲੇ ਸ਼ਲੋਕ ਵਿੱਚ ਵੀ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ। ਉੱਥੇ ਕਹਿੰਦੇ ਨੇ ਜਿੱਥੇ ਉਹ ਕਹਿੰਦੇ ਨੇ ਮਾਇਆ ਮੋਹ ਪਸਰਿਆ ਬਿਨ ਸ਼ਬਦਾ, ਉੱਥੇ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ। ਪਹਿਲੀ ਸ੍ਰਿਸ਼ਟੀ ਚ ਕਹਿੰਦੀ ਸਾਡੀ ਕਾਇਆ ਅਸੀਂ ਕੀ ਕਰ ਰਹੇ ਸੀ, ਮਨ ਸਾਡਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ ਮਾਇਆ ਮੋਹ ਵਿੱਚ। ਫਿਰ ਕੀ ਹੋ ਪਿਆ, ਕਹਿੰਦੇ ਨੇ ਛੁੱਟੇ ਤਿਲ ਬੁਆੜ ਜੋ ਸੁਣਿਆ ਅੰਦਰ ਖੇਤ। ਫਿਰ ਅੱਗੇ ਕਹਿੰਦੇ ਕੀ ਹੈ, ਖੇਤੈ ਅੰਦਰ ਛੁੱਟਿਆ ਕਉ ਨਾਨਕ ਸੌ ਨਾ, ਕਈ ਸੌ ਨਾ ਰੂਪੀ ਚੰਦਾ ਉਹਨਾਂ ਨੇ ਆਪਣੇ ਅੰਦਰ ਜਗਾਏ ਹੋਏ ਸੀ। ਕਈ ਸੌ ਨਾਹ ਦੀ ਵਿਚਾਰਧਾਰਾ ਵਿੱਚ ਜੀ ਰਿਹਾ ਸੀ, ਜਿਹਨੂੰ ਆਖਦੇ ਨੇ ਬਿਨ ਸ਼ਬਦ ਹੈ ਸੌ ਨਾ। ਕਹਿੰਦੇ ਉਹਦੇ ਨਾਲ ਹੋਇਆ ਕੀ ਪਿਆ ਸੀ, ਕਹਿੰਦੇ ਨੇ ਕਉ ਨਾਨਕ ਸੋ ਨਾ ਫੁੱਲੀਆਂ ਬੱਪੜੇ ਪੀ ਤਨ ਵਿੱਚ ਸੁਆ, ਜਿਹੜੇ ਉੱਪਰ ਆਖਰ ਨੇ ਬਿਨ ਸ਼ਬਦ ਹੈ ਭਸਨਾ ਕੀ ਤੇਰੀ ਖੇ। ਕਉ ਨਾਨਕ ਸੋ ਨਾ ਫੁੱਲੀਆਂ ਬੱਪੜੇ ਪੀ ਤਨ ਵਿੱਚ ਸੁਆ। ਉਹ ਸੁਆ ਉਸੇ ਨੂੰ ਉਰੇ ਭਸਮ ਦੀ ਤੇਰੀ ਆਖਰ, ਬਿਲਕੁਲ ਉਹ ਜਿਹੜੀ ਨਾਲ ਆਸਾ ਦੀ ਵਾਰ ਦੀ ਜਿਹੜੀ ਉਹ ਵਾਲੇ ਕੀ ਕਹਿੰਦੇ ਸ਼ਬਦ ਹੈ, ਇਹ ਸ਼ਬਦਾਂ ਦੇ ਨਾਲ ਮਿਲ ਕੇ ਚੱਲ ਰਹੇ। ਬਿਲਕੁਲ ਸਤਿਗੁਰੂ ਜੀ ਬਾਰ-ਬਾਰ ਸਾਰੀ ਗੁਰਬਾਣੀ ਦੇ ਵਿੱਚ ਐਸੀ ਤਰ੍ਹਾਂ ਹੀ ਸਾਨੂੰ ਆਪਣੀ ਅੰਦਰਲੀ ਸ੍ਰਿਸ਼ਟੀ ਰੂਪੀ ਆਕਾਰ ਸਾਜਣਾ ਸਿਖਾ ਰਹੇ ਨੇ। ਇਹਦੇ ਵਿੱਚ ਕਹਿੰਦੇ ਨੇ ਹੁਣ ਜਦੋਂ ਸਾਡੇ ਅੰਦਰ ਸ਼ਬਦ ਵਸ ਜਾਂਦਾ ਹੈ, ਗੁਰੂ ਤੋਂ ਨਿਕਲੇ ਹੋਏ ਬਚਨਾਂ ਨੂੰ ਹੁਣ ਮਨ ਗਾਣ ਲੱਗ ਜਾਂਦਾ ਹੈ। ਉਸੇ ਨੂੰ ਕਹਿੰਦੇ ਨੇ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਇੰਦਾ, ਆਪ ਸੁਖ ਪ੍ਰਾਪਤ ਕਰ ਲੈਂਦਾ ਹੈ। ਕੌਣ? ਉਹ ਮਨ ਜਿਹੜਾ ਹੁਣ ਕੰਚਨ ਰੂਪੀ ਸ਼ਬਦ ਨਾਲ ਬਣ ਕੇ ਖੁਦ ਕੰਚਨ ਬਣ ਚੁੱਕਾ ਹੈ। ਭਾਵ ਕਾਇਆ ਸਾਡੀ ਸ੍ਰਿਸ਼ਟੀ ਕੰਚਨ ਬਣ ਚੁੱਕੀ ਹੈ। ਸ਼ਬਦ ਹੀ ਕੰਚਨ ਹੈ, ਸ਼ਬਦ ਨੂੰ ਹੀ ਰਤਨ ਬੋਲਦੇ ਨੇ, ਸ਼ਬਦ ਦੀ ਵਿਚਾਰਧਾਰਾ ਨੂੰ ਹੀ ਕੰਚਨ ਬੋਲਦੇ ਨੇ। ਜਿਹੜਾ ਵੀ ਸ਼ਬਦ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਲੈ ਲੇਗਾ ਉਸ ਨੂੰ ਕਹਿੰਦੇ ਨੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ। ਜਦੋਂ ਸਾਡਾ ਪਹਿਲਾ ਮਨ ਵਿਧੇਗਾ ਸ਼ਬਦ ਵਿੱਚ, ਫਿਰ ਸ਼ਬਦ ਆਪਣੇ ਤਨ ਨੂੰ, ਆਪਣੀ ਸ੍ਰਿਸ਼ਟੀ ਨੂੰ, ਆਪਣੇ ਜੀਵ ਜਨਤਾ ਨੂੰ ਵੀ ਉਹ ਦਾਤਾਂ ਦੇ ਕੇ ਉਹਨਾਂ ਨੂੰ ਵੀ ਸ਼ਬਦ ਜੀ ਜੋੜ ਕੇ ਉਹਨਾਂ ਨੂੰ ਵੀ ਕੰਚਨ ਬਣਾ ਲਏਗਾ। ਹਾਂਜੀ ਜੀ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਆਪ ਜੀ ਸਮਝਾਣਾ ਕਰਦੇ ਹੋ। ਸ਼ਬਦ ਦੀ ਜਿਹੜੀ ਚਾਲ ਚੱਲ ਰਹੀ ਹੈ ਨਾ, ਦਿਲ ਕਰਦਾ ਅਗਲੇ ਵੀ ਹੋਰ ਇੱਕ ਦੋ ਪਦੇ ਨਾਲ ਲੈ ਲਈਏ, ਕਿਉਂਕਿ ਇੱਕ ਦੇ ਨਾਲ ਦੂਜੇ ਰਲਦੇ ਪੌੜੀ ਜਿਸ ਤਰ੍ਹਾਂ ਸਹਿਜੇ ਸਹਿਜੇ ਗੁਰੂ ਸਾਹਿਬ ਚੜਾਈ ਜਾ ਰਹੇ ਹਨ। ਪਰ ਸਮੇਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ 3 ਪਦਿਆਂ ਦਾ ਪਾਠ ਹੋਇਆ। ਵੀਰ ਜੀ ਜੇ ਦਿਲ ਕਰੇ ਇੱਕ ਹੋਰ ਪੜ੍ਹ ਲਓ, ਕੋਈ ਨਹੀਂ, ਚੌਥਾ ਪਦ ਪੜ੍ਹ ਲਓ। ਵੀਰ ਜੀ ਪੜ੍ਹ ਲਓ, ਅਸੀਂ ਸਵਾਲ ਕਰ ਲੈ ਲਾਂਗੇ। ਕੋਈ ਗੱਲ ਨਹੀਂ ਵੀਰ ਜੀ। ਜੀ ਹਾਂ। ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਵਸੈ ਮੁਰਾਰੇ। ਗੁਰ ਕੈ ਸ਼ਬਦ ਵਣੰਜਣ ਵਾਪਾਰੀ, ਨਦਰੀ ਆਪ ਮਿਲਾਇੰਦਾ। ਕਾਇਆ ਹਰ ਮੰਦਰ ਹਰ ਆਪ ਸਵਾਰੇ, ਹਰੀ ਦੇ ਵਸਣ ਦਾ ਟਿਕਾਣਾ ਹੈ ਕਾਇਆ, ਹਰੀ ਆਪ ਹੀ ਸਵਾਰ ਦਿੰਦਾ। ਦੇਖੋ ਪਹਿਲਾਂ ਜਿਹੜਾ ਸੀ ਰੁਲ ਰਿਹਾ ਸੀਗਾ ਸ਼ਬਦ ਤੋਂ ਬਿਨਾ, ਫਿਰ ਸ਼ਬਦ ਨਾਲ ਜੁੜਿਆ ਹੈ ਕਾਇਆ ਕੰਚਨ ਕੋਟ ਅਪਾਰਾ। ਹੁਣ ਜਦੋਂ ਸ਼ਬਦ ਅੰਦਰ ਵਸ ਗਿਆ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਹਰੀ ਨੇ ਮਾਨੋ ਇਸ ਮਨ ਨੂੰ ਆਪ ਸਵਾਰ ਦਿੱਤਾ ਹੈ, ਆਪ ਸੋਹਣਾ ਬਣਾ ਦਿੱਤਾ, ਆਪਣੇ ਵਸਣ ਦਾ ਟਿਕਾਣਾ ਬਣਾ ਲਿਆ। ਤਿਸ ਵਿੱਚ ਹਰ ਜੀਉ ਵਸੈ ਮੁਰਾਰੇ, ਹੁਣ ਅੰਦਰ ਮਨ ਦੇ ਵਸਣ ਦਾ ਟਿਕਾਣਾ ਬਣ ਗਿਆ। ਹਰੀ ਮਨੋਂ ਆਪ ਆ ਕੇ ਵਸ ਗਿਆ। ਉੱਤੇ ਗੁਣਾ ਨਾਲ ਸਾਂਝ ਹਰੀ ਦਾ ਵਸਣਾ। ਜਦੋਂ ਮਨ ਨੇ ਸੱਚ ਦੇ ਗੁਣਾ ਨੂੰ ਵਸਾ ਲਿਆ, ਅਪਣਾ ਲਿਆ, ਤੇ ਹਰੀ ਵਸ ਗਿਆ ਮਨੋਂ।
तिस विच हर जियो वसै मुरारे गुर कै शब्द वणंजन वापारी। ਕਹਿੰਦੇ ਗੁਰੂ ਦੇ ਸ਼ਬਦ ਨੂੰ ਵਣਜ ਰਹੇ ਹਨ ਵਪਾਰੀ। ਹੁਣ ਸੱਚ ਦੇ ਵਪਾਰੀ ਬਣ ਗਏ। ਪਹਿਲੇ ਝੂਠ ਦੇ ਵਪਾਰੀ ਸਨ, ਝੂਠ ਦੇ ਵਪਾਰ ਕਰਦੇ ਸਨ। ਪਹਿਲਾਂ ਵਿਕਾਰਾਂ ਦੀ ਗੁਲਾਮੀ ਵਿੱਚ ਵਿਕਾਰ ਦੀ ਕਮਾਈ ਕਰਦੇ ਸਨ, ਝੂਠ ਬੋਲਦੇ ਸੀ, ਗੰਦਗੀ ਖਾਂਦੇ ਸੀ। ਹੁਣ ਸੱਚ ਦੇ ਵਪਾਰੀ ਬਣ ਗਏ। ਹੁਣ ਸ਼ੁਭ ਗੁਣ ਅੰਦਰ ਪ੍ਰਗਟ ਹੋ ਗਏ। ਹੁਣ ਬੋਲਣ ਵਿੱਚ ਵੀ ਸੱਚ ਆ ਗਿਆ, ਤੱਕਣੀ ਵਿੱਚ ਵੀ ਸੱਚ ਆ ਗਿਆ, ਸੁਣਨ ਵਿੱਚ ਵੀ ਸੱਚ ਆ ਗਿਆ। ਗੁਰ ਕੇ ਸ਼ਬਦ ਵਣਜਨ ਵਪਾਰੀ ਨਦਰੀ ਆਪ ਮਿਲਾਏਂਦਾ। ਕਹਿੰਦੇ ਉਹਨੇ ਮਿਹਰ ਦੀ ਨਜ਼ਰ ਕਰ ਦਿੱਤੀ, ਆਪਣੇ ਬਣਾਏ ਹੁਕਮ ਵਿੱਚ ਹੀ ਆਪਣੇ ਨਾਲ ਮਿਲਾ ਲਿਆ ਹੈ, ਇੱਕ ਮਿਕ ਕਰ ਲਿਆ ਹੈ। ਮਨੋਂ ਹੁਣ ਕੋਈ ਭੇਦ ਹੀ ਨਹੀਂ ਰਹਿ ਗਿਆ, ਹੁਣ ਸ਼ੁਭ ਗੁਣਾਂ ਨਾਲ ਭਰਪੂਰ ਹੋ ਗਿਆ। ਜੀ ਅਰਵਿੰਦਰ ਵੀਰ ਜੀ। ਜਦੋਂ ਅਸੀਂ ਇੱਥੇ ਗੱਲ ਪੇ ਕਰਨੇ ਆ ਬਈ ਹਰ ਮੰਦਰ ਪਰਮਾਤਮਾ ਦੇ ਰਹਿਣ ਦਾ ਟਿਕਾਣਾ, ਰੱਬ ਅਸੀਂ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜਿਸ ਰੱਬ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਸਾਡੇ ਅੰਦਰ ਵੀ ਉਹ ਰੱਬ ਹੀ ਬੈਠਿਆ ਹੋਇਆ। ਅਸੀਂ ਕਹਿੰਦੇ ਵੀ ਕਦ ਜਾਈਏ ਰੇ ਘਰ ਲਾਗੋ ਰੰਗ, ਉੱਥੇ ਉਸੇ ਸ਼ਬਦ ਚ ਅੱਗੇ ਕਹਿੰਦੇ ਨੇ ਵੀ ਉਹ ਕਦ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨ ਚਲੇ ਮਨ ਪਇਓ ਪੰਗ, ਏਕ ਦਿਵਸ ਮਨ ਪਈ ਉਮੰਗ, ਕਸ ਚੰਦਨ ਚੋਵਾ ਬਹੁ ਸੁਗੰਧ, ਪੂਜਨ 40 ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਉਹ ਰੱਬ ਕਿੱਥੇ, ਉਹ ਹੈ ਸਾਰੀ ਅਸੀਂ ਨੇ ਜੈਸੇ ਕਹਿੰਦੇ ਵੀ ਸਰੀਰ ਵਿੱਚ ਰੱਬ, ਸਰੀਰ ਤੋਂ ਬਾਹਰ ਵੀ ਰੱਬ ਹੀ ਰੱਬ ਹੈ। ਜੋ ਦਿਸੇ ਸੋ ਤੇਰਾ ਰੂਪ ਹੀ ਹੈ, ਵੀ ਉਹ ਸਗਲ ਸਮਗਰੀ ਜਾਂ ਕਾ ਤਨਾ। ਇਹ ਤੇਰੇ ਰੱਬ ਦੇ ਰਹਿਣ ਵਾਸਤੇ ਰੱਬ ਨੇ ਇੱਕ ਘਰ ਬਣਾਇਆ। ਇਹਨਾਂ ਨੂੰ ਜੇ ਤੂੰ ਗੁਰੂ ਦੀ ਸਾਂਝ ਕਰਕੇ ਸਾਫ਼ ਸੁਥਰਾ ਸੋਹਣਾ ਬਣਾ ਲਿੱਤਾ, ਨਿਰਮਲ ਨਿਰਮਲ ਸੂਚੋ ਸੂਚਾ, ਉਹ ਰੱਬ ਉਹ ਨਿਰਮਲ ਨਿਰਮਲ ਹੈ। ਉਹ ਜਿੱਥੇ ਗੰਧ ਰਹੇਗੀ ਉੱਥੇ ਉਹ ਨਹੀਂ ਰਹਿੰਦਾ। ਜੇ ਤੂੰ ਗੁਰੂ ਦੇ ਸ਼ਬਦ ਦੇ ਨਾਲ ਇਹ ਹੈ, ਇਹਦੇ ਅੰਦਰ ਹੀ ਤੇਰਾ ਸਰੀਰ ਹੀ ਮਾਨੋ ਰੱਬ ਦੇ ਰਹਿਣ, ਉਸ ਤੋਂ ਵਾਸਤੇ ਟਿਕਾਣਾ ਹੈ। ਜੇ ਤੂੰ ਇਹਨੂੰ ਗੁਰੂ ਦੀ ਅਗਵਾਈ ਵਿੱਚ ਸੂਚੋ ਸੂਚਾ ਕਰ ਲਿੱਤਾ, ਨਿਰਮਲ ਨਿਰਮਲ ਕਰ ਲਿੱਤਾ, ਫਿਰ ਉਹ ਰੱਬ ਤੇਰੇ ਅੰਦਰ ਆ ਕੇ ਰਹਿ ਜਾਏਗਾ। ਕਹਿੰਦਾ ਕਾਇਆ ਹਰਮੰਦਰ ਹਰ ਆਪ ਸਵਾਰੇ। ਸਵਾਰਦਾ ਕਿਵੇਂ? ਉਹ ਆਪਣੇ ਸਿਧਾਂਤਾਂ ਦੇ ਰਾਹੀਂ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਕੇ। ਅਦਰਵਾਈਜ਼ ਕਾਇਆ ਨੂੰ ਜਿਹੜਾ ਨਾ ਵੀ ਉਹ ਕਹਿੰਦਾ ਮਾਇਆ ਮਮਤਾ ਕਰਤੇ ਲਾਈ, ਉਹਦੇ ਵਿੱਚ ਜਿਹਦੇ ਵਿੱਚ ਰੱਬੀ ਸਿਧਾਂਤ ਨਹੀਂ, ਉਹਦੇ ਵਿੱਚ ਰੱਬ ਆ ਕੇ ਟਿਕਦਾ ਨਹੀਂ। ਨਵੀਂ ਤਿਸ ਵਿੱਚ ਹਰ ਜੀਓ ਵਸੇ ਮੁਰਾਰੇ। ਇਹਦੇ ਵਿੱਚ ਤੇਰੀ ਕਾਇਆ ਕਹਿੰਦੇ ਵੀ ਬਾਹਰ ਢੂੰਡਣ ਤੇ ਅਬ ਛੂਟ ਪੜੀ, ਗੁਰ ਘਰ ਹੀ ਮਾਏ ਬਤਾਇਆ ਥਾ। ਤੈਨੂੰ ਬਾਹਰ ਰੱਬ ਨੂੰ ਢੂੰਡਣ ਵਾਸਤੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਉਹ ਰੱਬ ਤੇਰੇ ਵਿੱਚ ਵੀ ਓਨਾ ਹੀ ਬੈਠਿਆ ਹੋਇਆ ਹੈ। ਜਿਤਨਾ ਹਰ ਥਾਂ ਦੇ ਉੱਤੇ ਰੱਬ ਹੈ, ਉਤਨਾ ਹੀ ਰੱਬ ਤੇਰੇ ਵਿੱਚ ਵੀ ਬੈਠਿਆ ਹੋਇਆ ਹੈ। ਉਹ ਕਿਸੇ ਥਾਂ ਦੇ ਉੱਤੇ ਵੱਧ ਘੱਟ ਜਿਹੜਾ ਨਾ ਵੀ ਉਹ ਕਿਤੇ ਵੱਧ ਘੱਟ ਨਹੀਂ ਹੁੰਦਾ। ਉਹ ਇੱਥੇ ਕਹਿੰਦੇ ਵੀ ਤਿਸ ਵਿੱਚ ਹਰ ਜੀਓ ਵਸੇ ਮੁਰਾਰੇ। ਤੇਰੇ ਸਰੀਰ ਵਿੱਚ ਹੀ ਰੱਬ ਪੂਰਨ ਤੌਰ ਤੇ ਵਿਆਪਕ ਹੈ। ਕਹਿੰਦਾ ਗੁਰ ਕੈ ਸ਼ਬਦ ਵਣਜਨ ਵਾਪਾਰੀ। ਜਿਹੜੇ ਗੁਰੂ ਦੇ ਸ਼ਬਦ ਦੇ ਰਾਹੀਂ ਜਿਹੜੀ ਸਵਾਸਾਂ ਨੂੰ ਵੀ ਪੂੰਜੀ ਮਿਲੀ ਸੀ ਨਾ, ਉਹਦੇ ਨਾਲ ਜੋ ਵਪਾਰ ਕਰਨਾ ਸੀ, ਕਹਿੰਦਾ ਕਿਨਹੀ ਵੰਜਿਆ ਕਾਂਸੀ ਤਾਂਬਾ, ਕਿਨਹੀ ਲੋਮ ਸੁਪਾਰੀ। ਜੀਵਨ ਦਾ ਅਵਸਰ ਤਾਂ ਸਾਰਿਆਂ ਨੂੰ ਮਿਲਿਆ ਹੋਇਆ, ਪ੍ਰਦਾਨ ਹੋਇਆ ਹੋਇਆ, ਸਵਾਸਾਂ ਦੀ ਪੂੰਜੀ ਮਿਲੀ ਹੋਈ ਹੈ। ਹੁਣ ਉਹਦੇ ਨਾਲ ਵਣਜ ਜਿਹੜਾ ਬੰਦੇ ਨੇ ਕਰਨਾ ਉਹ ਵੱਖਰਾ ਵੱਖਰਾ ਹੈ। ਕਹਿੰਦਾ ਕਿਨਹੀ ਵੰਜਿਆ ਕਾਂਸੀ ਤਾਂਬਾ। ਸਾਰੀ ਕਾਂਸੀ ਤਾਂਬਾ ਬਣਨਾ ਗਲਤ ਨਹੀਂ, ਲੇਕਿਨ ਉਹਦੇ ਵਿੱਚ ਰੱਬੀ ਸਿਧਾਂਤ ਤੇਰੇ ਹਰ ਕਰਮ ਵਿੱਚ ਜਿਹੜੀ ਸੋਚ ਗੁਰੂ ਦੀ ਟਿੱਕੀ ਰਹਿਣੀ ਨਾ, ਉਹ ਜ਼ਰੂਰੀ ਹੈ। ਤੇ ਕੇਵਲ ਕਾਂਸੀ ਤਾਂਬਾ ਵੰਜਣ ਤੇ ਹੀ ਜ਼ਿੰਦਗੀ ਜਾਇਆ ਕਰ ਦਿੱਤੀ। ਕਿੰਨੀ ਵੰਜਿਆ ਕਾਂਸੀ ਤਾਂਬਾ, ਕਿੰਨੀ ਲੋਕ ਸੁਪਾਰੀ। ਕਹਿੰਦੇ ਸੰਤੋ ਵੰਜਿਆ ਨਾਮ ਗੋਬਿੰਦ ਕਾ। ਕਹਿੰਦੇ ਗੁਰ ਕੇ ਸ਼ਬਦ ਵੰਜਨ ਵਾਪਾਰੀ। ਜਿਨ੍ਹਾਂ ਨੇ ਜਿਹੜੇ ਵਪਾਰੀ ਆਏ ਸਨ, ਕੋਈ ਲਾਹਾ ਖੱਟਣ ਨੂੰ ਆਏ ਸੀ ਇਸ ਦੁਨੀਆ ਵਿੱਚ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਵਪਾਰ ਕੀਤਾ, ਕਹਿੰਦੇ ਫਿਰ ਨਦਰੀ ਆਪ ਮਿਲਾਏਂਦਾ। ਫਿਰ ਉਹ ਰੱਬ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ। ਰੱਬ ਦੀ ਉਹਨਾਂ ਦੇ ਉੱਤੇ ਕਹਿੰਦੇ ਜਿਨ ਕੋ ਨਦਰ ਕਰਮ ਤਿਨਕਾਰ। ਫਿਰ ਉਹਨਾਂ ਕੋਲ ਰੱਬ ਮਾੜੇ ਕੰਮ ਨਹੀਂ ਕਰਵਾਉਂਦਾ, ਕਿਉਂਕਿ ਉਹਨਾਂ ਨੇ ਅਗਵਾਈ ਗੁਰੂ ਦੀ ਲਿੱਤੀ ਹੋਈ। ਉਹਨਾਂ ਦੇ ਕਰਮਾਂ ਨੂੰ ਆਪਣੇ ਪ੍ਰੋਟੈਕਸ਼ਨ ਵਿੱਚ ਲੈ ਲੈਂਦਾ। ਉਹਨਾਂ ਕੋਲ ਕੋਈ ਐਸਾ ਮਾੜਾ ਕੰਮ ਨਹੀਂ ਹੋਣ ਦਿੰਦਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਲੇਖਾ ਜੋਖਾ ਬੰਦਾ ਜਾਵੇ। ਕਹਿੰਦੇ ਗੁਰ ਕੈ ਸ਼ਬਦ ਵਣਜਨ ਵਾਪਾਰੀ। ਜਿਹੜੇ ਵਾਪਾਰੀ ਜਿਹੜੇ ਆਏ ਸੀ ਨਾ, ਨਾਮ ਕੇ ਵਿਆਪਾਰੀ, ਅਸੀਂ ਜਿਹੜੇ ਆਏ ਸੀ ਨਾਮ ਦਾ ਵਪਾਰ ਕਰਨ ਨੂੰ ਆਏ ਸੀ। ਜੇ ਕੇਵਲ ਕਾਂਸੀ ਤਾਂਬਾ ਹੀ ਬਣਦੇ ਰਹਿ ਗਏ, ਕਾਂਸੀ ਤਾਂਬਾ ਬਣ ਜੋ, ਗੁਰੂ ਨੂੰ ਕੋਈ ਹਰਜ ਨਹੀਂ। ਲੇਕਿਨ ਉਹਦੇ ਪਿੱਛੇ ਜਿਹੜੀ ਉਹ ਕਹਿੰਦੇ ਨਾਨਕ ਘਰ ਹੀ ਬੈਠਿਆ ਸ਼ੋ ਮਿਲੇ, ਜੇ ਨੀਅਤ ਰਾਸ ਕਰ, ਜੇ ਤੇਰੀ ਬਦਨੀਅਤੀ ਆ ਜਾਏਗੀ ਜਦੋਂ ਉਹਦੇ ਅੰਦਰ, ਜੇ ਹੱਕ ਪਰ ਆਇਆ ਉਹਦੇ ਅੰਦਰ ਆ ਜਾਏਗਾ। ਕਹਿੰਦੇ ਨਹੀਂ ਫਿਰ ਤੂੰ ਨਾਮ ਦੀ ਬਣਜ ਵੀ ਕਰ। ਗੁਰ ਕੈ ਸ਼ਬਦ ਵਣਜਨ ਵਾਪਾਰੀ। ਕਹਿੰਦੇ ਨਦਰੀ ਆਪ ਮਿਲਾਏਂਦਾ। ਫਿਰ ਜਦੋਂ ਮਾਲਕ ਤੇਰੇ ਤੇ, ਅਸੀਂ ਕਿਵੇਂ ਕਹਿੰਦੇ ਕਿ ਅਸੀਂ ਸਾਰੇ ਜੋ ਵੀ ਕੰਮ ਕਰਨੇ ਆ ਨਾ, ਅਸੀਂ ਉਹਨਾਂ ਦੇ ਪਿੱਛੇ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣਨਾ ਚਾਹੁੰਦੇ ਹਾਂ।
कोई दावा नहीं कि मैं इतना किया, मैं सवेरे उठना, मैं इतना पाठ करना, मैं विचारिया, मैं चंगे काम भी करना, मैं लंगर भी लगाए, नहीं। ਅਸੀਂ ਹਰ ਉਹ ਕੰਮ ਕਰਨੇ ਆ ਤਾਂ ਕਿ ਅਸੀਂ ਤੇਰੇ ਬਖਸ਼ਿਸ਼ ਦੇ ਪਾਤਰ ਬਣ ਸਕੀਏ, ਤੇਰੀ ਨਜ਼ਰ ਸਾਡੇ ਤੇ ਹੋ ਸਕੇ। ਤੇਰਾ ਆਪਣੇ ਰੂਲਸ ਨੇ, ਤੂੰ ਰੂਲਸ ਤੋਂ ਬਾਹਰ ਜਾ ਕੇ ਵੀ ਕੰਮ ਕਰਨਾ ਚਾਹੇ ਕਰਨਾ, ਤੇ ਤੇਰੇ ਤੇ ਕੋਈ ਬੰਦਿਸ਼ ਨਹੀਂ। ਲੇਕਿਨ ਅਸੀਂ ਜ਼ਿੰਦਗੀ ਹਰ ਕੰਮ ਤਾਂ ਕਰਨੇ ਆ ਕਿ ਤੂੰ ਉਹ ਖੇਤ ਹੀ ਕਰੋ ਨੇ ਮੇਰਾ ਮੇਰੇ ਲਿਖ ਜੋ ਕਿ ਨਾ ਪਈ ਵੀ ਤੂੰ ਬਸ ਮੈਨੂੰ ਬਖਸ਼ ਦੇ। ਅਸੀਂ ਸਾਰੇ ਅੱਛੇ ਕੰਮ ਤਾਂ ਕਰੀਏ कि उस रब ਨੂੰ ਪ੍ਰਵਾਨ ਹੋ ਸਕੀਏ, ਲੇਕਿਨ ਫਿਰ ਕੋਈ ਦਾਵਾ ਨਾ ਕਰੀਏ ਕਿ ਮੈਂ ਚੰਗੇ ਕੰਮ ਕੀਤੇ ਸੀ ਫਿਰ ਮੈਂ ਪ੍ਰਵਾਨ ਹੋਵਾਂਗਾ ਜਾਂ ਮੈਨੂੰ ਪ੍ਰਵਾਨ ਕਿਉਂ ਨਹੀਂ ਹੋਇਆ। ਕਹਿੰਦੇ ਉਹ ਨਦਰੀ ਜਦੋਂ ਜੋ ਜੇ ਮਿਲਾਪ ਹੋਣਾ ਨਾ ਉਹਦੀ ਬਖਸ਼ਿਸ਼ ਵਿੱਚ ਹੋਣਾ ਹੈ, ਸਾਡੀ ਕੀਤੀ ਹੋਈ ਮਿਹਨਤ ਸਦਕਾ ਕਦੀ ਨਹੀਂ। ਤੇ ਉਹ ਆਪਣੀ ਬਖਸ਼ਿਸ਼ ਸਦਕਾ ਹੀ ਸਾਨੂੰ ਫਿਰ ਉਹ ਮਿਲਾ ਲੈਂਦਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਵਾਲਾ ਵਣਜ ਵਪਾਰ ਕੀਤਾ ਨਾਮ ਦਾ ਉਹਨਾਂ ਨੂੰ। ਹਾਂਜੀ जी जी ਉਹ ਹਰੀ ਅੰਦਰ ਹੀ ਮੌਜੂਦ ਹੈ ਪਰ ਸਾਂਝ ਨਹੀਂ ਬਣ ਪਾ ਰਹੀ, ਕਿਉਂਕਿ ਸਾਡੀ ਸੁਰਤ ਮਹਿਲ ਵੀ ਟਿੱਕੀ ਹੋਈ ਹੈ। ਗੁਰੂ ਸਾਹਿਬ ਸਹਿਜੇ ਸਹਿਜੇ ਤੱਕੀਏ ਸਾਡੀ ਸੋਚਣੀ, ਸਾਡੀ ਸਮਝ, ਸਾਡੀ ਸੁਰਤ ਨੂੰ ਝੂਠ ਤੋਂ ਸੱਚ ਵਾਲੇ ਪਾਸੇ ਟਿਕਾ ਰਹੇ ਤੇ ਸੱਚ ਨਾਲ ਸਾਂਝ ਬਣਾ ਕੇ ਮਨ ਨੂੰ ਪਰਮਾਤਮਾ ਨਾਲ ਸਾਂਝ ਪਾ ਰਹੇ। ਜੀ ਭੂਆ ਜੀ। ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜਿਉ ਵਸੇ ਮੁਰਾਰੇ। ਜਦੋਂ ਉਸ ਮਨ ਦੇ ਅੰਦਰ, ਜਿਸ ਨੂੰ ਅਸੀਂ ਕਹਿੰਦੇ ਕਾਇਆ ਰੂਪੀ ਮਨ ਜਿਹੜਾ ਹੈ, ਜਦੋਂ ਉਸ ਦੇ ਅੰਦਰ ਉਹ ਵਸ ਜਾਂਦਾ ਹੈ, ਕੌਣ ਵਸ ਜਾਂਦਾ ਹੈ? ਉਸ ਦੀ ਸਿੱਖਿਆ, ਉਸ ਦੇ ਗੁਣ ਜਦੋਂ ਪੂਰੀ ਤਰ੍ਹਾਂ ਮਨ ਭਿੱਜ ਜਾਂਦਾ ਹੈ, ਫਿਰ ਉਹੀ ਮਨ ਜਿਹੜਾ ਹੈ ਉਹ ਇੱਕ ਮੰਦਿਰ ਬਣ ਜਾਂਦਾ ਹੈ, ਇੱਕ ਘਰ ਬਣ ਜਾਂਦਾ ਹੈ ਉਸ ਇੱਕ ਦਾ। ਔਰ ਜਦੋਂ ਉਹ ਇਸ ਇੱਕ ਦਾ ਘਰ ਬਣ ਜਾਂਦਾ ਹੈ ਤੇ ਫਿਰ ਉਹ ਸ਼ਬਦ ਦਾ ਵੰਜਾਰ ਕੇ ਹੈ ਕਿ ਹੀ ਸ਼ੇਅਰਸ ਐਵਰੀਥਿੰਗ। ਉਹ ਆਪਣੇ ਸਾਰੇ ਸਿੱਖਿਆ ਤੇ ਗੁਣਾਂ ਨਾਲ ਉਹ ਆਪਣੇ ਪੂਰੇ ਪਰਿਵਾਰ ਦੇ ਵਿੱਚ ਵਪਾਰ ਕਰਦਾ ਹੈ। ਟੋਟਲੀ ਇੱਕ ਪਿੰਜ ਹੋ ਜਾ ਆਪ ਮਿਲਾਏ ਦਾ ਨਦਰੀ ਆਪ ਮਿਲਾਏ ਦਾ ਕਿ ਜਦੋਂ ਇਹ ਵੰਜਾਨ ਕਰਦਾ ਹੈ, when he shares it and guides the whole physical body, ਪੂਰੇ ਪਰਿਵਾਰ ਨੂੰ ਆਪਣੇ ਨਾਲ ਲਗਾ ਲੈਂਦਾ। ਤਾਂ ਸੋਚ ਲਓ ਕਿ ਇਹੀ ਉਸਦੀ ਕਿਰਪਾ ਹੈ, ਇਹ ਉਸਦੀ ਗ੍ਰੇਸ ਕਿ ਸਾਨੂੰ ਆਪਣੇ ਨਾਲ ਉਹ ਮਿਲਾ ਲੈਂਦਾ। ਅਸੀਂ ਇੱਕ ਮਿਤ ਹੋ ਗਏ, ਮੈਂ ਜੋਤ ਨਾਲ ਜੋਤ ਰਲ ਜਾਂਦੀ ਹੈ। ਹਾਂਜੀ जी जी भूआ जी। जी भूपिंदर भी जी। हाँ भूपिंदर भी जी आवाज नहीं आ रही। ਗੁਰੂ ਸਾਹਿਬ ਸਾਨੂੰ ਕਿੰਨਾ ਸਿੰਪਲ ਸਮਝਾਉਂਦੇ ਨੇ ਕਿ ਜੇ ਬਿਨ ਸ਼ਬਦੈ ਹੋਵਾਂਗੇ ਤਾਂ ਕੀ ਹਾਲ ਹੁੰਦਾ ਹੈ, ਤਾਂ ਕਾਇਆ ਕੈਸੀ ਬਣਦੀ ਹੈ। ਉਹ ਸਾਡਾ ਦੂਜਾ ਪਦਾ ਸੀ। ਤੀਜੇ ਪਦੇ 'ਚ ਫਿਰ ਗੁਰਮੁਖ ਆ ਗਿਆ, ਬਿਨ ਸ਼ਬਦੈ ਵਰਸਿਸ ਗੁਰੂ ਦੇ ਮੁਖ ਤੋਂ ਨਿਕਲੀ ਬਾਤ। ਹੁਣ ਇਸ ਪਦੇ ਵਿੱਚ ਆ ਗਿਆ ਗੁਰ ਕੈ ਸ਼ਬਦ, ਤੇ ਉਹ ਬਿਲਕੁਲ ਨਾਲ ਨਾਲ ਲੈ ਕੇ ਚੱਲਦੇ ਨੇ। ਗੁਰ ਕੈ ਸ਼ਬਦ ਨੂੰ ਗੁਰਮੁਖ ਕਹਿੰਦੇ ਨੇ, ਇਹਦਾ ਕੰਟਰਾਸਟ ਹੈ ਬਿਨ ਸ਼ਬਦ ਹੈ। ਸੋ ਸ਼ਬਦ ਹੈ ਵਿਜ਼ਡਮ। ਉਹ ਹੁਣ ਇਹਦੇ ਕਹਿੰਦੇ ਨੇ ਕਾਇਆ ਹਰ ਮੰਦਰ ਹਰ ਆਪ ਸਵਾਰੇ। ਸਾਨੂੰ ਸਭ ਨੂੰ ਪਤਾ ਦੇਰ ਇਜ਼ ਗੋਡ ਵਿਦ ਇਨ ਅਸ, ਸਾਡੇ ਸਭ ਦੇ ਅੰਦਰ ਗੋਡ ਹੈ। ਇਹ ਅਸੀਂ ਸਾਰੇ ਮੰਨ ਕੇ ਚੱਲਦੇ ਹਾਂ। ਫਰੀਦਾ ਜੰਗਲ ਜੰਗਲ ਕਿਆ ਭਵੇਂ ਮਣਕੰਡਾ ਮੋੜੇ, ਵਸੀ ਰੱਬ ਹੈ ਆਲੀ ਹੈ, ਅੰਦਰ ਵਸਦਾ ਹੈ। ਬਾਹਰ ਵਾਲੇ ਰੱਬ ਤੂੰ ਜਾਣਦਾ ਹੋਏਗਾ, ਤੂੰ ਉਹਦੀਆਂ ਗੱਲਾਂ ਕਰਦਾ ਹੋਏਗਾ, ਸਭ ਕੁਛ ਹੈ। ਅਲਟੀਮੇਟਲੀ ਤਾਂ ਤੈਨੂੰ ਇਹ ਸਮਝਣਾ ਉਹ ਰੱਬ ਤੇਰੇ ਅੰਦਰ ਵਸਦਾ ਹੈ। ਜਦੋਂ ਤੱਕ ਅੰਦਰ ਵਸਦੇ ਰੱਬ ਦੀ ਅਸੀਂ ਗੱਲ ਨਹੀਂ ਨਾ ਕਰਾਂਗੇ, ਤਦ ਤੱਕ ਅਸੀਂ ਵਿਜ਼ਡਮ ਲੈ ਹੀ ਨਹੀਂ ਪਾਵਾਂਗੇ। ਕੋਈ ਵੀ ਵਿਜ਼ਡਮ ਦੇ ਨਹੀਂ ਸਕਦਾ ਜਦੋਂ ਤੱਕ ਉਹ ਇਨਸਾਨ ਅੰਦਰੋਂ ਸਿੰਸੀਅਰ ਸੀਕਰ ਨਹੀਂ ਨਾ ਹੁੰਦਾ। ਜਦੋਂ ਅੰਦਰੋਂ ਸਿੰਸੀਅਰ ਸੀਕਰ ਹੁੰਦਾ ਹੈ, ਉਹਦਾ ਅੰਦਰ ਦਾ ਰੇਡੀਓ ਦਾ ਟਰਾਂਸਮਿਸ਼ਨ ਬਿਲਕੁਲ ਕਲੀਅਰ ਹੋ ਜਾਂਦਾ। ਉਹਨੂੰ ਸਾਫ਼-ਸਾਫ਼ ਕਲੀਅਰ ਮੈਸੇਜ ਅੰਦਰੋਂ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਉਹ ਭਾ ਗਿਆ, ਪਸੰਦ ਆ ਗਿਆ। ਸੋ ਕਾਇਆ ਹਰ ਮੰਦਰ, ਇਹ ਰੱਬ ਜੀ ਨੇ ਨਾ, ਰੱਬ ਜੀ ਨਾਲ ਮਰਜ ਹੋਇਆ ਜਿਹੜਾ ਮਨ ਹੈ ਨਾ, ਉਹ ਵੀ ਹਰ ਬਣ ਜਾਂਦਾ ਹੈ। ਹਰ ਆਪ ਸਵਾਰੇ, ਉਹ ਆਪਣੇ ਆਪ ਸਾਰੇ ਨੂੰ ਸਵਾਰਦਾ ਹੈ। ਇਸ ਵਿੱਚ ਹਰ ਜੀਉ ਵਸਿਆ ਮੁਰਾਰੇ, ਉਹਨੂੰ ਵਿਜ਼ਡਮ ਪ੍ਰਾਪਤ ਹੋ ਜਾਂਦੀ ਹੈ। ਮੁਰਾਰੇ ਕੀ ਹੁੰਦਾ ਹੈ? ਮੁਰਾਰੇ ਹੁੰਦਾ ਹੈ ਅਗਿਆਨ ਨੂੰ ਮਾਰਨ ਦੀ ਅਕਲ, ਅਗਿਆਨ ਨੂੰ ਮਾਰਨ ਦੀ ਸੁਮੱਤ, ਉਹਨੂੰ ਮੁਰਾਰ ਕਹਿੰਦੇ ਨੇ। ਸੋ ਉਹਨੇ ਸਤਿਗੁਰੂ, ਉਹਨੂੰ ਪਤਾ ਹੈ ਅੰਦਰ ਰੱਬ ਜੀ ਵਸਦੇ ਨੇ। ਰੱਬ ਜੀ ਮੈਨੂੰ ਸੁਮੱਤ ਬਖਸ਼ਦੇ ਨੇ ਕਿ ਜੇ ਮੈਂ ਮਾਇਆ ਵਾਲੇ ਮੰਦੇ ਖਿਆਲਾਂ ਦੀ ਗੇਮ ਬਣਾਵਾਂਗਾ, ਉਹ ਵਾਲੀ ਅਗਿਆਨਤਾ ਨੂੰ ਉਹ ਮਾਰਨ ਯੋਗ ਹੋ ਚੁੱਕਾ ਹੁੰਦਾ ਹੈ। ਤਾਂ ਉਹਦੇ ਅੰਦਰ ਆਪਣੇ ਸਰੀਰ ਅੰਦਰ, ਆਪਣੀ ਸਾਰੀ ਸ੍ਰਿਸ਼ਟੀ ਅੰਦਰ ਕੰਮ ਕਰ ਰਿਹਾ। ਗੁਰ ਕੈ ਸ਼ਬਦ ਵਣਜਨ ਵਾਪਾਰੀ। ਹੁਣ ਇੱਥੇ ਗੁਰ ਕੈ ਸ਼ਬਦ ਆ ਗਿਆ। ਪਿੱਛੇ
इत्थे गुर के शब्द दे दद्दे नूं सियारी है, पिछले पदे गुरमुख दे खखे नूं सियारी है। गुरु दे मुख तो निकली हुई बात या गुर के शब्द द्वारा, गुर के शब्द राही। गुर का शब्द की है? अंदर वसदे रब जी दी विजडम। जदों असीं पिछे डिस्कस कर रहे सी ना, एक दिन तुहाडा टॉपिक चलिया सी, ਉਹਦੇ ਚ हरविंदर जी और सुखविंदर जी ने अरबत नरबत तंदूकारा ਦੀ ਗੱਲ ਕੀਤੀ ਸੀ। हरविंदर जी ने बाहरली सृष्टि की गल की सी, अरबत नरबत तंदूकारा, और सुखविंदर जी ने अंदरली सृष्टि की। जे असीं हुण इत्थे लिया के अंदरली सृष्टि की गल करिए ना, तां मन भी रियलाइज करदा है कि मैं अणगिणत समय तक अरबद नंदबद तंदूकारा, मैं धुंद विच, हनेरे विच, अज्ञानता विच रहिंदा सी। मेरे अंदर ओदी ना टाइमिंग बेअंत होंदी है। जिस कहना एक एक कड़ी दिनस मुँह को बहुत दिहाड़े, एक निमक जे बिसरे स्वामी जानो बरस 50। ये जड़ा हुंदा ना अणगिणत समय तक अज्ञानता दा हनेरा। लोकी जुगां नूं करोड़ां साल गिणदे सी। गुरु साहब कहंदे ने मैं एक घड़ी ना मिलते तां कल जुग होता। अच्छा तुहाडे जिहड़े 100 प्रॉब्लम्स ने ना, वो मैं वो अरबत नरबत तंदूकारा हूं। ਉਹਦੇ ਵਿੱਚ ਕਹਿੰਦੇ ਨੇ ਧਰਨ ਨਾ ਗगन ना, मेरे को सारा कुछ है ही नहीं सी, क्योंकि अंदर दी सृष्टि में साजण जोग ही नहीं सी, सारी माया वाली साजदा सी। फिर जदों ਉਹਦੇ ਚ ਅੱਗੇ ਚੱਲ ਕੇ ਕਹਿੰਦੇ ਨੇ ਨਾ, ਉਹ वाला मेरे ख्याल नाल पदा सी, मेरे ख्याल 11वें 12वें पदे बाद आता है, जा तिस भाणा ता जगत पाया। ਉਹਨੂੰ ਜਦੋਂ ਅੰਦਰ ਦੀ ਗੱਲ ਸਮਝ ਆ ਗਈ, ਹਨੇਰੇ ਤੋਂ ਨਿਕਲ ਕੇ ਅਗਿਆਨਤਾ ਨੂੰ, ਮੁਰਾਰ ਨੂੰ ਮਾਰ ਕੇ ਸਤਿਗੁਰ ਦੀ ਮਲ ਗੱਲ ਸਮਝ ਆ ਗਈ ਨਾ, ਜਾਤਿਸ ਪਾਣਾ, ਉਹਨੂੰ ਪਸੰਦ ਆ ਗਿਆ। ਮਨ ਨੂੰ ਜਿਹੜਾ ਅਗਿਆਨਤਾ ਦੇ ਹਨੇਰੇ 'ਚ ਰਹਿੰਦਾ ਸੀ, ਜਾਤਿਸ ਪਾਣਾ ਤਾਂ ਜਗਤ ਪਾਇਆ। ਉਹਨੇ ਅੰਦਰ ਦਾ ਨਵਾਂ ਜਗਤ ਪੈਦਾ ਕੀਤਾ। ਬਾਜ ਕਲਾ ਆਡਾਣ ਰਹਾਇਆ। ਉਹਨੇ ਫਿਰ ਆਪਣਾ सारा सृष्टि, अपना आकाश, अपने अंदर दे सारियां दे बारे उन्हें नॉलेज विधानी शुरू कर दी। ये गल वो करता जाता है, विरले को गुर शब्द सुनाया। इस तरह जदों विरला बन जाता है गुरु दे शब्द नाल, तां इस सृष्टि नूं, इस सृष्टि विच चंगे चंगे गुणां दा वणज व्यापार करदा है अपने इंद्रिय ज्ञानेंद्रियां नाल। इस अवस्था नूं भगत कहते हैं। गुर के शब्द सतगुर दे राही वणजन व्यापारी, ओदे सारे अंग भी, चारों पासे अखां भी देख रही है, कान भी सुन रहे ने, सब कुछ करते ने, पर सच दा वणज करते ने। किनी बणदिया काशी तांबा, किनी लोम सवारी, संतो बणदिया नाम गोबिंद का, ऐसी खेप मारियो, सच दा वणज व्यापार करते ने। को बंजारो राम को मेरा टांडा ला दिया जाए। बस ਇਹ ਵਾਲਾ ਵਣਜ ਵਪਾਰ ਕਰਦੇ। ਨਦਰੀ ਆਪ ਮਿਲਾਇੰਦਾ, ਸਤਿਗੁਰ ਦੀ ਨਜ਼ਰ ਦੇ ਨਾਲ ਆਪਣੇ ਆਪ ਨੂੰ ਮਿਲਾ ਲੈਂਦਾ ਹੈ। ਸਤਿਗੁਰ ਦੀ ਨਜ਼ਰ ਹੀ ਉਹਦੀ ਆਪਣੀ ਨਜ਼ਰ ਬਦਲ ਦਿੰਦੀ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਕੀ ਜਿਸਨੂੰ ਮਤਾਵੇ ਸੋ ਸਤਿਗੁਰ ਮਾਇ ਸਮਾਨਾ। ਉਹ ਵੰਨਸ ਹੋ ਜਾਂਦਾ ਹੈ। ਉਸ ਨਜ਼ਰ ਹੇਠ ਸਾਰੀ ਸ੍ਰਿਸ਼ਟੀ ਨੂੰ ਚਲਾ ਕੇ ਇੱਕ ਮਿਕਤਾ ਵਿੱਚ ਵੰਨਸ ਵਿਦ ਗੋਡ ਰੱਖਦਾ ਹੈ। ਆਪ ਸੁਖੀ, ਪ੍ਰਜਾ ਸੁਖੀ, ਸ੍ਰਿਸ਼ਟੀ ਸੁਖੀ, ਸਾਰੇ ਜੀ ਜੰਤ ਸੁਖੀ। हाँ जी 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 बड़ी खूबसूरती नाल आप पूरा इंजॉय करके समझाते हो, नाल रस लेंदे हो, नाल रस वंडदे हो। जी सुखिंदर वीर जी। हाँ जी वीर जी देखो सतगुरु जी ने शब्द दे विच ना कितने लफज यूज कीते हैं, ये सानू दृढ़ करवाउण दे लई। ये तो सतगुरु जी ने पहला एक जिथे गल कर दी तो दोबारा उसकी लोड़ नहीं सी, लेकिन सतगुरु जी कहते ने कि असी दृढ़ कर लईए ये सारे शब्दों नूं। ये सारे शब्दों के इक्को ही भाव विच सतगुरु जी यूज कर रहे। देखो सब तो पहला सतगुरु जी ने यूज किया लफज काया, फिर लफज यूज किया नाल ही उहदे नाल यूज किया सृष्टि, फिर यूज किया कोट, फिर काया नाल ही रिलेट किया आकार, फिर काया नाल ही रिलेट किया कंचन कोट, फिर अगे आके हुण काया दे नाल रिलेट करे कंचन की जगह ते हरि मंदिर। हर मंदिर देखो जिहड़ा लफज आ रहा ना हर, गुरबाणी विच हर लफज कहंदे ने हर हर तेरा नाम है। अमृत बाणी हर हर तेरी, बाणी दी विचार नूं ही हरि आखदे ने।
ਸਤਿਗੁਰੂ ਜੀ ਦੇ ਨਾਮ ਨੂੰ ਜਿਸ ਨੂੰ ਉੱਪਰ ਆਖ ਰਹੇ ਨਾ ਸ਼ਬਦ ਅਪਾਰਾ, ਹੁਣ ਉਸੇ ਨੂੰ ਹੀ ਕਹਿ ਰਹੇ ਨੇ ਹਰ। ਸ਼ਬਦ ਨੂੰ ਹੀ ਹਰੀ ਆਖ ਰਹੇ ਨੇ, ਸ਼ਬਦ ਦੀ ਵਿਚਾਰਧਾਰਾ ਨੂੰ ਹੀ ਹਰੀ ਆਖਦੇ ਨੇ। ਜਦੋਂ ਅਸੀਂ ਆਪਣੇ ਵਿਚਾਰ ਛੋੜ ਕੇ, ਆਪਣੀ ਵਿਚਾਰਧਾਰਾ ਛੋੜ ਕੇ ਸਤਿਗੁਰੂ ਜੀ ਦੇ ਵਿਚਾਰਾਂ ਨੂੰ ਅਪਣਾ ਲੈਂਦੇ ਹਾਂ ਤਾਂ ਭਾਵ ਸਾਡਾ ਮਨ ਹਰੀ ਬਣ ਜਾਂਦਾ, ਭਾਵ ਸਾਡੇ ਵਿਚਾਰ ਹੀ ਹੁਣ ਸਤਿਗੁਰੂ ਜੀ ਦੇ ਵਿਚਾਰ ਹੋ ਜਾਂਦੇ ਹਨ। ਜਦੋਂ ਅਸੀਂ ਸਤਿਗੁਰੂ ਜੀ ਦੇ ਵਿਚਾਰਾਂ ਨੂੰ ਅਪਣਾ ਲੈਂਦੇ ਹਾਂ ਤਾਂ ਸਤਿਗੁਰੂ ਦੇ ਵਿਚਾਰ ਹੈ ਹਰੀ, ਇਸਦਾ ਮਤਲਬ ਸਾਡੇ ਵਿਚਾਰ ਹਰੀ ਹੋ ਗਏ, ਸਾਡੇ ਵਿਚਾਰ ਹੀ ਹਰੀ ਹੋ ਜਾਂਦੇ ਆ। ਉਹਦੇ ਨਾਲ ਪਹਿਲਾਂ ਅਸੀਂ ਮਾਇਆ ਮੋਹ, ਉਹਦੇ ਨਾਲ ਸਾਡੀ ਅੰਦਰਲੀ ਸ੍ਰਿਸ਼ਟੀ ਖੇਹੋ ਖੇ ਹੋਈ ਪਈ ਸੀ। ਹੁਣ ਅਸੀਂ ਆਪਣੀ ਅੰਦਰਲੀ ਸ੍ਰਿਸ਼ਟੀ, ਜਿਸ ਨੂੰ ਸਤਿਗੁਰੂ ਜੀ ਆਖਦੇ ਨੇ ਨਾ, ਗੁਰਬਾਣੀ ਚ ਇੱਕ ਸ਼ਬਦ ਹੈ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਿਰ ਕਹਿੰਦੇ ਕੀ ਹੋਏਗਾ, ਜੇ ਤੂੰ ਮੇਰਾ ਹੋਏ ਰੇ, ਕਹਿੰਦੇ ਸਭ ਜਗ ਤੇਰਾ ਹੋਏ। ਸਾਰਾ ਤੇਰਾ ਜਿਹੜਾ ਜਗ, ਜਿਸ ਨੂੰ ਰੇ ਕਾਇਆ ਆਖਦੇ ਨੇ ਨਾ, ਕਹਿੰਦੇ ਜਿਹੜੀ ਤੇਰੀ ਸ੍ਰਿਸ਼ਟੀ ਹੈ, ਤੇਰਾ ਜਿਹੜਾ ਸਾਰਾ ਆਕਾਰ ਹੈ, ਤੇਰਾ ਜਿਹੜਾ ਕਾਇਆ ਹੈ ਨਾ, ਇਹ ਤੇਰੀ ਹੋ ਜਾਏਗੀ, ਤੂੰ ਇਹਦਾ ਮਾਲਕ ਹੋ ਜਾਏਗਾ। ਕਦੋਂ? ਪਰ ਕਹਿੰਦੇ ਸਵਾਰ ਲੈ, ਜਦੋਂ ਸਾਡਾ ਮਨ, ਅਸੀਂ ਜਦੋਂ ਸ਼ਬਦ ਨੂੰ ਅਪਣਾ ਲੈਂਦੇ ਹਾਂ, ਸ਼ਬਦ ਦੀ ਵਿਚਾਰਧਾਰਾ ਨੂੰ ਅਪਣਾ ਲੈਂਦੇ ਹਾਂ, ਤਾਂ ਸਾਡਾ ਇਹ ਜਿਹੜਾ ਹਰਮੰਦਰ ਤਾਂ ਹੈ ਹੀ ਹੈ ਕਾਇਆ, ਪਰ ਇਹਦੇ ਅੰਦਰ ਜਿਹੜਾ ਸਾਡਾ ਪ੍ਰੀਤਮ ਸੀ, ਜਿਵੇਂ ਅਸੀਂ ਸਾਡੀ ਸੀ, ਉਹ ਵਸਦਾ ਨਹੀਂ ਸੀ। ਹੁਣ ਵਸਣ ਲੱਗ ਗਿਆ, ਜਿਸ ਵਿੱਚ ਇਸ ਵਿੱਚ ਹਰ ਜੀਉ ਵਸੈ ਮੁਰਾਰੇ। ਪਹਿਲਾਂ ਸਾਡੇ ਵਿਚਾਰ, ਸਾਡੀ ਅੰਦਰਲੀ ਸ੍ਰਿਸ਼ਟੀ ਹਰਮੰਦਰ ਵਿੱਚ, ਸਾਡਾ ਜਿਹੜਾ, ਜਿਸ ਨੂੰ ਹਰਮੰਦਰ ਵਿੱਚ, ਮੰਦਰ ਵਿੱਚ ਕੌਣ ਹੁੰਦਾ ਹੈ? ਮੰਦਰ ਦੇ ਵਿੱਚ ਭਗਵਾਨ ਕੋ ਕਹਿੰਦੇ ਨੇ ਭਗਵਾਨ ਕੀ ਮੂਰਤੀ ਜਾਂ ਭਗਵਾਨ ਕੀ ਮੂਰਤ, ਜਿਸ ਅਸੀਂ ਤਾਂ ਮੂਰਤ ਗੁਰਸ਼ਬਦ ਨੂੰ ਆਖਦੇ ਹਾਂ, ਗੁਰਮੂਰਤ ਗੁਰਸ਼ਬਦ ਹੈ। ਮੰਦਰ ਵਿੱਚ ਗੁਰੂ ਦੀ ਮੂਰਤੀ ਭਾਵ ਗੁਰੂ ਦਾ ਸ਼ਬਦ ਸਾਡੇ ਮਨ ਰੂਪੀ ਵਿਚਾਰ ਵਿੱਚ ਟਿਕਣਾ ਸੀ, ਮਨ ਟਿਕਦਾ ਨਹੀਂ ਸੀ, ਮਨ ਤਾਂ ਬਾਹਰ ਫਿਰਦਾ ਰਹਿੰਦਾ ਸੀ ਸਾਡਾ, ਪਹਿਲਾਂ ਅੰਦਰ ਵਸਦਾ ਨਹੀਂ ਸੀ ਆਪਣੇ ਮੰਦਰ ਦੇ ਵਿੱਚ। ਹੁਣ ਕੀ ਹੋਇਆ, ਜਦੋਂ ਇਸਨੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਸਵਾਰਿਆ, ਹਰ ਆਪੇ ਆਪ ਸਵਾਰੇ, ਤੇ ਇਹ ਅੰਦਰ ਵਾਲੇ ਹਰਮੰਦਰ ਵਿੱਚ ਵਸਣ ਲੱਗ ਗਿਆ। ਇਸਨੇ ਅੰਦਰ ਵਾਲੀ ਸ੍ਰਿਸ਼ਟੀ ਦੇ ਵਿੱਚ ਹੁਣ ਇਸਨੇ ਕੰਟਰੋਲ ਪ੍ਰਾਪਤ ਕਰ ਲਿਆ, ਜਿਸ ਨੂੰ ਕਹਿੰਦੇ ਨੇ ਨਾ, ਹੁਣ ਇਹ ਮਨ ਰਾਜਾ ਸੁਲਤਾਨ ਹੋ ਗਿਆ ਅੰਦਰਲਾ, ਇਹਨੇ ਕੰਟਰੋਲ ਵਾਪਸ ਲੈ ਲਿਆ ਉਹਨਾਂ ਤੋਂ, ਕੀ ਕਹਿੰਦੇ ਆ, ਔਗਣਾ ਤੋਂ। ਹੁਣ ਇਹ ਅੰਦਰ ਬੈਠ ਕੇ ਗੁਰੂ ਕੇ ਸ਼ਬਦ ਦੁਆਰਾ ਵਣਜ ਕਰਨ ਲੱਗ ਪਿਆ ਹੈ। ਅੰਦਰਲੀ ਵਸਤ ਇਹਨੂੰ ਸ਼ਬਦ ਦੀ ਪ੍ਰਾਪਤ ਹੋਈ। ਅਸੀਂ 7-8 ਸ਼ਬਦ ਪਹਿਲਾਂ ਗੱਲ ਕਰਕੇ ਆ ਵੀ ਅੰਦਰ ਇੱਕ ਬਾਜ਼ਾਰ ਲੱਗਾ ਹੋਇਆ ਹੈ, ਉੱਥੇ ਕੀ ਕਹਿੰਦੇ ਆ, ਸਤਿਗੁਰੂ ਜੀ ਦੇ ਨਾਮ ਦੀ ਵਸਤ ਦਾ ਵਪਾਰ ਹੁੰਦਾ ਹੈ ਜਾਂ ਮਾਇਆ ਦੇ ਮੋਹ ਦਾ ਵਪਾਰ ਹੁੰਦਾ ਹੈ। ਹੁਣ ਇੱਥੇ ਅੰਦਰਲੇ ਵਿੱਚ, ਅੰਦਰਲੇ ਹਰਮੰਦਰ ਚ ਮਨ ਵਸ ਗਿਆ, ਉਹ ਸ਼ਬਦ ਦਾ ਬੱਚਾ ਵਪਾਰ ਕਰਨ ਲੱਗ ਗਿਆ। ਤੇ ਜਿਹੜੇ ਇਹਦੇ ਕੋਲ ਵਪਾਰੀ ਆਉਂਦੇ ਨੇ, ਜਿਹੜੇ ਦੇ ਜੀ ਜੰਤ, ਇੰਦਰੇ ਗਿਆਨ ਇੰਦਰੇ ਰੋਮ ਰੋਮ, ਜਿਸ ਨੂੰ ਇਹਦੀ ਕਾਇਆ ਰੂਪੀ ਸੰਸਾਰ ਆਖਦੇ ਨੇ, ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਰਿਹਾ, ਹੁਣ ਪਾਪ ਸ਼ਬਦ ਦੇ ਨਾਲ ਮਿਲਾ ਰਿਹਾ ਹੈ। ਇੱਥੇ ਇੱਕ ਜਿਹੜਾ ਲਫ਼ਜ਼ ਆਇਆ ਨਾ, ਦੁਬਾਰਾ ਅਸੀਂ ਥੋੜਾ ਜਿਹਾ ਹੋਰ ਇਸ ਨਾਲ ਇਹਦੀ ਗੱਲ ਕਰ ਲਈਏ। ਲਫ਼ਜ਼ ਆ ਰਿਹਾ, ਦੇਖੋ, ਹਰਮੰਦਰ। ਹੁਣ ਜੇ ਅਸੀਂ ਇਹਦਾ ਅਰਥ, ਸਤਿਗੁਰੂ ਜੀ ਜੋ ਸਾਨੂੰ ਕਹਿ ਰਹੇ ਨੇ, ਹਰਮੰਦਰ ਇਹ ਸਰੀਰ ਹੈ, ਹਰਮੰਦਰ ਇਹ ਸਰੀਰ ਹੈ, ਉੱਥੇ ਵੀ ਸਤਿਗੁਰੂ ਜੀ ਸਰੀਰ ਨੂੰ ਹਰਮੰਦਰ ਆਖਦੇ ਨੇ। ਫਿਰ ਕਹਿੰਦੇ ਨੇ ਗਿਆਨ ਰਤਨ ਪ੍ਰਗਟ ਹੋਏ, ਉਹਦੇ ਅੰਦਰ ਜਦੋਂ ਇਹਦੇ ਅੰਦਰ ਗਿਆਨ ਰਤਨ ਪ੍ਰਗਟ ਹੋ ਜਾਂਦਾ, ਇਹ ਹਰਮੰਦਰ ਵਿੱਚ ਆਪ ਗਿਆਨ ਰੂਪ ਵਿੱਚ ਵਸਣ ਲੱਗ ਜਾਂਦਾ। ਫਿਰ ਕਹਿੰਦੇ ਨੇ ਹਰਮੰਦਰ ਹਰ ਜੀਉ ਸਾਜਿਆ, ਜਿਸ ਨੂੰ ਕਹਿੰਦੇ ਨੇ ਨਾ, ਦੂਈ ਕੁਦਰਤ ਸਾਜੀ ਹੈ। ਇੱਕ ਜਗ੍ਹਾ ਤੇ ਕੁਦਰਤ ਲਫ਼ਜ਼ ਯੂਜ਼ ਕਰਨੇ ਨੇ, ਇੱਕ ਲਫ਼ਜ਼ ਯੂਜ਼ ਕਰ ਰਹੇ ਹਰਮੰਦਰ ਹਰ ਜੀਉ ਸਾਜਿਆ। ਹਰਿਮੰਦਰ ਨੂੰ ਹੀ ਕਾਇਆ ਆਖਦੇ ਨੇ, ਹਰਮੰਦਰ ਨੂੰ ਹੀ ਸਰੀਰ ਆਖਦੇ ਨੇ, ਤੇ ਕਾਇਆ ਨੂੰ ਹੀ ਕੁਦਰਤ ਆਖਦੇ ਨੇ। ਗੁਰਬਾਣੀ ਦੇ ਇਹ ਡੈਫੀਨੇਸ਼ਨ ਸੀ। ਗੁਰਬਾਣੀ ਕਾਇਆ ਨੂੰ ਹੀ ਹਰਮੰਦਰ ਆਖਦੀ ਹੈ, ਤੇ ਹਰਮੰਦਰ ਨੂੰ ਹੀ ਇਹ ਸਰੀਰ ਆਖਦੀ ਹੈ। ਤੇ ਸਰੀਰ ਨੂੰ ਕਹਿੰਦਾ ਇਹ ਮਨ ਜਦੋਂ ਆਪ ਸਵਾਰ ਲੈਂਦਾ, ਆਪੇ ਨੇ ਆਪ ਸਾਜੋ ਕਰਦਾ ਹੈ ਨਾਮ ਦੇ ਨਾਲ, ਤੇ ਫਿਰ ਇਹ ਦੂਈ ਕੁਦਰਤ ਸਾਜਦਾ, ਫਿਰ ਇਹ ਹਰਮੰਦਰ ਨੂੰ ਆਪ ਸਾਜਦਾ ਹੈ। ਹਰਮੰਦਰ ਹਰ ਜੀਉ ਸਾਜਿਆ, ਫਿਰ ਉਹਦੇ ਚ ਕਰਦਾ ਕੀ ਹੈ, ਰੱਖਿਆ ਹੁਕਮ ਸਵਾਰ। ਹੁਕਮ ਨੂੰ, ਉਹਦੇ ਵਿੱਚ ਹੁਕਮ ਹੈ, ਅੰਦਰ ਵੇਖੈ, ਜਿਹੜਾ ਕਹਿੰਦੇ ਨਾ ਵਸਦਾ ਹੈ, ਹੁਕਮ ਰੂਪ ਵਿੱਚ ਅੰਦਰ ਵੇਖਦਾ, ਵਸਦਾ ਹੈ, ਤੇ ਉਹਦੇ ਨਾਲ ਅੰਦਰਲੀ ਸਾਰੇ ਹਰਮੰਦਰ ਨੂੰ, ਇਸ ਸ੍ਰਿਸ਼ਟੀ ਨੂੰ ਸਵਾਰ ਕੇ ਰੱਖਦਾ ਸਾਰੇ ਜੀਆਂ ਜਨਤਾ ਨੂੰ। ਕਿਉਂਕਿ ਉਹਨਾਂ ਤੋਂ ਵੀ ਹੁਣ ਵਪਾਰ ਕਿਹੜਾ ਕਰਵਾਉਂਦਾ ਹੈ, ਸ਼ਬਦ ਦਾ, ਹੁਕਮ ਦਾ। ਹਰਮੰਦਰ, ਜੇ ਅਸੀਂ ਹਰਮੰਦਰ ਦਾ ਬਾਹਰਲੇ ਇਸ ਦੁਨੀਆ ਦੇ ਕਿਸੇ ਸ਼ਹਿਰ ਦੇ ਵਿੱਚ ਕਿਸੇ ਇੱਕ ਜਗ੍ਹਾ ਨੂੰ ਹਰਮੰਦਰ ਸਮਝਾਂਗੇ, ਫਿਰ ਗੁਰਬਾਣੀ ਦੇ ਅਰਥਾਂ ਦੇ ਅਸੀਂ ਅਨਰਥ ਕਰ ਰਹੇ ਹੋਵਾਂਗੇ। ਜੇ ਗੁਰਬਾਣੀ ਹਰਮੰਦਰ ਜਿਸ ਨੂੰ ਆਖਦੀ ਹੈ, ਅਸੀਂ ਉਸੇ ਨੂੰ ਹੀ ਸਮਝਾਂਗੇ, ਫਿਰ ਇਹ ਗੁਰਬਾਣੀ ਦੇ ਅਸਲੀ ਅਰਥ ਹੋਣਗੇ। ਸਾਡੇ ਇਤਿਹਾਸ ਵਿੱਚ ਜਾਂ ਸਾਡੀ ਹੋਰ ਜਗ੍ਹਾ ਤੇ ਉੱਥੇ ਹਰਮੰਦਰ ਹੋਰ ਆਖਿਆ ਗਿਆ ਹੈ।
ਹੁਣ ਇਹ ਅਸੀਂ ਡਿਸਾਈਡ ਕਰਨਾ ਹੈ ਕਿ ਅਸੀਂ ਸਤਿਗੁਰੂ ਜੀ ਦੇ ਸ਼ਬਦ ਨੂੰ ਮੰਨਦੇ ਹਾਂ। ਸਤਿਗੁਰੂ ਜੀ ਕਾਇਆ ਨੂੰ ਹੀ ਸ੍ਰਿਸ਼ਟੀ ਆਖਦੇ ਨੇ, ਕਾਇਆ ਨੂੰ ਹੀ ਹਰਮੰਦਰ ਆਖਦੇ ਨੇ, ਔਰ ਕਾਇਆ ਰੂਪੀ ਹਰਮੰਦਰ ਨੂੰ ਹੀ ਆਕਾਰ ਆਖਦੇ ਨੇ ਜਦੋਂ ਇਹ ਸ਼ਬਦ ਨਾਲ ਸਵਾਰਿਆ ਜਾਂਦਾ ਹੈ। ਦੂਈ ਕੁਦਰਤ ਆਖਦੇ ਨੇ। ਹਰਮੰਦਰ ਨੂੰ ਇਹ ਆਪ ਸਵਾਰਦਾ ਹੈ, ਹਰਮੰਦਰ ਨੂੰ ਆਪ ਸਾਜਦਾ ਹੈ, ਤੇ ਦੂਈ ਕੁਦਰਤ ਵੀ ਆਪ ਹੀ ਸਾਜਦਾ। ਇੱਕੋ ਭਾਵ ਵਿੱਚ ਆ ਰਹੇ ਨੇ ਸਤਿਗੁਰੂ ਜੀ। ਅਸੀਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਗੁਰਬਾਣੀ ਦੇ ਵਿੱਚੋਂ ਹੀ ਖੋਜ ਕੇ ਕਰਨੇ ਹੈ। ਇਹੀ ਅਸਲੀ ਮਾਇਨਿਆਂ ਵਿੱਚ ਸਾਡਾ ਸਤਿਗੁਰੂ ਜੀ ਨੂੰ ਸਿਰ ਸੌਂਪਣਾ ਹੋਏਗਾ। ਹਾਂਜੀ ਜੀ ਵੀਰ ਜੀ, ਬਿਲਕੁਲ ਮੰਦਰ ਜਿਸ ਤਰ੍ਹਾਂ ਅਸੀਂ ਇਸਤੇਮਾਲ ਕਰਦੇ ਹਾਂ। ਜੀ ਭੁਪਿੰਦਰ ਵੀਰ ਜੀ ਕੁਝ ਸ਼ੇਅਰ ਕਰਨਾ ਚਾਹ ਰਹੇ ਹਨ। ਜੀ ਵੀਰ ਜੀ। ਸੁਖਵਿੰਦਰ ਜੀ ਨੇ ਬੜੇ ਅੱਛੇ ਪਾਸੇ ਧਿਆਨ ਦਿਵਾਇਆ। ਜਦੋਂ ਇਹ ਹਰਮੰਦਰ ਨੂੰ ਹੀ ਅਸੀਂ ਆਪਣਾ ਅੰਦਰ ਦਾ ਅੰਮ੍ਰਿਤਸਰ ਬਣਾਉਂਦੇ ਹਾਂ, ਜਦੋਂ ਅੰਮ੍ਰਿਤਸਰ ਬਣਾਉਂਦੇ ਹਾਂ ਤਾਂ ਰੱਬੀ ਗੁਣ ਪਾਉਂਦੇ ਹਾਂ ਔਰ ਆਤਮਿਕ ਮੌਤ ਨਹੀਂ ਮਰਦੇ ਹਾਂ। ਬਟ ਜੇ ਮੈਂ ਚਿੰਤ ਭਵਨ ਬਣਾ ਲੈਂਦਾ ਤਾਂ ਚਿੰਤ ਭਵਨ ਦੇ ਵਿਚਕਾਰ ਤ੍ਰਿਸ਼ਨਾ ਹੁੰਦੀ ਹੈ, ਔਰ ਤ੍ਰਿਸ਼ਨਾ ਦੇ ਕਾਰਨ ਮੇਰਾ ਜ਼ਹਿਰ ਕਹਿਰ ਬਣ ਜਾਂਦਾ ਹੈ, ਅੰਮ੍ਰਿਤ ਦਾ ਆਪੋਜ਼ਿਟ। ਉਹਨੂੰ ਲਾਹੌਰ ਸ਼ਹਿਰ ਜ਼ਹਿਰ ਕਹਿਰ ਕਹਿੰਦੇ ਨੇ। ਤੋ ਅੰਮ੍ਰਿਤਸਰ ਵੀ, ਹਰਮੰਦਰ ਵੀ ਸਰੀਰ ਦੇ ਅੰਦਰ ਦੀ ਗੱਲ ਚੱਲ ਰਹੀ ਹੈ, ਲਾਹੌਰ ਵੀ ਅੰਦਰ ਦੀ ਗੱਲ ਚੱਲ ਰਹੀ ਹੈ। ਡਿਪੈਂਡ ਕਰਦਾ ਤੂੰ ਲਾਹੌਰ ਸ਼ਹਿਰ ਜ਼ਹਿਰ ਕਹਿਰ ਬਣਾਉਣਾ ਹੈ ਅੰਦਰ ਕਿ ਅੰਮ੍ਰਿਤਸਰ ਹਰਮੰਦਰ ਬਣਾਉਣਾ ਹੈ ਅੰਦਰ। ਤ੍ਰਿਸ਼ਨਾ ਨਾਲ ਅੰਦਰ ਮੁਸੀਬਤ ਜ਼ਹਿਰ ਕਹਿਰ ਵਾਲੀ ਪੈ ਜਾਂਦੀ ਹੈ। ਉਹ ਸਾਡਾ ਚਿੰਤ ਭਵਨ ਮਨ ਭਰਿਓ ਹਮਾਰਾ ਵਾਲੀ ਅਵਸਥਾ ਬਣ ਜਾਂਦੀ ਹੈ। ਹਾਂਜੀ, ਥੈਂਕ ਯੂ। ਜੀ ਵੀਰ ਜੀ, ਬਿਲਕੁਲ। ਅੱਜ ਦਾ ਵੀ 4 ਪਦਿਆਂ ਦਾ ਪਾਠ ਹੋਇਆ। ਗੁਰੂ ਸਾਹਿਬ ਬਿਲਕੁਲ ਸਾਡੇ ਕਲੇਸ਼ਾਂ ਵਿੱਚੋਂ ਮਾਨੂੰ ਕੱਢ ਕੇ ਸਾਨੂੰ ਹਰਮੰਦਰ ਵਾਲੇ ਪਾਸੇ ਲੈ ਕੇ ਜਾ ਰਹੇ। ਮੰਦਰ ਤੋਂ ਭਾਵ ਅਸੀਂ ਭਗਵਾਨ ਦਾ ਘਰ ਕਹਿੰਦੇ ਆ। ਮੰਦਰ ਦਾ ਭਾਵ ਵੈਸੇ ਘਰ ਹੁੰਦਾ। ਤੇ ਇਹ ਸਰੀਰ ਵਿੱਚ ਜਦੋਂ ਸ਼ੁਭ ਗੁਣ ਵਸ ਜਾਂਦੇ ਨੇ, ਗੁਰੂ ਦਾ ਸ਼ਬਦ ਵਸ ਜਾਂਦਾ ਤੇ ਹਰੀ ਦਾ ਮੰਦਰ ਬਣ ਗਿਆ। ਇਸ ਤੋਂ ਪਹਿਲੇ ਸਰੀਰ ਵਿੱਚ ਦੈਤ ਵਸਦੇ ਸਨ, ਜਦੋਂ ਤੱਕ ਵਿਕਾਰ ਵਸਦੇ ਸਨ। ਤੇ ਅਸੀਂ ਇੱਕ ਮਕਾਨ ਬਾਹਰ ਬਣਾਉਂਦੇ ਹਾਂ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ। ਜਦੋਂ ਤੱਕ ਸਾਡੇ ਮਨ ਵਿੱਚ ਦੈਤ ਵਸਦੇ ਸਨ ਤਦ ਤੱਕ ਅਸੀਂ ਉਸ ਮਕਾਨ ਨੂੰ ਵੀ ਦੈਤਾਂ ਦਾ ਘਰ ਬਣਾਇਆ ਹੋਇਆ ਸੀ। ਤੇ ਘਰ ਪਤੀ ਪਤਨੀ ਬੱਚੇ ਆਪਸ ਵਿੱਚ ਕਲੇਸ਼ਾਂ ਵਿੱਚ ਲੜਦੇ ਰਹਿੰਦੇ ਸਨ। ਜਦੋਂ ਸਾਡਾ ਇਹ ਮਨ ਸ਼ੁਭ ਗੁਣਾਂ ਦੇ ਨਾਲ ਭਰਪੂਰ ਹੋ ਜਾਂਦਾ ਹੈ, ਸਾਡੇ ਅੰਦਰ ਹਰੀ ਵਸ ਜਾਂਦਾ ਹੈ, ਤੇ ਸਾਡਾ ਘਰ, ਸਾਡਾ ਮਕਾਨ ਜਿੱਥੇ ਅਸੀਂ ਰਹਿੰਦੇ ਹਾਂ ਉਹ ਵੀ ਮੰਦਰ ਬਣ ਜਾਂਦਾ ਹੈ, ਉਹ ਵੀ ਹਰੀ ਦਾ ਮੰਦਰ ਬਣ ਜਾਂਦਾ ਹੈ। ਫਿਰ ਹਰ ਪਾਸੇ ਸੁੱਖੀ ਸੁੱਖੇ ਆਨੰਦ ਹੀ ਆਨੰਦ ਹੈ। ਆ 4 ਪਦਿਆਂ ਵਿੱਚ ਮਾਨੋ ਗੁਰੂ ਸਾਹਿਬ ਸਾਨੂੰ ਕਲੇਸ਼ ਦਾ ਜੀਵਨ ਕਿਉਂ ਬਣਿਆ ਹੈ ਉਧਰੋਂ ਕੱਢ ਕੇ ਸਾਨੂੰ ਆਨੰਦ ਵਾਲੇ ਜੀਵਨ ਵਿੱਚ ਲੈ ਕੇ ਜਾ ਰਹੇ ਹਨ। ਬਿਲਕੁਲ ਆਨੰਦਮਈ ਜੀਵਨ ਕਿਸ ਤਰ੍ਹਾਂ ਬਣਨਾ ਹੈ ਉਹ ਸਾਨੂੰ ਸਮਝਾਣਾ ਕੀਤਾ ਅੱਜ ਗੁਰੂ ਸਾਹਿਬ ਨੇ। ਇਹ 4 ਪਦੇ ਮੇਰੇ ਸਾਹਮਣੇ ਬਹੁਤ ਜ਼ਿਆਦਾ ਸਮਾਂ ਮੰਗਦੇ ਹਨ, ਬਹੁਤ ਜ਼ਿਆਦਾ ਡਿਟੇਲ ਹੈਗੀ ਹੈ ਇਹਨਾਂ ਦੇ ਅੰਦਰ, ਬਹੁਤ ਗਹਿਰਾਈ ਹੈ ਇਹਨਾਂ ਦੇ ਵਿੱਚ। ਆਓ 4 ਪਦਿਆਂ ਦਾ ਪਾਠ ਅੱਜ ਹੋਇਆ, ਕਰ ਲਈਏ ਰਲ ਮਿਲ ਕੇ, ਫਿਰ ਸਮਾਪਤੀ ਹੈ ਅੱਜ ਦੀ। ਮਾਰੂ ਮਹਿਲਾ ਤੀਜਾ। आपे श्रेष्ठ हुक्म सब साजी, आपे ताप उताप निवाजी, आपे न्याय करे सब साचा, साचे साच मिलाएंदा, काया कोट है आकारा, माया मोह पसरिया पासारा, बिन शब्दे पसमे की ढेरी, खेहू खे रलाएंदा, काया कंचन कोट अपारा, जिस विच रविया शब्द अपारा, गुरमुख गावे सदा गुण साचे मिल प्रीतम सुख पाएंदा, काया हर मंदिर हर आप सवारे, तिस विच हर जियो वसै मुरारे, गुर कै शब्द वणंजन वापारी, नदरी आप मिलाएंदा, गुर कै शब्द वणंजन वापारी, नदरी आप मिलाएंदा। ਹੋਈਆਂ ਬੇਅੰਤ ਉਹਨਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਪਾਲ ਵੀਰ ਜੀ ਵੀ ਨਾਲ ਜੁੜੇ ਸਨ ਮੇਰੇ ਖਿਆਲ।